रिश्ता राष्ट्रीय होवे या अंतरराष्ट्रीय, कल समाज दी कल आम आदमी दी, समाज ते सियासी बदला, सियासत दे खिडारियां दे दा, हरेक पक्ष नू उजागर करता है PTN 24। हक सच दी आवाज PTN 24 रेडियो ते टीवी बनो साडे प्रोग्रामां दा हिस्सा। जुड़ो फेसबुक ते YouTube चैनल दे नाल। PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 416-731-7710 416-731-7710 6 रे एवेन्यू ब्रैम्पटन। इमीग्रेशन ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, पर सोच समझ के लिया होया फैसला ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। कॉल नवजोत गिल 647-864-3719 647-864-3719। एड्रेस 350 रदरफोर्ड रोड, साउथ ब्रैम्पटन, यूनिट 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। Call 905-452-0111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416-841-0478। क्यों भाई सुखी, क्यों हो इन्ने दुखी? डॉक्टर की आखा, मेरे पति दा परफॉर्मेंस हुण टोटली दुखी, ਉਹ ਵੀ ਪਰੇਸ਼ਾਨ ਤੇ ਮੈਂ ਵੀ। पर इस विच की शर्माना, बहुत सारे मर्दां दी है रेगुलर डुग डुग मतलब प्रॉब्लम। पर हुण गुड न्यूज़, मर्दां दी कमजोरी दे लई हुण डॉक्टर दी जरूरत नहीं। अच्छा, ਉਹ ਕਿਵੇਂ? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते ओ भी जस्ट 4 दिनां विच। फुल परफॉर्मेंस और सच? थैंक यू डॉक्टर बॉब। डुग डुग दौड़ाओ, एनर्जेक्स खाओ। Call SPM 1888-732-9935 1888-732-9935। ओ मैनू रख ले कलीनर यारा ओए लंबिया रूटां ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514-625-0025 ਜਾਂ ਫਿਰ 514887-0025 514-887-0025। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905-799-8877 905-799-8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ
647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਿਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਆ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। PTN 24 ਅੱਜ ਤਰੀਕ 18 ਤੇ ਦਿਨ ਥਰਸਡੇ। ਜਦੋਂ ਥਰਸਡੇ ਆ ਜਾਂਦਾ ਜੀ ਸਮਝ ਲਓ ਮਿੰਨੀ ਫਰਾਈਡੇ, ਮਿੰਨੀ ਵੀਕਐਂਡ ਸ਼ੁਰੂ ਹੋ ਜਾਂਦਾ। ਲੋਕਾਂ ਨੂੰ ਆਸ ਵੱਧ ਜਾਂਦੀ ਅੱਜ ਅਸੀਂ ਕੰਮਾਂ ਕਾਰਾਂ ਤੇ ਜਾਣਾ ਤੇ ਕੱਲ ਦਾ ਦਿਨ ਹੈ ਜੀ। ਕੱਲ ਤੋਂ ਬਾਅਦ ਫਿਰ ਵੀਕਐਂਡ ਸ਼ੁਰੂ ਹੋ ਜਾਣਾ। ਅੱਜ ਟੈਂਪਰੇਚਰ ਜੀ ਮੈਨ ਜਿਹੜਾ +2 ਆ ਤੇ ਫੀਲ ਲਾਈਕ ਮੈਨਸ 3 ਆ। 19 ਕਿਲੋਮੀਟਰ ਦੀ ਸਪੀਡ ਨਾਲ ਹਵਾ ਚੱਲ ਰਹੀ ਹੈ। ਸੂਰਜ 7:23 ਤੇ ਚੜਿਆ, 7:28 ਤੇ ਛਿਪੇਗਾ। ਸਿਰਫ ਕੱਲ ਦਾ ਦਿਨ ਰਹਿ ਗਿਆ ਜੀ ਤਾਂ ਸੈਚਰਡੇ ਤੋਂ ਫਿਰ ਦੁਬਾਰਾ 4-5 ਦਿਨ ਲਈ ਲਗਾਤਾਰ ਜਿਹੜਾ ਟਿਊਜ਼ਡੇ ਤੱਕ ਡਬਲ ਡਿਜਿਟ ਦੇ ਵਿੱਚ ਟੈਂਪਰੇਚਰ ਆ। 13, 12, 15, 13 ਇਹ ਵਧੀਆ ਟੈਂਪਰੇਚਰ ਹੈ ਜੀ। ਫਿਰ 2-3 ਦਿਨ ਲਗਾਤਾਰ ਜਿਹੜਾ ਨੈਕਸਟ ਵੀਕ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਤੇ ਟੈਂਪਰੇਚਰ ਜਿਹੜਾ ਵਧੀਆ ਹੀ ਆ ਰਿਹਾ ਅੱਗੇ ਵਾਲਾ। ਤੇ ਆਪਣੇ ਨਾਲ ਜਿਹੜੀ ਮੋਹਾਲੀ ਸਟੂਡੀਓ ਤੋਂ ਅਰਸ਼ਦੀਪ ਹੋਣੀ ਜੁੜ ਚੁੱਕੇ ਆ, ਆਪਾਂ ਉਹਨਾਂ ਦਾ ਮਰਿਆਦਾ ਅਨੁਸਾਰ ਸਵਾਗਤ ਕਰਦੇ ਹਾਂ ਜੀ। ਅਰਸ਼ਦੀਪ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਜਦੋਂ ਵੀ ਸਿਆਸਤ ਦੀ ਗੱਲ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਸ ਟਾਈਮ 4 ਚਫੇਰਿਓਂ ਘਿਰਿਆ ਹੋਇਆ ਆ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ। ਇਹਦੇ ਚੋਣ ਨਿਸ਼ਾਨਾਂ ਨੂੰ ਲੈ ਕੇ, 2 ਸੰਵਿਧਾਨਾਂ ਨੂੰ ਲੈ ਕੇ ਵੀ ਬੜਾ ਰੌਲਾ ਪੈਂਦਾ। ਪਰ ਹੁਣ ਖਬਰ ਆ ਰਹੀ ਹੈ ਕਹਿੰਦੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਕਾਲੀ ਦਲ ਬਾਦਲ ਜਿਹੜੀ ਨਹੀਂ ਲੜ ਸਕੂਗਾ, ਸ਼ਾਇਦ ਉਹਦੀ ਮਾਨਤਾ ਹੀ ਰੱਦ ਹੋ ਸਕਦੀ ਹੈ ਜੀ। ਦੇਖੋ ਜੀ, ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜੀ, ਉਹਦੇ 'ਚ ਇਹ ਕਿਹਾ ਕਿ ਇਹ ਇੱਕ ਸਿਆਸੀ ਪਾਰਟੀ ਹੈ ਤੇ ਸੈਕੂਲਰ ਪਾਰਟੀ ਹੈਗੀ। ਪਰ ਜਿਹੜੀ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਇਨਫੋਰਮੇਸ਼ਨ ਦਿੱਤੀ ਹੈ ਉਹਦੇ 'ਚ ਕਿਹਾ ਕਿ ਇਹ ਧਾਰਮਿਕ ਪਾਰਟੀ ਹੈਗੀ ਤੇ ਇਹ ਧਾਰਮਿਕ ਚੋਣਾਂ ਜਿਹੜੀਆਂ ਉਹ ਲੜਦੀ ਹੈਗੀ। ਤੇ ਇਸ ਮੁੱਦੇ ਨੂੰ ਲੈ ਕੇ ਕਾਫੀ ਚਿਰ ਤੋਂ ਜਿਹੜਾ ਰੌਲਾ ਰੱਪਾ ਪੈ ਰਿਹਾ ਸੀ ਤਾਂ ਆਖਰਕਾਰ ਇਹ ਕੇਸ ਜਿਹੜਾ ਦਿੱਲੀ ਹਾਈ ਕੋਰਟ ਦੇ ਵਿੱਚ ਪਹੁੰਚਿਆ, ਜਿੱਥੇ ਐਚਐਸ ਫੂਲਕਾ ਤੇ ਜਿਹੜੇ ਬਾਕੀ ਵਕੀਲ ਨੇ ਉਹਨਾਂ ਵੱਲੋਂ ਇਹ ਕੇਸ ਜਿਹੜਾ ਲੜਿਆ ਜਾ ਰਿਹਾ ਹੈ। ਤੇ ਇੱਥੇ ਹਾਈ ਕੋਰਟ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ 5-6 ਦਿਨ ਪਹਿਲਾਂ ਪੁੱਛਿਆ ਗਿਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਜਿਹੜੀ ਹੈ ਉਹ ਰੱਦ ਕੀਤੀ ਜਾਵੇ ਦਿੱਲੀ ਕਮੇਟੀ ਦੀਆਂ ਚੋਣਾਂ ਲੜਨ ਨੂੰ ਲੈ ਕੇ, ਕਿਉਂਕਿ ਇਹ ਸੈਕੂਲਰ ਤੇ ਸਿਆਸੀ ਪਾਰਟੀ ਹੈਗੀ। ਤਾਂ ਉਸ ਮੌਕੇ ਕੇਜਰੀਵਾਲ ਸਰਕਾਰ ਨੇ ਅਕਾਲੀ ਦਲ ਦਾ ਪੱਖ ਜਿਹੜਾ ਉਹ ਪੂਰਿਆ ਸੀਗਾ 5-6 ਦਿਨ ਪਹਿਲਾਂ, ਜਿੱਥੇ ਕਿ ਦਿੱਲੀ ਸਰਕਾਰ ਨੇ ਇਹ ਕਿਹਾ ਅਦਾਲਤ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੁਰਾਣੀ ਰਵਾਇਤੀ ਪਾਰਟੀ ਹੈਗੀ, ਇਹ ਧਾਰਮਿਕ ਪਾਰਟੀ ਹੈ, ਇਸ ਕਰਕੇ ਇਹਦੀ ਮਾਨਤਾ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਰੱਦ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਪਰ ਉਹਦੇ ਬਾਅਦ ਜਦੋਂ ਵਿਰੋਧ ਸਿੱਖ ਸੰਗਤਾਂ ਵੱਲੋਂ ਵੀ ਕੀਤਾ ਗਿਆ, ਵਕੀਲਾਂ ਵੱਲੋਂ ਵੀ ਕੀਤਾ ਗਿਆ, ਤਾਂ ਅੱਜ ਜਿਹੜਾ ਦਿੱਲੀ ਕਮੇਟੀ ਨੇ ਨਵੀਂ ਸਟੇਟਮੈਂਟ ਦਿੱਤੀ ਹੈਗੀ ਜਿਹੜੀ ਕਿ ਭਲਕੇ ਹਾਈ ਕੋਰਟ ਦੇ ਵਿੱਚ ਇਹ ਕੇਸ ਲੱਗਣਾਗਾ। ਉਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਸਿਆਸੀ ਪਾਰਟੀ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਐਜ਼ ਏ ਸੈਕੂਲਰ ਸਿਆਸੀ ਪਾਰਟੀ ਰਜਿਸਟਰ ਆ ਗਈ, ਇਸ ਕਰਕੇ ਸਿਆਸੀ ਪਾਰਟੀ ਨੂੰ ਜਿਹੜਾ ਹੈ ਧਾਰਮਿਕ ਚੋਣਾਂ ਲੜਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਤੇ ਇਸ ਕਰਕੇ ਉਹਨਾਂ ਨੇ ਹੁਣ ਜਿਹੜਾ ਆਪਣੀ ਸਟੇਟਮੈਂਟ ਚੇਂਜ ਕੀਤੀ ਹੈ ਤੇ ਹੁਣ ਹਾਈ ਕੋਰਟ ਦੇ ਵਿੱਚ ਭਲਕੇ ਇਹ ਕੇਸ ਲੱਗਣਾਗਾ। ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇ ਦਿੱਲੀ ਦੇ ਅਧਿਕਾਰ ਖੇਤਰ ਦੇ ਵਿੱਚ ਨੇ ਤੇ ਦਿੱਲੀ ਸਰਕਾਰ ਤੋਂ ਅਦਾਲਤ ਨੇ ਜਦੋਂ ਪੁੱਛਿਆਗਾ ਕਿ ਦਿੱਲੀ ਸਰਕਾਰ ਹੁਣ ਜਦੋਂ ਇਹ ਹਲਫਨਾਮਾ ਅਦਾਲਤ 'ਚ ਭਲਕੇ ਦਾਇਰ ਕਰਨ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸਿਆਸੀ ਪਾਰਟੀ ਹੈਗੀ, ਧਾਰਮਿਕ ਪਾਰਟੀ ਨਹੀਂ ਹੈਗੀ, ਤਾਂ ਇਸ ਕਰਕੇ ਇਹਨਾਂ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਲੜਨ ਦੀ ਆਗਿਆ ਨਾ ਦਿੱਤੀ ਜਾਵੇ। ਤੇ ਇਹਨਾਂ ਹਾਲਾਤਾਂ 'ਚ ਸੰਭਾਵਨਾ ਪੂਰੀ ਹੈ ਕਿ ਜਿਹੜਾ ਫੈਸਲਾ ਗਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਲਟ ਹੀ ਆਊਗਾ, ਜਿਹਦੇ 'ਚ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਣਗੇ। ਪਰ ਜੇ ਸ਼੍ਰੋਮਣੀ ਅਕਾਲੀ ਦਲ ਭਲਕੇ ਅਦਾਲਤ ਦੇ ਵਿੱਚ ਇਹ ਕਹਿੰਦਾ ਹੈਗਾ
ਕਿ ਅਸੀਂ ਪੰਥਕ ਪਾਰਟੀ ਹੈਗੇ, ਧਾਰਮਿਕ ਪਾਰਟੀ ਹੈ, ਪੁਰਾਣੀ ਰਵਾਇਤੀ ਪਾਰਟੀ ਹੈ, ਇਸ ਕਰਕੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਾਂਗੇ। ਤੇ ਉਹਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਦਾਲਤ ਦਾ ਫੈਸਲਾ ਜਿਹੜਾ ਫੇਵਰ 'ਚ ਆ ਜਾਂਦਾ ਗਾ, ਤਾਂ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼ਿਕਾਇਤ ਜਿਹੜੀ ਉਹ ਕੀਤੀ ਜਾਊਗੀ, ਜਿਹਦੇ 'ਚ ਇਹ ਕਿਹਾ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜਾ ਕੇ ਕਹਿੰਦਾ ਕਿ ਅਸੀਂ ਧਾਰਮਿਕ ਪਾਰਟੀ ਆਂਗੇ, ਤੇ ਇਸ ਕਰਕੇ ਉਹਨਾਂ ਦੀ ਸਿਆਸੀ ਚੋਣਾਂ ਲੜਨ ਦੀ ਮਾਨਤਾ ਜਿਹੜੀ ਉਹ ਰੱਦ ਕੀਤੀ ਜਾਵੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਹੁਣ ਦੋਨੇ ਪਾਸੇ ਫਸਿਆ ਹੋਇਆ ਦਿਖਾਈ ਦੇ ਰਿਹਾ ਗਿਆ, ਤੇ ਭਲਕੇ ਹਾਈ ਕੋਰਟ ਦੇ ਵਿੱਚ ਕੇਸ ਤੇ ਜਿਹੜੀ ਸੁਣਵਾਈ ਹੋਣੀ ਹੈਗੀ, ਉੱਥੇ ਦਿੱਲੀ ਸਰਕਾਰ ਵੱਲੋਂ ਹਲਫਨਾਮਾ ਆਪਣਾ ਦਾਇਰ ਕੀਤਾ ਜਾਣਾਗਾ। ਤੇ ਇਹਦੇ ਬਾਅਦ ਲੱਗਦਾ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਖਤਰੇ ਦੀ ਤਲਵਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਮੰਡਰਾ ਸਕਦੀ ਹੈ। ਹਾਂ, ਬਿਲਕੁਲ ਵਾਕਿਆ ਗੱਲ ਸਹੀ ਆ। ਬੜੇ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਜੀ। ਇਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਵਾਸਤੇ ਸ਼ਾਇਦ ਇੱਕ ਬਜ਼ੁਰਗ ਲੀਡਰ ਹੈ ਜੀ, ਜਿਨ੍ਹਾਂ ਨੇ ਮਾਲਟਾ ਕਾਂਡ ਦਾ ਕੇਸ ਲੜਿਆ ਸੀਗਾ। ਸ਼ਾਇਦ ਮੇਰੇ ਕੋਲੋਂ ਨਾਂ ਵਿਸਰ ਗਿਆ ਜੀ। ਉਹਦਾ ਬਜ਼ੁਰਗ ਆਗੂ ਆ ਜੀ, ਉਹਨਾਂ ਨੇ ਕਾਫੀ ਵਾਣੀ ਪਾਇਆ ਹੋਇਆ ਇਹਨਾਂ ਨੂੰ ਜੀ। ਇਹਨਾਂ ਨੂੰ ਜਿਹੜਾ ਹੈ, ਕਿਉਂਕਿ ਮਨਜੀਤ ਸਿੰਘ ਜੀਕੇ ਦਾ ਧੜਾ ਜਿਹੜਾ ਹੈ, ਕਿਉਂਕਿ ਮਨਜੀਤ ਸਿੰਘ ਜੀਕੇ ਨੇ ਵੀ ਇੱਕ ਪਾਰਟੀ ਬਣਾਈ ਸੀ ਆਪਣੀ ਜੀ ਪਹਿਲਾਂ, ਜਿਹਦੀ ਕਿ ਮਾਨਤਾ ਰੱਦ ਹੋਈ ਸੀ ਇਸ ਆਧਾਰ ਤੇ, ਕਿਉਂਕਿ ਉਹ ਸਿਆਸੀ ਚੋਣਾਂ ਵੀ ਲੜਨਾ ਚਾਹੁੰਦੇ ਸੀ ਤੇ ਉਹ ਧਾਰਮਿਕ ਚੋਣਾਂ ਵੀ ਲੜਨਾ ਚਾਹੁੰਦੇ ਸੀ। ਤਾਂ ਮਨਜੀਤ ਸਿੰਘ ਜੀਕੇ ਦੀ ਪਾਰਟੀ ਦੀ ਮਾਨਤਾ ਜਿਹੜੀ ਉਹ ਇਸ ਆਧਾਰ ਤੇ ਰੱਦ ਕੀਤੀ ਸੀ ਕਿ ਜੇ ਤੁਸੀਂ ਸਿਆਸੀ ਚੋਣਾਂ ਲੜਨੀਆਂ ਤਾਂ ਤੁਸੀਂ ਧਾਰਮਿਕ ਪਾਰਟੀ ਜਿਹੜੀ ਉਹ ਨਹੀਂ ਹੋ ਸਕਦੇ। ਇਸ ਕਰਕੇ ਮਨਜੀਤ ਸਿੰਘ ਜੀਕੇ ਵੀ ਇਹਦੇ 'ਚ ਧਿਰ ਹੈ, ਨਾਲੋਂ ਨਾਲ HS ਫੂਲਕਾ ਵੀ ਜਿਹੜੇ ਨੇ ਉਹ ਦਿੱਲੀ ਕਮੇਟੀ ਤੇ ਜਾਣੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਗੇਂਸਟ ਕੇਸ ਇਹ ਜਿਹੜਾ ਲੜ ਸਕਦੇ ਨੇ, ਉਹਨਾਂ ਨੇ ਆਵਾਜ਼ ਸਭ ਤੋਂ ਜ਼ਿਆਦਾ ਉਹਨਾਂ ਵੱਲੋਂ ਚੁੱਕੀ ਗਈ ਸੀ। ਹੁਣ ਜਦੋਂ ਦਿੱਲੀ ਸਰਕਾਰ ਨੇ ਇਹ ਹਲਫਨਾਮਾ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਰਵਾਇਤੀ ਪਾਰਟੀ ਹੈਗੀ, ਪੁਰਾਣੀ ਪਾਰਟੀ ਹੈ, ਇਸ ਕਰਕੇ ਉਹਨੂੰ ਧਾਰਮਿਕ ਚੋਣਾਂ ਲੜਨ ਦੀ ਆਗਿਆ ਜਿਹੜੀ ਉਹ ਹੋਣੀ ਚਾਹੀਦੀ ਹੈ, ਤਾਂ HS ਫੂਲਕਾ ਵੱਲੋਂ ਸਭ ਤੋਂ ਜ਼ਿਆਦਾ ਆਵਾਜ਼ ਇਹਦੇ ਵਿਰੁੱਧ ਉਠਾਈ ਗਈ ਕਿ ਤੁਸੀਂ ਗਲਤ ਕਰ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਇੱਧਰ ਧਾਰਮਿਕ ਪਾਰਟੀ ਕਹਿੰਦਾ, ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਸੈਕੂਲਰ ਪਾਰਟੀ ਕਹਿੰਦਾ ਵੀ ਅਸੀਂ ਦੋਵੇਂ ਚੋਣਾਂ ਜਿਹੜੀਆਂ ਲੜਦੇ ਰਹੀਏ। ਤੇ ਇਸ ਕਰਕੇ ਉਹਦੇ ਬਾਅਦ ਹੁਣ ਦਿੱਲੀ ਸਰਕਾਰ ਨੇ ਆਪਣਾ ਪੈਂਤਰਾ ਜਿਹੜਾ ਬਦਲਿਆ ਗਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਗੇਂਸਟ ਹਲਫਨਾਮਾ ਜਿਹੜਾ ਅਦਾਲਤ ਵਿੱਚ ਦਾਇਰ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਢੀਂਡਸਾ ਧੜਾ ਵੀ ਇਹੀ ਮੰਗ ਜਿਹੜਾ ਕਰਦਾ ਆ ਰਿਹਾ ਲਗਾਤਾਰ ਹੁਣ, ਤੇ ਸਰਨੇ ਭਰਾਵਾਂ ਵੱਲੋਂ ਵੀ ਇਹੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਕਿ ਜਦੋਂ ਸਾਡੀਆਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਉਹ ਸਿਆਸੀ ਚੋਣਾਂ ਨਹੀਂ ਲੜਦੀਆਂ ਸੀ, ਸਿਰਫ ਧਾਰਮਿਕ ਚੋਣਾਂ ਲੜਦੀਆਂ, ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਅਧਿਕਾਰ ਕਿਉਂ ਆ ਜਿਹੜਾ ਕਿ ਅਗੇਂਸਟ ਹੈ ਕਿ ਸਿਆਸੀ ਤੇ ਧਾਰਮਿਕ ਚੋਣਾਂ ਲੜਨੀਆਂ। ਇਸ ਕਰਕੇ ਹੁਣ ਸਾਰੀਆਂ ਧਿਰਾਂ ਜਿਹੜੀਆਂ ਇਕਜੁੱਟ ਨੇ ਇਸ ਮੁੱਦੇ ਤੇ। ਹਾਂ ਬਿਲਕੁਲ ਜੀ, ਆਪਾਂ ਗੱਲਬਾਤ ਕਰਦੇ ਹਾਂ ਜੀ। ਨਵਜੋਤ ਸਿੱਧੂ ਜਲਦੀ ਸਰਕਾਰ ਦਾ ਹਿੱਸਾ ਬਣ ਸਕਦੇ ਜੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਜਿਹੜਾ ਗਰਮ ਰਹਿੰਦਾ ਹੈਗਾ। ਭਲਕੇ ਦੀ ਮੀਟਿੰਗ ਜਿਹੜੀ ਹੋਈ, ਉਸ ਮੀਟਿੰਗ 'ਚ ਕੀ ਗੱਲਬਾਤ ਹੋਈ ਕੀ ਨਹੀਂ ਹੋਈ, ਸਿੱਧੂ ਸਾਹਿਬ ਨੂੰ ਕੈਪਟਨ ਸਾਹਿਬ ਦੀ ਚਾਹ ਚੰਗੀ ਲੱਗੀ ਜਾਂ ਨਹੀਂ ਲੱਗੀ, ਇਹਨੂੰ ਲੈ ਕੇ ਰਹੱਸ ਜਿਹੜਾ ਉਹ ਬਰਕਰਾਰ ਸੀਗਾ, ਕਿਉਂਕਿ ਦੋਵੇਂ ਲੀਡਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੀਡੀਆ ਦੇ ਨਾਲ ਗੱਲਬਾਤ ਕੀਤੀ, ਜਿੱਥੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹਰ ਕੋਈ ਚਾਹੁੰਦਾ ਕਿ ਉਹ ਸਾਡੀ ਟੀਮ ਦਾ ਹਿੱਸਾ ਹੋਵੇ, ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਸਾਡੀ ਟੀਮ ਦਾ ਹਿੱਸਾ ਹੋਵੇ, ਯਾਨੀ ਕਿ ਸਰਕਾਰ ਦਾ ਹਿੱਸਾ ਹੋਵੇ, ਕਿਉਂਕਿ ਕਾਂਗਰਸ ਦੇ MLA ਤਾਂ ਉਹ ਹੈਗੇ ਹੀ ਨੇ। ਤੇ ਇਸ ਕਰਕੇ ਸਰਕਾਰ 'ਚ ਵਾਪਸੀ ਨੂੰ ਲੈ ਕੇ ਉਹ ਕਹਿੰਦੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੋਚਣ ਲਈ ਟਾਈਮ ਚਾਹੀਦਾ, ਉਹ ਅਸੀਂ ਦੇਤਾ ਤੇ ਅਸੀਂ ਚਾਹੁੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਸਾਡਾ ਹਿੱਸਾ ਜਿਹੜਾ ਉਹ ਬਣਨ। ਤਾਂ ਇੱਥੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਟਵੀਟ ਕੀਤਾ, ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਮੈਂ ਆਪਣੇ ਲਈ ਮੰਗਿਆ ਸੀ ਤੇ ਨਾ ਮੈਂ ਹੋਰ ਮੰਗੂਗਾ, ਯਾਨੀ ਕਿ ਉਹ ਲੱਗਦਾ ਕਿ ਕੈਪਟਨ ਸਾਹਿਬ ਦੀ ਜਿਹੜੀ ਕੈਬਨਿਟ ਵਾਪਸੀ ਦੀ ਆਫਰ ਹੈਗੀ ਉਹਦੇ ਤੋਂ ਜ਼ਿਆਦਾ ਖੁਸ਼ ਨਹੀਂ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਜੇ ਕੈਬਨਿਟ 'ਚ ਵਾਪਸੀ ਕਰਦੇ ਨੇ ਤਾਂ ਉਹਨਾਂ ਦੇ ਲਈ ਸਿਆਸੀ ਤੌਰ ਤੇ ਇਹ ਗਿਰਾਵਟ ਵਾਲਾ ਫੈਸਲਾ ਹੋਊਗਾ, ਕਿਉਂਕਿ ਫਿਰ ਉਹਨਾਂ ਦਾ ਸਿੱਧਾ ਮੈਸੇਜ ਲੋਕਾਂ 'ਚ ਇਹੀ ਜਾਣਾ ਕਿ ਸਿੱਧੂ ਸਾਹਿਬ ਦਾ ਰੌਲਾ ਕੁਰਸੀ ਦਾ ਸੀਗਾ ਤੇ ਉਹ ਕੁਰਸੀ ਜਿਹੜੀ ਸੀ ਉਸੇ ਡਿਪਾਰਟਮੈਂਟ ਦੀ ਕੁਰਸੀ ਭਾਲਦੇ ਸੀ ਤੇ ਉਹਨਾਂ ਨੂੰ ਉਸ ਡਿਪਾਰਟਮੈਂਟ ਦੀ ਕੁਰਸੀ ਮਿਲ ਗਈ, ਇਸ ਕਰਕੇ ਉਹ ਕੈਪਟਨ ਸਾਹਿਬ ਦੇ ਨਾਲ ਆ ਕੇ ਬੈਠ ਗਏ ਨੇ। ਪਰ ਜੇ ਸਿੱਧੂ ਸਾਹਿਬ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲਾ ਸਟੈਂਡ ਬਰਕਰਾਰ ਰੱਖਦੇ ਨੇ ਤਾਂ ਕੋਈ ਧਮਾਕਾ ਕਾਂਗਰਸ ਪਾਰਟੀ 'ਚ ਹੋ ਸਕਦਾ। ਪਰ ਹਾਲ ਦੀ ਘੜੀ ਕੈਪਟਨ ਸਾਹਿਬ ਨੇ ਗ੍ਰੀਨ ਸਿਗਨਲ ਜਿਹੜਾ ਦਿਖਾਇਆਗਾ, ਡਿਪਾਰਟਮੈਂਟ ਪੁਰਾਣਾ ਦਿੰਦੇ ਆ ਜਾਂ ਨਹੀਂ ਦਿੰਦੇ, ਕਿਉਂਕਿ ਕੁਝ ਚਰਚਾਵਾਂ ਇਹ ਹੈ ਕਿ ਸ਼ਾਇਦ ਬਿਜਲੀ ਵਿਭਾਗ ਦੇ ਨਾਲ ਖੇਤੀਬਾੜੀ ਮਹਿਕਮਾ ਸਿੱਧੂ ਸਾਹਿਬ ਨੂੰ ਦਿੱਤਾ ਜਾ ਸਕਦਾ, ਪਰ ਸਿੱਧੂ ਸਾਹਿਬ ਪੁਰਾਣਾ ਡਿਪਾਰਟਮੈਂਟ ਉਸੇ ਸਨਮਾਨ ਨਾਲ ਭਾਲਦੇ ਆ ਜਿਸ ਸਨਮਾਨ ਨਾਲ ਉਹਨਾਂ ਤੋਂ ਵਾਪਸ ਲਿਆ ਗਿਆ ਸੀ, ਜਿਹੜੇ ਆਰੋਪ ਉਹਨਾਂ ਤੇ ਲਾ ਕੇ ਕਿ ਉਹਨਾਂ ਦੇ ਕਰਕੇ ਕਾਂਗਰਸ ਜਿਹੜੀ ਬਠਿੰਡਾ ਸੀਟ ਹਾਰੀ ਹੈਗੀ, ਕਿਉਂਕਿ ਉਹਨਾਂ ਨੇ ਗਲਤ ਬਿਆਨਬਾਜ਼ੀ ਸਟੇਜ ਤੋਂ ਕੀਤੀ ਹੈਗੀ। ਤੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਕੈਪਟਨ ਸਾਹਿਬ ਖੁਦ ਉਹ ਡਿਪਾਰਟਮੈਂਟ ਮੈਨੂੰ ਸੰਭਾਉਣ। ਪਰ ਹੁਣ ਜਿਹੜਾ ਜਿਸ ਹਿਸਾਬ ਨਾਲ ਸਰਕਾਰ ਦਾ ਟਾਈਮ ਘੱਟ ਰਹਿ ਗਿਆ, 4 ਸਾਲ ਤੋਂ ਉੱਪਰ ਦਾ ਸਮਾਂ ਤਾਂ ਲੰਘ ਗਿਆਗਾ, ਤੇ ਇਸ ਕਰਕੇ ਸਿੱਧੂ ਸਾਹਿਬ ਕੈਬਨਿਟ ਤੋਂ ਵਾਪਸੀ ਸ਼ਾਇਦ ਨਹੀਂ ਚਾਹੁੰਦੇ, ਤਾਂ ਹੀ ਉਹਨਾਂ ਨੇ ਕਿਹਾ ਕਿ ਨਾ ਮੈਂ ਉਹਦਾ ਮੰਗਿਆ ਸੀ ਆਪਣੇ ਲਈ ਤੇ ਨਾ ਮੈਂ ਅੱਗੇ ਮੰਗਣਾਗਾ। ਪਰ ਕੈਪਟਨ ਸਾਹਿਬ ਕਹਿੰਦੇ ਨੇ ਕਿ ਸਿੱਧੂ ਸਾਹਿਬ ਸੋਚ ਰਹੇ ਨੇ ਉਹ ਸਾਡੀ ਟੀਮ ਦਾ ਹਿੱਸਾ ਜਿਹੜਾ ਉਹ ਦੁਬਾਰਾ ਬਣਨਗੇ, ਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਸਾਰੀਆਂ ਹੀ ਪਾਰਟੀਆਂ ਚਾਹੁੰਦੀਆਂ ਕਿ ਸਿੱਧੂ ਸਾਹਿਬ ਸਾਡੀ ਟੀਮ ਦਾ ਹਿੱਸਾ ਜਿਹੜਾ ਹੋਣ। ਜੀ
ਬਿਲਕੁਲ ਜੀ, ਆਪਾਂ ਚੱਲਦੇ ਹਾਂ ਪਹਿਲੀ ਕਾਲ ਤੇ, ਇਸ ਤੋਂ ਬਾਅਦ ਅਗਲੀਆਂ ਖਬਰਾਂ ਲੈਂਦੇ ਹਾਂ। ਹਾਂਜੀ 0190 ਬਿਲਗਾ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ ਹਰਸ਼ਦੀਪ ਸਤਿ ਸ਼੍ਰੀ ਅਕਾਲ ਜੀ। ਜੀ ਹਾਂ ਹਾਂਜੀ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਤੁਸੀਂ ਕਿਹਾ ਕੀਤੀ। ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਆਪਣਾ ਜਿਹੜਾ ਚੋਣ ਮੈਨੀਫੈਸਟੋ ਦੇ 85% ਵਾਅਦੇ ਪੂਰੇ ਕਰਤੇ ਨੇ। ਇਹ ਗੱਲ 'ਚ ਕਿੰਨਾ ਕੀ ਵਜਨ ਹੈ? ਜਿਹੜੀ ਬੇਅਦਬੀ ਦੇ ਕੇਸ, ਜਿਹੜੇ ਦੋਸ਼ੀ ਸੀ ਅੱਜ ਬੇਅਦਬੀ ਦੇ, ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ। ਜਿਹੜਾ ਨਸ਼ੇ ਨੂੰ ਖਤਮ ਕਰਨ ਦੀ ਗੱਲ, ਉਹ ਨਸ਼ਾ ਖਤਮ ਹੋ ਗਿਆ। ਕੈਪਟਨ ਸਾਹਿਬ ਨੇ ਬਿਲਕੁਲ ਮੋਦੀ ਸਾਹਿਬ ਦੇ ਸਟਾਈਲ 'ਚ ਗੱਲ ਅੱਜ ਕਰਤੀ, ਜਿੱਦਾਂ ਬੀਜੇਪੀ ਨੇ ਕਿਹਾ ਸੀ 15 ਲੱਖ ਦੇਣਾ, ਤੇ ਬਾਅਦ ਉਹਨੇ ਕਹਿੰਦੇ ਜੁਮਲਾ ਪਾਇਆ। ਤੇ ਇਸੇ ਹਿਸਾਬ ਨਾਲ ਕੈਪਟਨ ਸਾਹਿਬ ਨੇ ਅੱਜ ਕਹਿ ਦਿੱਤਾ ਵੀ ਮੈਂ ਤਾਂ ਨਸ਼ਾ ਖਤਮ ਕਰਨ ਦੀ ਗੱਲ ਥੋੜ੍ਹਾ ਕੀਤੀ ਸੀ, ਮੈਂ ਤਾਂ ਕਹੀ ਨਸ਼ੇ ਦਾ ਲੱਕ ਤੋੜਨਾ। ਜਦਕਿ ਲੱਕ ਤੋੜਤਾ। ਤੁਸੀਂ ਜਾਣਦੇ ਹੋ ਹਰਜੀ, ਪਿਛਲੇ ਸਾਲ ਜਦੋਂ ਹੋਏ ਨੇ ਜਿਹੜੇ ਇਲੀਗਲ ਲੀਕਰ ਕਾਂਡ ਹੋਇਆ, ਜੇ ਚ ਅਵੈਧ ਸ਼ਰਾਬ ਦਾ ਚੱਲਿਆ, ਕਿੰਨੇ ਲੋਕੀ 100 ਤੋਂ ਉੱਪਰ ਵੱਧ ਲੋਕਾਂ ਦੀ ਡੈਥ ਹੋਈ ਹੈ। ਫਿਰ ਕਿੰਨੀ ਜਗ੍ਹਾ ਛਾਪੇ ਮਾਰੇ ਗਏ, ਕਿੰਨੀ ਅਵੈਧ ਇਲੀਗਲ ਫੜੀ ਗਈ ਲੀਕਰ, ਤੇ ਉਹਦੇ ਉੱਤੇ ਸਾਰਾ ਪਤਾ ਲੱਗਦਾ। ਫਿਰ ਇਹਨਾਂ ਦੇ ਆਪਣੇ ਮਿਨਿਸਟਰ ਔਰ ਅਫਸਰ ਵੀ ਭਿੜੇ ਨੇ ਉੱਥੇ, ਜਦੋਂ ਐਕਸਾਈਜ਼ ਦੀ ਪਾਲਿਸੀ, ਰੈਵਨਿਊ ਦੀ ਪਾਲਿਸੀ ਬਣਾਉਣੀ ਸੀ, ਉੱਥੇ ਵੀ ਇਹਨਾਂ ਦੀ ਆਪਸ ਦੇ ਵਿੱਚ ਕੋਈ ਖਟਪਟ, ਤੇ ਕਿੱਥੇ ਨਸ਼ੇ ਖਤਮ ਹੋਏ ਤੇ ਕਿੱਥੇ ਨਸ਼ੇ ਦੀ ਲੱਕ ਤੋੜਤੀ ਗਈ ਹੈ। ਤੇ ਜਿਹੜੇ ਬੇਰੁਜ਼ਗਾਰਾਂ ਨੂੰ ਕਹਿੰਦੇ ਜੀ ਘਰ ਘਰ ਨੌਕਰੀ ਦੇਵਾਂਗੇ, ਉਹ ਦੇਤਾ 2500 ਰੁਪਏ ਦਾ ਜਿਹੜਾ ਦੇਣਾ ਸੀ ਸਟਾਈਪੈਂਡ, ਉਹ ਮਿਲ ਗਿਆ। ਤੇ ਕਹਿ ਰਹੇ ਨੇ 85% ਹੋ ਗਏ ਨੇ। ਇਸ ਬਾਰੇ ਜ਼ਰੂਰ ਦੱਸਣਾ ਵੀ ਇਹ ਕੈਪਟਨ ਸਾਹਿਬ ਦੀ ਕਥਨੀ ਔਰ ਕਰਨੀ ਚ ਕਿੰਨਾ ਫਰਕ ਹੈ। ਥੈਂਕ ਯੂ। ਹਾਂ ਬਿਲਕੁਲ ਜੀ, ਵਾਕਿਆ ਜਿਹੜਾ ਲੇਖਾ ਜੋਖੇ ਤੇ ਝਾਤ ਪਾਇਓ ਜੀ ਹਰਸ਼ਦੀਪ। ਇੱਕ ਹੋਰ ਇੱਕ ਗੱਲ ਹੋਰ ਰਹਿ ਗਈ, ਇਹ ਗੱਲ ਹਾਂਜੀ, ਇਹ ਕੈਪਟਨ ਸਾਹਿਬ ਨੂੰ ਹੋਰ ਕੋਈ ਮੁੱਦਾ ਮਿਲਦਾ ਨਹੀਂ, ਨਾ ਕੋਈ ਪੰਜਾਬ ਚੋਂ ਕੋਈ ਗੱਲਬਾਤ ਹੈ, ਔਰ ਬਾਰ-ਬਾਰ ਗੱਲ ਉਠਾਉਂਦੇ ਨੇ ਖਾਲਿਸਤਾਨ ਦੀ। ਦੱਸੋ ਜੀ ਇੱਥੇ ਉੱਥੇ ਕੋਈ ਇਸ਼ੂ ਹੈ ਪੰਜਾਬ ਦੇ ਵਿੱਚ ਇਸ ਟਾਈਮ? ਕੋਈ ਨਹੀਂ ਹੈ। ਕਹਿੰਦੇ ਜੀ ਖਾਲਿਸਤਾਨੀਆਂ ਕੋਲੋਂ ਅਸੀਂ ਸ਼ਾਂਤੀ ਪੰਜਾਬ ਦੀ ਨਹੀਂ ਭੰਗ ਹੋਣ ਦੇਵਾਂਗੇ, ਏਦਾਂ ਦੇ ਅਸੀਂ ਪੂਰੇ ਪ੍ਰਬੰਧ ਕਰਾਂਗੇ। ਦੱਸੋ ਉੱਥੇ ਕੋਈ ਏਦਾਂ ਦਾ ਇਸ਼ੂ ਹੀ ਨਹੀਂ, ਇਹ ਬਿਨਾਂ ਵਜ੍ਹਾ ਦੇ ਇਸ ਗੱਲ ਨੂੰ ਕਿਉਂ ਚੁੱਕਦੇ ਨੇ? ਇਸ ਬਾਰੇ ਵੀ ਜ਼ਰੂਰ ਦੱਸਣਾ ਜੀ। ਥੈਂਕ ਯੂ। ਧੰਨਵਾਦ ਜੀ ਹਰਸ਼ਦੀਪ। ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਆਪਣੀ ਸਰਕਾਰ ਦੇ 4 ਸਾਲ ਦਾ ਲੇਖਾ ਜੋਖਾ ਜਿਹੜਾ ਦਿੱਤਾ ਗਿਆ, ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਖਰੀ ਉਤਰੀ ਹੈ ਲੋਕਾਂ ਦੀਆਂ ਉਮੀਦਾਂ ਤੇ, ਅਸੀਂ ਜੋ ਕਿਹਾ ਸੀਗਾ ਉਹਦੇ ਤੇ ਜਿਹੜੇ ਅਸੀਂ ਪੂਰੇ ਉਤਰਿਆਂਗੇ। ਤਾਂ ਸਭ ਤੋਂ ਵੱਡਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਦਾ ਸੀ ਕਿਸਾਨੀ ਕਰਜ਼ਾ ਮਾਫੀ ਦਾ, ਜਿਹਦੇ 'ਚ ਉਹਨਾਂ ਨੇ ਕਾਫੀ ਵਿਦ ਕੈਪਟਨ ਕੀਤਾ ਸ਼ੋਅ ਜਗ੍ਹਾ ਜਗ੍ਹਾ ਤੇ ਲੋਕਾਂ 'ਚ ਜਾ ਕੇ, ਤੇ ਇਹ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ, ਬੇਸ਼ੱਕ ਸਰਕਾਰੀ ਬੈਂਕਾਂ ਦਾ ਕਰਜ਼ਾ ਹੈ, ਆੜ੍ਹਤੀਆਂ ਦਾ, ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਹੈ, ਉਹ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਮਾਫ ਕਰਾਂਗੇ। ਤਾਂ ਉਹ ਵਾਅਦਾ ਜਿਹੜਾ ਸੀਗਾ ਉਹ ਪੂਰਨ ਕਰਜ਼ੀ ਮਾਫੀ ਦਾ ਸੀ, ਜਿਹਦੇ 'ਚ ਕਿ ਕਰਜ਼ਾ 1 ਲੱਖ ਕਰੋੜ ਦੇ ਕਰੀਬ ਬਣਦਾ ਹੈ ਕਿਸਾਨਾਂ ਦਾ। ਤਾਂ ਉਹ 'ਚੋਂ ਸਰਕਾਰ ਨੇ 4600 ਕਰੋੜ ਦਾ ਕਰਜ਼ਾ ਮਾਫ ਕੀਤਾ ਗਾ, ਤੇ 500-700 ਕਰੋੜ ਦਾ ਹੁਣ ਕਰ ਦੇਣਗੇ। ਕੁੱਲ ਮਿਲਾ ਕੇ ਉਹ 10,000 ਕਰੋੜ ਦਾ ਕਿਹਾ ਸੀ, ਤੇ 10,000 ਕਰੋੜ ਦਾ ਵੀ ਸਰਕਾਰ ਜਿਹੜਾ ਕਰਜ਼ਾ ਹੈ ਉਹ ਮਾਫ ਨਹੀਂ ਕਰ ਸਕੀ। ਤਾਂ ਇਹ ਤਾਂ ਹੋ ਗਿਆ ਪਹਿਲਾ ਵਾਅਦਾ। ਨੰਬਰ 2 ਤੇ ਸੀ ਘਰ ਘਰ ਨੌਕਰੀ ਵਾਲਾ ਵਾਅਦਾ। ਤਾਂ ਉਹਦੇ ਲਈ ਕਾਫੀ ਰੁਜ਼ਗਾਰ ਮੇਲੇ ਜਿਹੜੇ ਲਾਏ ਗਏ, ਤਾਂ ਉਹ ਰੁਜ਼ਗਾਰ ਮੇਲਿਆਂ ਦੇ ਵਿੱਚ ਨੌਜਵਾਨਾਂ ਦੀਆਂ ਪ੍ਰਤੀਕਿਰਿਆਵਾਂ ਤੁਸੀਂ ਸੁਣਦੇ ਰਹੇ ਹੋਵੋਗੇ ਕਿ ਕੈਸੀਆਂ ਜੌਬਾਂ ਆਫਰ ਕੀਤੀਆਂ ਗਈਆਂ ਤੇ ਕਿਹੋ ਜਿਹੇ ਪੇ ਸਕੇਲ ਜਿਹੜੇ ਆਫਰ ਕੀਤੇ ਗਏ, ਤੇ ਸਰਕਾਰੀ ਨੌਕਰੀਆਂ ਦੀਆਂ ਪੋਸਟਾਂ ਵਿਹਲੀਆਂ ਨੇ, ਉਹਨਾਂ ਨੂੰ ਨਹੀਂ ਭਰਿਆ ਜਾ ਰਿਹਾ। ਤੇ ਇਸ ਕਰਕੇ ਘਰ ਘਰ ਨੌਕਰੀ ਜਿਹੜੀ ਹੈ ਉਹ 5-5 7-7 ਘਰ ਛੱਡ ਕੇ ਵੀ ਜਿਹੜੀ ਉਹ ਨਹੀਂ ਮਿਲੀ ਘਰ ਘਰ ਦੀ ਥਾਂ ਤੇ। ਇਸ ਕਰਕੇ ਉਹ ਵਾਅਦਾ ਵੀ ਜਿਹੜਾ ਕਹਿਣੀ ਤੇ ਕਰਨੀ ਦਾ ਕਿੰਨਾ ਕੁ ਪੱਕਾ ਹੈ ਉਹ ਵੀ ਸਭ ਨੂੰ ਪਤਾ ਹੈ। ਨਾਲੋਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕੇ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ 4 ਹਫ਼ਤਿਆਂ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਕਿ ਮੈਂ ਨਸ਼ਾ ਖਤਮ ਕਰਨ ਦਾ ਤਾਂ ਵਾਅਦਾ ਨਹੀਂ ਕੀਤਾ ਸੀ, ਕਿਉਂਕਿ ਨਸ਼ਾ ਇੰਟਰਨੈਸ਼ਨਲ ਪ੍ਰੋਬਲਮ ਹੈ, ਪੂਰੀ ਦੁਨੀਆ ਦੇ ਵਿੱਚ ਹੈ, ਖਤਮ ਨਹੀਂ ਹੋ ਸਕਦਾ, ਪਰ ਮੈਂ ਲੱਕ ਤੋੜਨ ਦੀ ਗੱਲ ਕੀਤੀ ਸੀ। ਲੱਕ ਸਾਡੀ ਸਰਕਾਰ ਨੇ ਜਿਹੜਾ ਉਹ ਤੋੜ ਦਿੱਤਾ ਹੈ, ਪਰ ਇਹਦੇ 'ਚ ਵੀ ਹਕੀਕਤ ਨਹੀਂ ਹੈ। ਨਸ਼ਿਆਂ ਦੇ ਨਾਲ ਅੱਜ ਵੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਜੇ ਸਰਕਾਰ ਨੇ ਸਖਤੀ ਕੀਤੀ ਤਾਂ ਨਸ਼ੇ ਦੀ ਸਪਲਾਈ ਲਾਈਨ ਨਹੀਂ ਟੁੱਟੀ। ਨਸ਼ਾ ਮਹਿੰਗਾ ਜਿਹੜਾ ਉਹ ਜ਼ਰੂਰ ਹੋਇਆ ਪੰਜਾਬ ਦੇ ਵਿੱਚ। ਨਾਲੋਂ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਸੈਂਕੜੇ ਮੌਤਾਂ ਹੋਈਆਂ। ਉਹਦੇ ਬਾਅਦ ਸਰਕਾਰ ਨੇ ਕਾਨੂੰਨ ਬਣਾਤਾ ਕਿ ਫਾਂਸੀ ਦੀ ਸਜ਼ਾ ਹੋਊਗੀ, ਜੇ ਉਹਨੂੰ ਮੌਤ ਦੀ ਸਜ਼ਾ ਹੋਊਗੀ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਕੰਮ ਕਰੂ। ਪਰ ਸਵਾਲ ਇਹ ਹੈ ਕਿ ਕਾਨੂੰਨ ਬਣਾਉਣ ਦੀ ਥਾਂ ਤੇ ਜੇ ਪੁਰਾਣੇ ਕਾਨੂੰਨ ਦੇ ਨਾਲ ਹੀ ਕਾਨੂੰਨ ਸਰਕਾਰ ਸਖਤੀ ਇੰਨੀ ਕਰਦੇ ਕਿ ਜ਼ਹਿਰੀਲੀ ਤੇ ਨਜਾਇਜ਼ ਸ਼ਰਾਬ ਵਿਕੇ ਹੀ ਨਾ, ਤਾਂ ਉਹ ਜਿਹੜਾ ਸੀਗਾ ਵਾਅਦਾ ਤਾਂ ਉਸ ਹਿਸਾਬ ਨਾਲ ਪੂਰਾ ਹੋ ਸਕਦਾ ਸੀ, ਪਰ ਉਹ ਵਾਅਦਾ ਵੀ ਪੂਰਾ ਨਹੀਂ ਹੋਇਆ। ਕਿਉਂਕਿ ਸ਼ਰਾਬ ਦੇ ਕਾਰੋਬਾਰ 'ਚ ਸਿਆਸੀ ਸ਼ਹਿ ਜਿਹੜੀ ਹੈ ਉਹ ਸਭ ਤੋਂ ਇੰਪੋਰਟੈਂਟ ਹੈਗੀ, ਉਹ ਕਿਸੇ ਤੋਂ ਲੁਕੀ ਛੁਪੀ ਜਿਹੜੀ ਹੈ ਉਹ ਨਹੀਂ ਹੈਗੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਈਬਲ ਕਲਾਂ ਗੋਲੀकांड ਦਾ ਜਦੋਂ ਮਾਮਲਾ ਗਾ, ਤਾਂ ਉਹਦੇ 'ਚ ਸਿੱਟ ਵੱਲੋਂ ਜਿਹੜੀ ਹੈ ਉਹ ਆਪਣੀ ਚਲਾਨ ਜਿਹੜਾ ਅਦਾਲਤ 'ਚ ਪੇਸ਼ ਕੀਤਾ ਜਾਣਾਗਾ। ਫਾਈਨਲ ਜਾਂਚ ਉਹਨਾਂ ਨੇ ਕੰਪਲੀਟ ਕਰ ਲਈ ਹੈ। 8-9 ਚਲਾਨ ਜਿਹੜੇ ਉਹ ਪੇਸ਼ ਕਰ ਦਿੱਤੇ ਗਏ ਨੇ। ਤਾਂ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਸਿਆਸਤਦਾਨ ਦੇ ਵਿਰੁੱਧ ਚਲਾਨ ਪੇਸ਼ ਕੀਤਾ ਜਾਂਦਾ ਹੈ ਜਾਂ ਕਿਸੇ ਵੱਡੇ ਪੁਲਿਸ ਅਧਿਕਾਰੀ ਦੇ ਵਿਰੁੱਧ ਚਲਾਨ ਪੇਸ਼ ਕੀਤਾ ਜਾਂਦਾ ਤਾਂ ਅਸੀਂ ਦਖਲ ਅੰਦਾਜ਼ੀ ਜਿਹੜੀ ਉਹ ਨਹੀਂ ਕਰਾਂਗੇ।
ਪਰ ਨਾਲੋਂ ਨਾਲ ਉਹਨਾਂ ਨੇ ਇਹ ਕਿਹਾ ਕਿ ਸੀਬੀਆਈ ਦੇ ਕਰਕੇ ਇਹ ਮਾਮਲਾ ਜਿਹੜਾ ਲਟਕਿਆ ਗਿਆ, ਕਿਉਂਕਿ ਸੀਬੀਆਈ ਨੇ ਪੰਜਾਬ ਪੁਲਿਸ ਨੂੰ ਫਾਈਲਾਂ ਜਿਹੜੀਆਂ ਉਹ ਨਹੀਂ ਮੁਹੱਈਆ ਕਰਵਾਈਆਂ, ਨਹੀਂ ਵਾਪਸ ਦਿੱਤੀਆਂ, ਉਹਦੇ ਲਈ ਲੰਮੀ ਅਦਾਲਤੀ ਲੜਾਈ ਜਿਹੜੀ ਲੜਨੀ ਪਈ। ਇਸ ਕਰਕੇ ਉਹ ਇਨਸਾਫ ਦਾ ਮੁੱਦਾ ਵੀ ਹਲੇ ਹਵਾ ਦੇ ਵਿੱਚ ਲਟਕਦਾ ਹੈਗਾ। ਇਸ ਕਰਕੇ ਜਿਹੜੇ ਵੱਡੇ ਵਾਅਦੇ ਸੀਗੇ ਉਹ ਹਵਾ 'ਚ ਲਟਕਦੇ ਨੇ। ਇਸ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਇਆ ਵਜ਼ੀਫਾ ਦੇਣ ਦੀ ਜਿਹੜੀ ਗੱਲ ਸੀਗੀ, ਮੁਆਵਜ਼ਾ ਉਹਨਾਂ ਨੂੰ ਜਿਹੜਾ ਦਿੱਤਾ ਜਾਣਾ ਸੀ, ਬੇਰੁਜ਼ਗਾਰੀ ਭੱਤਾ ਜਾਂ ਕਹਿ ਲਓ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਸੀਗਾ, ਉਹ ਵੀ ਜਿਹੜਾ ਧਰਾਤਲ ਤੇ ਹਕੀਕੀ ਜਾਮਾ ਪਹਿਨ ਦਾ ਨਹੀਂ ਦਿਖਿਆ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਜੇ ਆਪਾਂ ਹਕੀਕਤ ਦੇ ਤਰਾਜ਼ੂ 'ਚ ਤੋਲ ਕੇ ਦੇਖੀਏ ਤਾਂ ਪੰਜਾਬ ਸਰਕਾਰ ਜਿਹੜੀ ਆ ਉਹ ਵਾਅਦੇ ਪੂਰੇ ਕਰਨ ਤੋਂ ਕਾਫੀ ਦੂਰ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੁੜ ਤੋਂ ਜਿਹੜਾ ਹੈ ਪਾਕਿਸਤਾਨ ਤੇ ਖਾਲਿਸਤਾਨ ਦੀ ਗੱਲ ਕੀਤੀ ਗਈ ਹੈ ਕਿ ਪੰਜਾਬ ਦੀ ਸੁਰੱਖਿਆ ਦੇ ਨਾਲ ਖਿਲਵਾੜ ਜਿਹੜਾ ਹੈ ਉਹ ਨਹੀਂ ਕਿਸੇ ਨੂੰ ਕਰਨ ਦਿੱਤਾ ਜਾਊਗਾ। ਠੀਕ ਹੈ, ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਪੰਜਾਬ ਪੁਲਿਸ ਆ ਕਿ ਪੰਜਾਬ ਦੇ ਵਿੱਚ, ਪਰ ਇਹ ਜਿਹੜੇ ਬਿਆਨ ਨੇ ਇਹ ਸ਼ਾਇਦ ਦੇਸ਼ ਦੇ ਗ੍ਰਹਿ ਮੰਤਰੀ ਦੇਣ ਤਾਂ ਬੈਟਰ ਹੁੰਦਾਗਾ। ਕੈਪਟਨ ਸਾਹਿਬ ਦੇ ਪੰਜਾਬ ਦੇ ਸੂਬੇ ਦੇ ਹਿੱਤਾਂ ਦੀ ਗੱਲ ਕਰਨ ਤਾਂ ਬਿਹਤਰ ਹੈ, ਤੇ ਇਹ ਬਿਆਨ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਦਿੱਤੇ ਜਾਣ ਤਾਂ ਉਹ ਬੈਟਰ ਹੁੰਦਾਗਾ, ਕਿਉਂਕਿ ਇਹ ਸੈਂਟਰ ਗਵਰਨਮੈਂਟ ਦਾ ਅਧਿਕਾਰ ਖੇਤਰ ਹੈਗਾ। ਸੈਕੰਡ ਲਾਈਨ ਆਫ ਡਿਫੈਂਸ ਜ਼ਰੂਰ ਪੰਜਾਬ ਪੁਲਿਸ ਆ, ਉਹਨਾਂ ਨੇ ਵੀ ਨਿਗਰਾਨੀ ਕਰਨੀ ਹੈਗੀ, ਪਰ ਪੰਜਾਬ 'ਚ ਕੋਈ ਐਡੀ ਵੱਡੀ ਗੱਲਬਾਤ ਦਿਖਾਈ ਨਹੀਂ ਦਿੰਦੀ। ਬੇਸ਼ੱਕ ਸਰਹੱਦ ਪਾਰ ਤੋਂ ਡਰੋਨ ਆਏ, ਉਹਨਾਂ ਦੀ ਚਰਚਾ ਚੱਲੀ, ਪੰਜਾਬ ਪੁਲਿਸ ਨੇ ਉਸ 'ਚ ਕਾਮਯਾਬੀ ਵੀ ਹਾਸਲ ਕੀਤੀ, ਪਰ ਲਗਾਤਾਰ ਇਸ ਮੁੱਦੇ ਤੇ ਜ਼ਿਆਦਾ ਜਿਹੜਾ ਹੈ ਧਿਆਨ ਕੇਂਦਰਿਤ ਕੀਤਾ ਜਾਂਦਾ। ਇਸ ਕਰਕੇ ਕਈ ਵਾਰ ਟਿੱਪਣੀਆਂ ਵੀ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਕਿ ਕੈਪਟਨ ਸਾਹਿਬ ਪੰਜਾਬ ਦੇ ਮਸਲਿਆਂ ਨੂੰ ਧੁੰਦਲਾ ਕਰਨ ਦੇ ਲਈ ਜਿਹੜਾ ਹੈ ਨੈਸ਼ਨਲ ਮਸਲਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਬਿਲਕੁਲ ਵਾਕਿਆ ਗੱਲ ਸਹੀ ਆ। ਆਪਾਂ ਚੱਲਦੇ ਜੀ ਅਗਲੀ ਖਬਰ। ਤਾਂ ਪੰਜਾਬ ਤੋਂ ਹੀ ਹੋਵੇਗਾ ਮੁੱਖ ਮੰਤਰੀ ਉਹਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਕਿਹਾ, ਪਰ ਇਹ ਨਹੀਂ ਕਿਹਾ ਵੀ ਮੈਂ ਹੋਊਗਾ ਜੀ। ਦੇਖੋ ਜੀ, ਇਹ ਚਰਚਾ ਜਿਹੜੀ ਹੈ ਜ਼ੋਰਾਂ ਤੇ ਹੈ, ਇਹਦੇ 'ਚ ਹਕੀਕਤ ਵੀ ਹੈ ਵੀ ਭਗਵੰਤ ਮਾਨ ਸਾਹਿਬ ਐਮਐਲਏ ਦੀ ਚੋਣ ਤਾਂ ਲੜਨਗੇ ਉਹ ਕਿਸੇ ਵੀ ਹਲਕੇ ਤੋਂ ਲੜਦੇ ਆ, ਪਰ ਇਸ ਵਾਰ ਉਹ ਇੰਨਾ ਜ਼ਰੂਰ ਹੈ ਕਿ ਕਿਸੇ ਸੇਫ ਹਲਕੇ ਤੋਂ ਚੋਣ ਲੜਨਗੇ। ਉਹ ਕਿਸੇ ਜਿੱਦਾਂ ਪਿਛਲੀ ਵਾਰ ਜਲਾਲਾਬਾਦ ਤੋਂ ਲੜੀ ਸੀਗੀ ਤਾਂ ਉਸ ਹਿਸਾਬ ਦਾ ਪੰਗਾ ਮੈਨੂੰ ਲੱਗਦਾ ਨਹੀਂ ਲੈਣਗੇ। ਜੇ ਐਮਐਲਏ ਦੀ ਚੋਣ ਲੜਨਗੇ ਤਾਂ ਸੇਫ ਸੀਟ ਦੇਖ ਕੇ ਜਿਹੜੀ ਹੈ ਚੋਣ ਲੜਨਗੇ। ਬੇਸ਼ੱਕ ਭਗਵੰਤ ਮਾਨ ਨੇ ਇਹ ਕਿਹਾ ਕਿ ਇਸ ਵਾਰ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਅਸੀਂ ਐਲਾਨਾਂਗੇ ਵੀ, ਅਰਵਿੰਦ ਕੇਜਰੀਵਾਲ ਦੇ ਚਿਹਰੇ ਤੇ ਚੋਣਾਂ ਨਹੀਂ ਲੜਾਂਗੇ ਜਿਸ ਤਰ੍ਹਾਂ ਪਿਛਲੀ ਵਾਰ ਲੜੀਆਂ ਸੀ। ਇਸ ਵਾਰ ਮੁੱਖ ਮੰਤਰੀ ਦਾ ਕੈਂਡੀਡੇਟ ਜਿਹੜਾ ਉਹ ਐਲਾਨਿਆ ਜਾਊਗਾ, ਮੁੱਖ ਮੰਤਰੀ ਦਾ ਕੈਂਡੀਡੇਟ ਐਲਾਨ ਕੇ ਹੀ ਜਿਹੜੀ ਹੈ ਚੋਣ ਲੜੀ ਜਾਊਗੀ, ਤੇ ਮੁੱਖ ਮੰਤਰੀ ਦਾ ਕੈਂਡੀਡੇਟ ਹੋਵੇਗਾ ਵੀ ਪੰਜਾਬ ਤੋਂ, ਪਰ ਕੌਣ ਹੋਵੇਗਾ ਇਹ ਸਮਾਂ ਆਉਣ ਤੇ ਦੱਸਿਆ ਜਾਊਗਾ। ਕਿਉਂਕਿ ਮੁੱਖ ਮੰਤਰੀ ਦੇ ਕੈਂਡੀਡੇਟ ਨੂੰ ਲੈ ਕੇ ਜੇ ਉੱਭਰੇ ਹੋਏ ਚਿਹਰਿਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ, ਤਾਂ ਫਿਲਹਾਲ ਸਭ ਤੋਂ ਜ਼ਿਆਦਾ ਉੱਭਰਿਆ ਹੋਇਆ ਚਿਹਰਾ ਭਗਵੰਤ ਮਾਨ ਹੀ ਹੈ। ਭਗਵੰਤ ਮਾਨ ਤੋਂ ਬਿਨਾਂ ਕੋਈ ਕੱਦਾਵਰ ਲੀਡਰ ਆਮ ਆਦਮੀ ਪਾਰਟੀ 'ਚ ਉਸ ਕੱਦ ਦਾ, ਉਸ ਕਿਰਦਾਰ ਦਾ ਜਿਹੜਾ ਉਹ ਨਹੀਂ ਹੈਗਾ। ਤੇ ਕੋਈ ਬਾਹਰੋਂ ਆ ਕੇ ਮੁੱਖ ਮੰਤਰੀ ਕੈਂਡੀਡੇਟ ਬਣ ਜਾਏ ਉਹਨੂੰ ਲੈ ਕੇ ਹਲੇ ਕਾਫੀ ਕਿਸਮ ਦੀਆਂ ਕਿਆਸਰਾਈਆਂ ਤੇ ਹਾਲਾਤ ਜਿਹੜੇ ਉਹ ਬਦਲਨੇ ਨੇ, ਕਿਉਂਕਿ ਹਲੇ ਲੜਾਈ ਜਿਹੜੀ ਕੁਰਸੀ ਦੀ ਉਹ ਚੱਲ ਰਹੀ ਹੈ। ਜਿੱਧਰ ਨੂੰ ਸਾਰੇ ਝਾਕ ਰਹੇ ਨੇ ਕਿ ਉਧਰ ਕੁਰਸੀ ਮਿਲਦੀ ਹੈ ਸੇਫ, ਤਾਂ ਉਧਰ ਹੀ ਰਹਿਣਗੇ, ਨਹੀਂ ਸ਼ਾਇਦ ਇੱਧਰ ਨੂੰ ਵੀ ਜਿਹੜੇ ਉਹ ਆ ਸਕਦੇ ਨੇ। ਤੇ ਇਸ ਕਰਕੇ ਉੱਭਰਿਆ ਹੋਇਆ ਚਿਹਰਾ ਭਗਵੰਤ ਮਾਨ ਹੀ ਹੈ। ਜੇ ਪੰਜਾਬ ਤੋਂ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਤਾਂ ਉਹ ਚਿਹਰਾ ਉੱਭਰਿਆ ਹੋਇਆ ਹੋਣਾ ਚਾਹੀਦਾ, ਲੋਕਾਂ 'ਚ ਜਾਣਿਆ ਪਛਾਣਿਆ ਹੋਣਾ ਚਾਹੀਦਾ, ਤਾਂ ਉਹ ਚਿਹਰਾ ਭਗਵੰਤ ਮਾਨ ਹੀ ਹੈ। ਤੇ ਇਸ ਕਰਕੇ ਬੇਸ਼ੱਕ ਉਹਨਾਂ ਨੇ ਨਾਮ ਫਿਲਹਾਲ ਨਹੀਂ ਦੱਸਿਆ, ਪਰ ਜੇ ਕੋਈ ਸਿਆਸੀ ਟੁੱਟ ਭੱਜ ਨਹੀਂ ਹੁੰਦੀ ਕਿਸੇ ਦੂਜੀ ਪਾਰਟੀ ਦੇ ਵਿੱਚੋਂ ਤਾਂ ਫਿਰ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੀ ਹੋਣਗੇ ਮੈਨੂੰ ਲੱਗਦਾ, ਕਿਉਂਕਿ ਦਿੱਲੀ ਵਾਲਾ ਤਾਂ ਲੋਕਾਂ ਨੇ ਐਕਸੈਪਟ ਨਹੀਂ ਕਰਨਾ। ਪਹਿਲਾਂ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ ਆਮ ਆਦਮੀ ਪਾਰਟੀ ਲਈ ਵੱਡਾ ਧੱਕਾ ਜਿਹੜਾ ਉਹ ਸਾਬਤ ਹੋਇਆ ਸੀ ਪੰਜਾਬ ਦੇ ਵਿੱਚ। ਇਸ ਕਰਕੇ ਇਸ ਵਾਰ ਉਹ ਕਹਿੰਦੇ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਹੀ ਲੜਾਂਗੇ, ਪਰ ਇਹ ਗੱਲ ਤੈਅ ਹੈ ਕਿ ਭਗਵੰਤ ਮਾਨ ਸਾਹਿਬ ਬੇਸ਼ੱਕ ਐਮਪੀ ਨੇ, ਪੰਜਾਬ ਦੇ ਪ੍ਰਧਾਨ ਵੀ ਨੇ, ਪਰ ਉਹ ਐਮਐਲਏ ਦੀ ਚੋਣ ਜਿਹੜੀ ਉਹ ਲਾਜ਼ਮੀ ਤੌਰ ਤੇ ਲੜਨਗੇ, ਤੇ ਲੜਨਗੇ ਵੀ ਸੇਫ ਸੀਟ ਤੋਂ। ਜੀ, ਕਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਸੁਖਪਾਲ ਖਹਿਰਾ ਵਿਰੁੱਧ ਈਡੀ ਨੇ ਸ਼ਿਕਾਇਤ ਦਰਜ ਕਰਵਾਈ। ਦੇਖੋ ਜੀ, ਸੁਖਪਾਲ ਖਹਿਰਾ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਿਹੜੀ ਉਹ ਰੇਡ ਕੀਤੀ ਗਈ। ਉਹ ਰੇਡ ਦੇ ਵਿੱਚ ਡਰੱਗ ਮਾਮਲੇ ਦਾ ਜ਼ਿਕਰ ਜਿਹੜਾ ਉਹਨਾਂ ਦਾ ਹੋਇਆ। ਸੁਖਪਾਲ ਸਿੰਘ ਖਹਿਰਾ ਦਾ ਕੋਈ ਹੱਥ ਹੈ ਜਾਂ ਨਹੀਂ ਹੈ, ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਾਂਚ ਟੀਮ ਦੇ ਵਿੱਚ ਹੋ ਜਾਣਾਗਾ। ਇਸ ਕਰਕੇ ਅਸੀਂ ਕਲੀਨ ਚਿੱਟ ਤਾਂ ਉਹਨਾਂ ਨੂੰ ਨਹੀਂ ਦਿੰਦੇ, ਪਰ ਜਿਸ ਸਟਾਈਲ ਆਫ ਐਕਸ਼ਨ ਦੇ ਵਿੱਚ ਇਹ ਰੇਡ ਮਾਰੀ ਗਈ ਹੈਗੀ, ਜਿਸ ਜਗ੍ਹਾ ਥਾਂ ਤੇ ਰੇਡ ਮਾਰੀ ਗਈ ਹੈ, ਜਿਸ ਹਿਸਾਬ ਦੇ ਨਾਲ ਜਿਨ੍ਹਾਂ ਸਥਿਤੀਆਂ ਦੇ ਵਿੱਚ ਇਹ ਰੇਡ ਮਾਰੀ ਗਈ ਹੈ, ਤੇ ਇਸ ਕਰਕੇ ਸ਼ੰਕੇ ਜ਼ਰੂਰ ਪ੍ਰਗਟ ਹੁੰਦੇ ਨੇ ਕਿ ਜਿਹੜਾ ਵੀ ਲੀਡਰ ਬੋਲਦਾਗਾ, ਜਿਹੜਾ ਵੀ ਲੀਡਰ ਆਵਾਜ਼ ਬੁਲੰਦ ਕਰਦਾਗਾ, ਉਹਦੇ ਵਿਰੁੱਧ ਰੇਡਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਤੇ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ ਵੀ ਹੋਈ ਹੈਗੀ ਰੇਡ, ਤੇ 9 ਟਿਕਾਣਿਆਂ ਤੇ ਹੋਈ ਹੈ। ਤੇ ਉਹ 9 ਟਿਕਾਣੇ ਕਿਹੜੇ ਨੇ, ਉਹਨਾਂ ਦੇ ਜਵਾਈ ਨੂੰ ਘਰ ਛੱਡ ਕੇ ਉਹ ਖਹਿਰਾ ਸਾਹਿਬ ਦੇ ਬਿਜ਼ਨਸ ਨੇ ਜਾਂ ਕੀ ਨੇ, ਇਹ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਸਾਹਮਣੇ ਆਊਗਾ। ਪਰ ਸੁਖਪਾਲ ਸਿੰਘ ਖਹਿਰਾ ਦੇ ਘਰ ਜਦੋਂ ਈਡੀ ਨੇ ਰੇਡ ਮਾਰੀ ਤਾਂ ਉਹਨਾਂ ਦਾ ਪਰਸਨਲ ਸਿਕਿਉਰਿਟੀ ਆਫੀਸਰ ਜਿਹੜਾ ਹੈ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ ਉਹਦੇ ਬਾਅਦ। ਤਾਂ ਇੱਥੇ ਸੁਖਪਾਲ ਸਿੰਘ ਖਹਿਰਾ ਨੇ ਇਤਰਾਜ਼ ਪ੍ਰਗਟਾਇਆ ਸੀ ਕਿ ਜਿਹੜੀ ਈਡੀ ਦੀ ਟੀਮ ਹੈਗੀ
ਉਹਨਾਂ ਚੋਂ ਕੋਈ ਨਾ ਕੋਈ ਵਿਅਕਤੀ ਜਿਹੜਾ ਹੈਗਾ ਉਹ ਕਰੋਨਾ ਪ੍ਰਭਾਵਿਤ ਹੋਣਾਗਾ। ਉਹਨਾਂ ਨੇ ਕਰੋਨਾ ਨਿਯਮਾਂ ਦੀ ਵਰਤੋਂ ਜਿਹੜੀ ਉਹ ਨਹੀਂ ਕੀਤੀ, ਇਸ ਕਰਕੇ ਮੇਰਾ PSO ਜਿਹੜਾ ਹੈ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆਗਾ। ਇਸ ਕਰਕੇ ਈਡੀ ਵੱਲੋਂ ਕਰੋਨਾ ਨਿਯਮਾਂ ਦੀ ਜਿਹੜੀ ਪਾਲਣਾ ਉਹ ਨਹੀਂ ਕੀਤੀ ਗਈ। ਪਰ ਇਹਦੇ ਬਾਅਦ ਹੁਣ ਈਡੀ ਵੱਲੋਂ ਜਿਹੜੀ ਹੈ ਉਹ ਕਪੂਰਥਲਾ ਦੇ SSP ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ PSO ਆ ਉਹਦੀ ਪਤਨੀ ਜਿਹੜੀ ਆ ਉਹ 6 ਮਾਰਚ ਦੀ ਕਰੋਨਾ ਪੋਜ਼ਿਟਿਵ ਸੀ, ਤੇ ਇਸ ਕਰਕੇ ਉਹ ਕਰੋਨਾ ਪੋਜ਼ਿਟਿਵ ਸੀਗੀ। ਇਹਦੇ ਇਲਾਵਾ ਇਸ ਤੋਂ ਬਿਨਾਂ ਵੀ PSO ਜਿਹੜਾ ਡਿਊਟੀ ਤੇ ਤੈਨਾਤ ਸੀ, ਇਸ ਕਰਕੇ ਕਰੋਨਾ ਨਿਯਮਾਂ ਦੀ ਪਾਲਣਾ ਜਿਹੜੀ ਉਹ ਸੁਖਪਾਲ ਸਿੰਘ ਖਹਿਰਾ ਵੱਲੋਂ ਨਹੀਂ ਕੀਤੀ ਗਈ। ਉਹਨਾਂ ਨੇ ਇਹ ਜਾਣਕਾਰੀ ਵੀ ਜਿਹੜੀ ਹੈ ਈਡੀ ਦੀ ਟੀਮ ਤੋਂ ਛੁਪਾ ਕੇ ਰੱਖੀ। ਇਸ ਕਰਕੇ SSP ਸਾਹਿਬ ਜਿਹੜੇ ਨੇ ਉਹ ਸਖਤ ਐਕਸ਼ਨ ਲੈਣ। ਇਸ ਕਰਕੇ ਹੁਣ ਕਰੋਨਾ ਦੇ ਮਾਮਲੇ ਨੂੰ ਲੈ ਕੇ ਵੀ ਇੱਕ ਸ਼ਿਕਾਇਤ ਜਿਹੜੀ ਹੈ ਸੁਖਪਾਲ ਸਿੰਘ ਖਹਿਰਾ ਵਿਰੁੱਧ ਕਪੂਰਥਲਾ ਹੋਈ ਹੈ, ਪਰ PSO ਦੀ ਪਤਨੀ ਕਰੋਨਾ ਪੋਜ਼ਿਟਿਵ ਹੈ। ਸ਼ਾਇਦ ਇਹਦੀ ਜਾਣਕਾਰੀ ਸੁਖਪਾਲ ਸਿੰਘ ਖਹਿਰਾ ਨੂੰ ਵੀ ਨਾ ਹੋਵੇ, ਕਿਉਂਕਿ ਉਹ ਪਹਿਲਾਂ ਇਹ ਦਾਅਵਾ ਕਰ ਰਹੇ ਸੀ ਕਿ ਈਡੀ ਦੀ ਟੀਮ ਤੋਂ ਮੇਰੇ PSO ਨੂੰ ਕਰੋਨਾ ਹੋਇਆਗਾ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਵੀ ਆਪਣਾ ਪੱਖ ਜਿਹੜਾ ਰੱਖਣਗੇ, ਪਰ ਈਡੀ ਵੱਲੋਂ ਸ਼ਿਕਾਇਤ ਜਿਹੜੀ ਉਹ ਦਰਜ ਕਰਵਾ ਦਿੱਤੀ ਗਈ ਹੈ। ਅਰਸ਼ਦੀਪ, ਜਦੋਂ ਦਾ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਬਣਿਆ, ਹੁਣ ਫਿਰ ਬੜੇ ਵਿਵਾਦਾਂ ਦੇ ਵਿੱਚ ਆ। ਅਦਾਲਤ ਦੇ ਵਿੱਚ ਵੀ ਮਾਮਲਾ ਪਹੁੰਚਿਆ ਜੀ ਵੀ ਇਹਨੂੰ ਇਨਲੀਗਲ ਜਿਹੜੀਆਂ ਇੰਨੀਆਂ ਪਾਵਰਾਂ ਦਿੱਤੀਆਂ ਗਈਆਂ, ਪਰ ਕੋਰਟ ਨੇ ਜਿਹੜਾ ਫੈਸਲਾ ਉਹ ਸਰਕਾਰ ਦੇ ਹੱਕ 'ਚ ਸੁਣਾਇਆ ਜੀ। ਦੇਖੋ ਜੀ, ਪ੍ਰਸ਼ਾਂਤ ਕਿਸ਼ੋਰ 2017 ਦੇ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਕੈਂਪੇਨ ਜਿਹੜੀ ਉਹ ਸੰਭਾਲ ਰਿਹਾ ਸੀ, ਤੇ ਜਿਹੜੇ ਵਾਅਦੇ ਉਸ ਸਮੇਂ ਕੀਤੇ ਗਏ ਤਾਂ ਉਹਨਾਂ ਵਾਅਦਿਆਂ ਦੇ ਵਿੱਚੋਂ ਵੀ ਇਹੀ ਇਲਜ਼ਾਮ ਲੱਗੇ ਕਿ ਪ੍ਰਸ਼ਾਂਤ ਕਿਸ਼ੋਰ ਦੇ ਵਾਅਦੇ ਸੀ, ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਨਹੀਂ ਸੀ। ਤਾਂ ਹੁਣ ਜਦੋਂ ਉਹਨਾਂ ਨੂੰ ਦੁਬਾਰਾ ਪ੍ਰਮੁੱਖ ਸਲਾਹਕਾਰ ਲਾਇਆ ਗਿਆ ਕੈਪਟਨ ਸਾਹਿਬ ਵੱਲੋਂ, ਤਾਂ ਵਿਰੋਧੀਆਂ ਨੇ ਇਹੀ ਕਿਹਾ ਕਿ ਜਿਹੜਾ ਬਜਟ ਪੇਸ਼ ਕੀਤਾ ਗਿਆ ਇਹ ਬਜਟ ਵੀ ਪ੍ਰਸ਼ਾਂਤ ਕਿਸ਼ੋਰ ਦਾ ਬਜਟ ਹੈਗਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਜਟ ਨਹੀਂ ਹੈ। ਨਾਲੋਂ ਨਾਲ ਇਹ ਵੀ ਸਵਾਲ ਉੱਠੇ ਕਿ ਕੀ ਸਲਾਹਕਾਰ ਕੈਪਟਨ ਸਾਹਿਬ ਨੂੰ ਪੰਜਾਬ ਤੋਂ ਨਹੀਂ ਮਿਲਦਾ ਕਿ ਉਹ ਬਿਹਾਰ ਤੋਂ ਸਲਾਹਕਾਰ ਲੈ ਕੇ ਆਏ ਨੇ ਦੁਬਾਰਾ ਤੋਂ 2022 ਦੀਆਂ ਚੋਣਾਂ ਦੇ ਲਈ। ਤਾਂ ਇਸ ਮਾਮਲੇ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਹੈ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ, ਜਿੱਥੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਕੇਸ ਜਿਹੜਾ ਲੜਿਆ ਗਿਆ, ਤਾਂ ਉਹ ਪੁਖਤਾ ਸਬੂਤ ਜਿਹੜੇ ਲਾਭ ਦੇ ਅਹੁਦੇ ਨੂੰ ਲੈ ਕੇ ਪਟੀਸ਼ਨ ਕਰਤਾ ਜਿਹੜੇ ਉਹ ਸਾਬਤ ਨਹੀਂ ਕਰ ਸਕੇ, ਤੇ ਇਸ ਕਰਕੇ ਹਾਈ ਕੋਰਟ ਵੱਲੋਂ ਜਿਹੜੀ ਪਟੀਸ਼ਨ ਹੈਗੀ ਉਹ ਰੱਦ ਕਰ ਦਿੱਤੀ ਗਈ ਹੈ। ਬੇਸ਼ੱਕ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ, ਪਰ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਤੋਂ ਬਾਅਦ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਹਲਚਲ ਵੀ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸੁਰ ਸਿੱਧੂ ਸਾਹਿਬ ਪ੍ਰਤੀ ਨਰਮ ਨੇ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੂੰ ਦਿੱਲੀ ਦੇ ਰਸਤਿਓਂ ਕਾਂਗਰਸ 'ਚ ਮਾਫ ਕਰਨਾ, ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਦੇ ਰਸਤਿਓਂ ਕਾਂਗਰਸ 'ਚ ਲਿਆਉਣ ਵਾਲੇ ਵੀ ਪ੍ਰਸ਼ਾਂਤ ਕਿਸ਼ੋਰ ਸੀ। ਪ੍ਰਸ਼ਾਂਤ ਕਿਸ਼ੋਰ ਦਾ ਅਹਿਮ ਯੋਗਦਾਨ ਸੀ, ਤੇ ਇਸ ਕਰਕੇ ਵਿਰੋਧੀ ਵਿਰੋਧ ਕਰ ਰਹੇ ਨੇ, ਪਰ ਪ੍ਰਸ਼ਾਂਤ ਕਿਸ਼ੋਰ ਦਾ ਚਿਹਰਾ ਜਿਹੜਾ ਹੈਗਾ ਉਹ ਕੈਪਟਨ ਸਾਹਿਬ ਲਈ ਨੁਕਸਾਨਦੇਹ ਸਾਬਤ ਹੋਊਗਾ, ਕਿਉਂਕਿ ਜਿਹੜੇ ਵਾਅਦੇ ਪਿਛਲੀ ਵਾਰੀ ਕੀਤੇ ਗਏ ਸੀ ਉਹ ਵਾਅਦੇ ਬੇਸ਼ੱਕ ਕੈਪਟਨ ਸਾਹਿਬ ਕਹਿਣ ਕਿ ਪੂਰੇ ਕਰ ਦਿੱਤੇ ਗਏ ਨੇ ਸਾਰੇ ਦੇ ਸਾਰੇ, ਪਰ ਜਿਹੜੀ ਲੋਕਾਂ 'ਚ ਆਵਾਜ਼ ਆ ਜਾਂ ਵਿਰੋਧੀ ਧਿਰਾਂ 'ਚ ਆਵਾਜ਼ ਆ ਉਹ ਇਹੀ ਹੈ ਕਿ ਵਾਅਦੇ ਧਰਾਤਲ ਪੱਧਰ ਤੇ ਪੂਰੇ ਨਹੀਂ ਹੋਏ, ਤੇ ਦੁਬਾਰਾ ਤੋਂ ਬਾਅਦ ਜੇ ਪ੍ਰਸ਼ਾਂਤ ਕਿਸ਼ੋਰ ਕਰਨਗੇ ਤਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਪ੍ਰਸ਼ਾਂਤ ਕਿਸ਼ੋਰ ਦਾ ਨੁਕਸਾਨ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਸਕਦਾ ਜ਼ਰੂਰ। ਅਦਾਲਤ 'ਚ ਬੇਸ਼ੱਕ ਪਟੀਸ਼ਨ ਖਾਰਜ ਹੋ ਗਈ ਹੈ, ਪਰ ਜਦੋਂ ਚੋਣਾਂ ਦੇ ਵਿੱਚ ਉਤਰਿਆ ਜਾਊਗਾ ਉਸ ਸਮੇਂ ਪ੍ਰਸ਼ਾਂਤ ਕਿਸ਼ੋਰ ਜਿਹੜੇ ਇਸ ਵਾਰ ਫਾਇਦੇਮੰਦ ਦੀ ਨੁਕਸਾਨਦੇਹ ਸਾਬਤ ਹੋ ਸਕਦੇ ਆ ਕੈਪਟਨ ਸਾਹਿਬ ਲਈ। ਹਾਂ ਬਿਲਕੁਲ ਜੀ, ਪ੍ਰਸ਼ਾਂਤ ਕਿਸ਼ੋਰ ਹੀ ਟਰਾਈ ਕਰ ਰਿਹਾ ਜੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਇਕੱਠੇ ਹੋ ਜਾਣ ਕਿਸੇ ਨਾ ਕਿਸੇ ਢੰਗ ਦੇ ਨਾਲ। ਤੇ ਆਪਾਂ ਗੱਲਬਾਤ ਕਰਦੇ ਹਾਂ ਜੀ, ਜਿਹੜੇ ਕਿਸਾਨ ਲੀਡਰ ਗਏ ਹੋਏ ਆ ਇਸ ਟਾਈਮ ਪੱਛਮੀ ਬੰਗਾਲ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਵੀ ਕਿੱਦਾਂ ਦਾ ਸਹਿਯੋਗ ਮਿਲ ਰਿਹਾ? ਤੇ ਇਸ ਟਾਈਮ ਜਿਹੜੀਆਂ ਮੇਨ ਖਬਰਾਂ ਆ ਰਹੀਆਂ ਜੀ, ਕਹਿੰਦੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੇ ਉੱਤੇ ਬੜੀ ਭਾਰੂ ਪੈ ਰਹੀ ਹੈ ਜੀ। ਜਿੰਨੇ ਕੋ ਇਹਦੇ ਉਲਟ ਬਿਆਨ ਦਿੰਦੇ ਸੀਗੇ, ਹੁਣ ਉਹ ਉੱਥੇ ਜਿਹੜਾ ਮੇਨ ਮੁੱਦਾ ਖੜਾ ਹੋ ਗਿਆ ਜੀ, ਕਹਿੰਦੇ ਬੰਗਾਲੀਆਂ ਦਾ ਤੇ ਇਹਨਾਂ ਦਾ BJP ਵਾਲਿਆਂ ਦਾ ਖੜਾ ਹੋ ਗਿਆ। ਤਾਂ ਬੰਗਾਲੀ ਤੁਹਾਨੂੰ ਪਤਾ ਆਪਣੀ ਅਣਖ ਤੇ ਇੱਜ਼ਤ ਦੀ ਖਾਤਰ ਕੁਝ ਵੀ ਕਰ ਸਕਦੇ। ਦੇਖੋ ਜੀ, ਮਮਤਾ ਬੈਨਰਜੀ ਦੀ ਜਿਹੜੀ ਚੋਣ ਕੰਪੇਨ ਆ ਉਹ ਵੀ ਪ੍ਰਸ਼ਾਂਤ ਕਿਸ਼ੋਰ ਹੀ ਸੰਭਾਲ ਰਿਹਾ, ਕਿਉਂਕਿ ਉਹ ਚੋਣ ਰਣਨੀਤੀਕਾਰ ਹੈ। ਤਾਂ ਉਹ ਚੋਣ ਪ੍ਰਧਾਨ ਮੰਤਰੀ ਮੋਦੀ ਦੀ ਵੀ ਸੰਭਾਲ ਚੁੱਕੇ ਨੇ ਤੇ ਬਾਕੀ ਧਿਰਾਂ ਦੀ ਵੀ ਸੰਭਾਲਦੇ ਰਹਿੰਦੇ ਨੇ ਸਮੇਂ-ਸਮੇਂ ਤੇ। ਇਸ ਕਰਕੇ ਬੰਗਾਲੀ ਵਰਸਸ ਬਾਹਰੀ ਵਾਲਾ ਜਿਹੜਾ ਸਲੋਗਨ ਹੈਗਾ ਇਹ ਪ੍ਰਸ਼ਾਂਤ ਕਿਸ਼ੋਰ ਦਾ ਹੀ ਦਿੱਤਾ ਹੋਇਆ ਸਲੋਗਨ ਹੈਗਾ, ਕਿਉਂਕਿ ਉਹਨਾਂ ਨੇ ਬਿਹਾਰੀ ਵਰਸਸ ਬਾਹਰੀ ਵੀ ਦਿੱਤਾ ਸੀ ਬਿਹਾਰ ਦੇ ਵਿੱਚ। ਤੇ ਇਸ ਕਰਕੇ ਪਰ ਜੇ ਮਮਤਾ ਬੈਨਰਜੀ ਦੀ ਲੋਕਪ੍ਰਿਯਤਾ ਦੀ ਆਪਾਂ ਗੱਲ ਕਰੀਏ ਤਾਂ ਲੋਕਪ੍ਰਿਯਤਾ ਉਹਨਾਂ ਦੀ ਜਿਹੜੀ ਹੈ ਉਹ ਭਾਜਪਾ ਤੋਂ ਕਿਤੇ ਉੱਪਰ ਹੈ, ਕਿਉਂਕਿ ਭਾਜਪਾ ਚੀਫ ਮਿਨਿਸਟਰ ਕੈਂਡੀਡੇਟ ਉੱਥੇ ਨਹੀਂ ਅਨਾਉਂਸ ਕਰ ਸਕੀ ਆਪਣਾ। ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਦੇ ਉੱਪਰ ਹੀ ਜਿਹੜਾ ਹੈ ਪ੍ਰਚਾਰ ਕੀਤਾ ਜਾ ਰਿਹਾ, ਉਹਨਾਂ ਦੇ ਨਾਮ ਦੇ ਉੱਪਰ ਹੀ ਜਿਹੜੀ ਹੈ ਚੋਣ ਲੜੀ ਜਾ ਰਹੀ ਹੈ, ਕਿਉਂਕਿ ਮਮਤਾ ਬੈਨਰਜੀ ਦੇ ਕੱਦ ਦਾ ਲੀਡਰ ਕੋਈ ਬੰਗਾਲ ਦੇ ਵਿੱਚ ਨਹੀਂ ਹੈ। ਤੇ ਇਸ ਕਰਕੇ ਜੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਬਰਾਬਰ ਆਪਣਾ ਚਿਹਰਾ ਦੇ ਕੇ ਚੋਣ ਲੜ ਰਹੇ ਨੇ ਤਾਂ ਇਹਦਾ ਮਤਲਬ ਮਮਤਾ ਬੈਨਰਜੀ ਲੀਡਰ ਜਿਹੜੀ ਹੈ ਉਹ ਬਹੁਤ ਵੱਡੀ ਹੈ, ਲੋਕਾਂ ਦੇ ਵਿੱਚ ਲੋਕਪ੍ਰਿਯ ਹੈ। ਤਾਂ ਜਿਹੜੀ ਉਹਨਾਂ ਦੇ ਸੱਟ ਲੱਗੀ ਆ, ਉਹ ਸੱਟ ਲੱਗਣ ਤੋਂ ਬਾਅਦ ਜਦੋਂ ਉਹਨਾਂ ਦੇ ਲਗਾਤਾਰ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਕਿ ਭਾਜਪਾ ਵੱਲੋਂ ਉਹਨਾਂ ਨੂੰ ਘਰੇ ਬਿਠਾਉਣ ਦੇ ਲਈ
ਇਹ ਸਾਰਾ ਕੁਝ ਕੀਤਾ ਗਿਆ ਕਿ ਉਹ ਘਰੇ ਬੈਠ ਜਾਣ, ਪ੍ਰਚਾਰ ਨਾ ਕਰ ਸਕਣ, ਪਰ ਉਹ ਪ੍ਰਚਾਰ ਜਿਹੜਾ ਲਗਾਤਾਰ ਕਰਨਗੇ ਤਾਂ ਉਹਦੇ ਨਾਲ ਲੋਕਾਂ ਦੀ ਹਮਦਰਦੀ ਜਿਹੜੀ ਇੱਕ ਵਾਰ ਮੁੜ ਤੋਂ ਮਮਤਾ ਬੈਨਰਜੀ ਦੇ ਨਾਲ ਜੁੜੀ ਹੈ। ਕਿਉਂਕਿ ਓਪੀਨੀਅਨ ਪੋਲਸ ਦੇ ਵਿੱਚ ਉਹ ਪਹਿਲਾਂ ਵੀ ਬੀਜੇਪੀ ਤੋਂ ਬਹੁਤ ਉੱਪਰ ਸੀ, ਸਰਕਾਰ ਪੂਰਨ ਮੈਜੋਰਟੀ ਦੇ ਵਿੱਚ ਬਣਾ ਰਹੀ ਸੀ, ਪਰ ਹੁਣ ਜਦੋਂ ਇਹ ਹਾਦਸਾ ਹੋਇਆ ਉਹਦੇ ਬਾਅਦ ਹਮਦਰਦੀ ਬਟੋਰਨ ਦੇ ਵਿੱਚ ਵੀ ਮਮਤਾ ਬੈਨਰਜੀ ਜਿਹੜੀ ਹੈ ਉਹ ਕਾਮਯਾਬ ਹਾਸਲ ਕੀਤੀ ਹੈ। ਉਹਨਾਂ ਨੇ ਕਾਮਯਾਬੀ ਤੇ ਉਹਨਾਂ ਨੂੰ ਮਿਲਦੀ ਰਹੀ ਹੈ। ਨਾਲੋਂ ਨਾਲ ਜਿਹੜੇ ਕਿਸਾਨ ਨੇ, ਕਿਸਾਨਾਂ ਵੱਲੋਂ ਜਿਹੜਾ ਉੱਥੇ ਪ੍ਰਚਾਰ ਕੀਤਾ ਜਾ ਰਿਹਾ ਹੈਗਾ, ਰੈਲੀਆਂ ਕੀਤੀਆਂ ਗਈਆਂ, ਰੋਡ ਸ਼ੋਅ ਕੀਤੇ ਗਏ, ਤੇ ਹੁਣ ਉੱਥੋਂ ਦੀ ਲੋਕਲ ਲੀਡਰਸ਼ਿਪ ਜਿਹੜੀ ਹੈ ਉਹ ਹਰ ਹਲਕਿਆਂ ਦੇ ਵਿੱਚ ਜਾ ਰਹੀ ਹੈ, ਧਰਨੇ ਪ੍ਰਦਰਸ਼ਨ ਕਰ ਰਹੀ ਹੈ, ਤਾਂ ਉਹਦੇ ਨਾਲ ਕਿਸਾਨ ਵੋਟ ਬੈਂਕ ਜਿਹੜਾ ਹੈ ਉਹ ਵੀ ਮਮਤਾ ਬੈਨਰਜੀ ਦੇ ਨਾਲ ਪੂਰੀ ਤਰ੍ਹਾਂ ਜੁੜ ਰਿਹਾ। ਕਿਉਂਕਿ ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਨੇ ਕਿਸਾਨੀ ਅੰਦੋਲਨ ਦੇ ਵਿੱਚੋਂ ਲੀਡਰ ਬਣ ਕੇ ਉਹ ਨਿਕਲੀ ਹੈਗੀ। ਜਦੋਂ ਟਾਟਾ ਇੰਡਸਟਰੀ ਨੂੰ ਜਿਹੜੀ ਹੈ ਜ਼ਮੀਨ ਅਲਾਟ ਕੀਤੀ ਗਈ ਸੀ ਨੰਦੀਗ੍ਰਾਮ ਇਲਾਕੇ ਦੀ, ਤਾਂ ਉਹਦੇ ਵਿਰੁੱਧ ਮਮਤਾ ਬੈਨਰਜੀ ਪਹਿਲਾਂ ਵੀ ਲੜਦੀ ਸੀ ਸੜਕਾਂ ਤੇ, ਪਰ ਉਹਦੇ ਵਿਰੁੱਧ ਇੱਕ ਵੱਡਾ ਸੰਘਰਸ਼ ਉਹਨਾਂ ਵੱਲੋਂ ਲੜਿਆ ਗਿਆ ਤੇ ਟਾਟਾ ਜਿਹੜੀ ਹੈ ਆਪਣੀ ਫੈਕਟਰੀ ਉੱਥੇ ਸਥਾਪਿਤ ਨਹੀਂ ਕਰ ਸਕੀ। ਤਾਂ ਇਸ ਕਰਕੇ ਕਿਸਾਨ ਵੋਟ ਜਿਹੜੀ ਹੈ ਉਹ ਹਮਦਰਦੀ ਜਿਹੜੀ ਹੈ ਮਮਤਾ ਬੈਨਰਜੀ ਨੂੰ ਦੁਬਾਰਾ ਕਿਸਾਨਾਂ ਦੇ ਜਾਣ ਦੇ ਨਾਲ ਵੀ ਮਿਲੀ ਹੈ। ਇਸ ਕਰਕੇ ਇਸ ਮੌਕੇ ਜਿਹੜੇ ਰੁਝਾਨ ਚੱਲ ਰਹੇ ਨੇ ਜਾਂ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਮਮਤਾ ਬੈਨਰਜੀ ਦੇ ਫੇਵਰ ਦੇ ਵਿੱਚ ਹੀ ਹੈ। ਉਹ ਪੂਰਨ ਮੈਜੋਰਟੀ ਦੇ ਨਾਲ ਦੁਬਾਰਾ ਤੋਂ ਆਪਣੀ ਸਰਕਾਰ ਜਿਹੜੀ ਹੈ ਉਹ ਬੰਗਾਲ ਦੇ ਵਿੱਚ ਬਣਾਉਣ ਜਾ ਰਹੀ ਹੈ। ਸੀਟਾਂ ਦਾ ਲਾਸ 10-20 ਦਾ ਉਹਨਾਂ ਨੂੰ ਹੋ ਸਕਦਾ ਹੈਗਾ, ਪਰ ਫਿਰ ਵੀ 200 ਦੇ ਅੰਕੜੇ ਦੇ ਨੇੜੇ ਤੇੜੇ ਜਿਹੜਾ ਹੈ ਉਹ ਜ਼ਰੂਰ ਪਹੁੰਚਣਗੇ। ਪੱਛਮੀ ਬੰਗਾਲ ਦੇ ਜਿਹੜੇ ਤਾਜ਼ਾ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ ਭਾਜਪਾ ਵਿਰੋਧੀ ਧਿਰ ਬਣਨ ਵੱਲ ਵੱਧ ਰਹੀ ਹੈ, ਪਰ ਸਰਕਾਰ ਦੇ ਨੇੜੇ ਤੇੜੇ ਨਹੀਂ, ਤੇ ਮਮਤਾ ਬੈਨਰਜੀ ਜਿਹੜੀ ਹੈ ਉਹ ਪੂਰਨ ਮੈਜੋਰਟੀ ਦੇ ਨਾਲ ਆਪਣੀ ਸਰਕਾਰ ਜਿਹੜੀ ਉਹ ਬਣਾ ਰਹੀ ਹੈਗੀ। ਜਿਹੜੀ ਉਹਨਾਂ ਦੇ ਸੱਟ ਲੱਗੀ ਉਹਦੇ ਨਾਲ ਵੀ ਹਮਦਰਦੀ ਬੰਗਾਲੀਆਂ ਦੀ ਉਹਨਾਂ ਦੇ ਨਾਲ ਜੁੜੀ। ਬੰਗਾਲੀ ਵਰਸਸ ਬਾਹਰੀ ਦਾ ਸਲੋਗਨ ਵੀ ਜਿਹੜਾ ਹੈ ਬੰਗਾਲ ਦੇ ਵਿੱਚ ਕੰਮ ਕਰਦਾ ਹੈਗਾ, ਕਿਉਂਕਿ ਬੰਗਾਲੀ ਜਿਹੜੇ ਨੇ ਉਹ ਵੀ ਪੰਜਾਬੀਆਂ ਜਿਹਾ ਅੱਗਾ ਸੁਭਾਅ ਥੋੜਾ ਰੱਖਦੇ ਨੇ, ਤੇ ਇਸ ਕਰਕੇ ਉਹ ਸਲੋਗਨ ਵੀ ਉੱਥੇ ਕੰਮ ਕਰ ਰਿਹਾ ਹੈਗਾ। ਨਾਲੋਂ ਨਾਲ ਕਿਸਾਨਾਂ ਦੀ ਐਂਟਰੀ ਜਿਹੜੀ ਇੱਥੇ ਹੋਈ ਹੈ ਉਹਦੇ ਨਾਲ ਵੀ ਮਮਤਾ ਬੈਨਰਜੀ ਦੀ ਵੋਟ ਬੈਂਕ ਦੇ ਵਿੱਚ ਸੁਧਾਰ ਜਿਹੜਾ ਹੋਣਾ ਉਹ ਲਾਜ਼ਮੀ ਹੈ। ਬਿਲਕੁਲ ਜੀ। ਅਰਸ਼ਦੀਪ ਇੱਦਾਂ ਹੀ ਹੋਲਡ ਰੱਖਿਓ ਜੀ, ਇੱਕ ਸਮਾਂ ਕਮਰਸ਼ੀਅਲ ਬ੍ਰੇਕ ਦਾ, ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਲੋਕਲ ਖਬਰਾਂ ਲੈ ਕੇ ਆਵਾਂਗੇ। ਤੇ ਕੁਝ ਚਿਰ ਬਾਅਦ ਆਪਣੇ ਨਾਲ ਮਨਜਿੰਦਰ ਸਿੰਘ ਸਿਰਸਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਜੀ ਦਿੱਲੀ ਦੇ, ਉਹ ਵੀ ਆਪਣੇ ਨਾਲ ਜੁੜਨਗੇ। ਇੱਦਾਂ ਹੋਲਡ ਰੱਖਿਓ ਜੀ। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾਹਾ ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। कॉल महावीर बाट 9054994314 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 हिल रोड ब्रैम्पटन। कॉल दरबारा सिंह 9054591300 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RPC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ
647-285-9119. जानी 647 285 9119. Parminder Mangat with Mortgage Alliance. Broker license number 10530. ਘਰ ਦੀ ਚਾਰ ਦੀਵਾਰੀ ਸੁਪਨਿਆਂ ਦੀ ਫੁਲਵਾੜੀ ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ। ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁਲੇਵਾਰਡ ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 6478643719 647 864 3719। एड्रेस 350 रदरफोर्ड रोड, साउथ ब्रैम्पटन, यूनिट 223। क्यों भाई सुखी, क्यों हो इन्ने दुखी? डॉक्टर की आखा मेरे पति ਦਾ ਪਰਫਾਰਮੈਂਸ ਹੁਣ ਟੋਟਲੀ ਦੁਖੀ, ਉਹ ਵੀ ਪਰੇਸ਼ਾਨ ਤੇ ਮੈਂ ਵੀ। पर इस विच की शर्माना, बहुत सारे मर्दां दी ये है रेगुलर डुग मतलब प्रॉब्लम। पर हुण गुड न्यूज़, मर्दां दी कमजोरी दे लई हुण डॉक्टर दी जरूरत नहीं। अच्छा, ਉਹ ਕਿਵੇਂ? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते ओ भी जस्ट 4 दिनां विच। फुल परफॉर्मेंस और सच? थैंक यू डॉक्टर बॉब। डुग डुग दौड़ाओ, एनर्जेक्स खाओ। कॉल SPM 1888-732-9935 1888-732-9935। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਸੋਫਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਅਰਸ਼ਦੀਪ, ਤੁਹਾਡਾ ਵੀ ਸਵਾਗਤ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਅਰਸ਼ਦੀਪ, ਇੱਕ ਸਵਾਲ ਖੜਾ ਹੋ ਜਾਂਦਾ, ਜਿੱਦਾਂ ਹੁਣ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਤੇ ਭਾਰਤੀ ਜਨਤਾ ਪਾਰਟੀ ਸਿਰਫ ਪੌਂਡੀਚੇਰੀ ਨੂੰ ਛੱਡ ਕੇ ਬਾਕੀਆਂ ਦੇ ਵਿੱਚ ਇਹਦੇ ਹਾਲਾਤ ਜਿਹੜੇ ਬਹੁਤ ਮਾੜੇ ਆ। ਕਿਸਾਨੀ ਸੰਘਰਸ਼ ਜਿਹੜਾ ਉਹ ਵੀ ਚਰਮ ਸੀਮਾ ਤੇ ਆ। ਕਿਸਾਨ ਲੀਡਰ ਜਿਹੜੇ ਪੂਰੇ ਉਲਟ ਚੱਲੇ ਹੋਏ ਆ ਜੀ BJP ਦੇ, ਉਹਦਾ ਪੂਰਾ ਜਿਹੜਾ ਸਮਰਥਨ ਆ ਦੂਜੀਆਂ ਪਾਰਟੀਆਂ ਨੂੰ, ਜਿਸ ਤਰ੍ਹਾਂ ਮਮਤਾ ਬੈਨਰਜੀ ਆ, ਦੂਜੀਆਂ ਸਟੇਟਾਂ 'ਚ ਵੀ ਉਹਨਾਂ ਲੀਡਰਾਂ ਨੂੰ ਮਿਲ ਰਿਹਾ। ਕੀ ਜੇ BJP ਹਾਰ ਜਾਂਦੀ ਇਹਨਾਂ ਸਟੇਟਾਂ ਦੇ ਵਿੱਚੋਂ, ਤੁਹਾਡੇ ਨਜ਼ਰੀਏ ਅਨੁਸਾਰ ਜਿਹੜਾ ਕਿਸਾਨੀ ਸੰਘਰਸ਼ ਆ ਉਹਦਾ ਕੀ ਬਣੂਗਾ? ਜਾਂ ਤਾਂ
ਨਰਿੰਦਰ ਮੋਦੀ ਨੂੰ ਝੁਕਣਾ ਪਊਗਾ, ਸਰਕਾਰ ਨੂੰ ਝੁਕਣਾ ਪਊਗਾ, ਜਾਂ ਨਰਿੰਦਰ ਮੋਦੀ ਨੂੰ ਸ਼ਾਇਦ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ। ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਰੋਧ ਬਹੁਤ ਸ਼ੁਰੂ ਹੋ ਗਿਆ। ਅੰਦਰੋਂ ਅੰਦਰੀ ਜਿਹੜਾ ਰਾਜਨਾਥ ਆ ਉਹਨੇ ਵੀ 2-3 ਕਮੈਂਟ ਇਦਾਂ ਦੇ ਕੀਤੇ ਆ। ਇੱਕ ਜਿਹੜਾ ਗਵਰਨਰ ਆ ਉਹ ਸਿੱਧਾ ਹੀ ਉਲਟ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ, ਉਹ ਇਹਨਾਂ ਦਾ ਹੀ ਗਵਰਨਰ ਆ। ਤੁਸੀਂ ਕਿਸ ਢੰਗ ਨਾਲ ਦੇਖਦੇ ਹੋ ਵੀ ਇਹ ਮਸਲਾ ਹੱਲ ਹੋ ਜਾਊਗਾ ਜਾਂ ਹੋਰ ਪਚੀਦਾ ਹੋ ਜਾਊਗਾ? ਨਰਿੰਦਰ ਮੋਦੀ ਜ਼ਿਆਦਾ ਅੜ ਜਾਣਗੇ? ਕਿਉਂਕਿ ਭਾਰਤ ਦੇ ਵਿੱਚ ਕਿਹਾ ਤੇ ਇਹ ਜਾਂਦਾ ਵੀ ਗੋਦੀ ਮੀਡੀਆ, ਪਰ ਇਹ ਗੋਦੀ ਮੀਡੀਆ ਨਹੀਂ, ਕਿਉਂਕਿ ਜਿਹੜਾ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਜਿਹਨੇ ਕਾਰਪੋਰੇਟ ਘਰਾਣਿਆਂ ਦੇ ਚੈਨਲ ਆ, ਇਹਦਾ ਮਤਲਬ ਹੈ ਜਿਹੜਾ ਨਰਿੰਦਰ ਮੋਦੀ ਆ ਉਹ ਗੋਦੀ ਯਾਨੀ ਕਿ ਮੀਡੀਆ ਦੇ ਗੋਦ ਦੇ ਵਿੱਚ ਬੈਠਾ ਆ। ਇਹ ਸ਼ਬਦਾਵਲੀ ਸਹੀ ਨਹੀਂ ਗੀ, ਗਲਤ ਆ। ਨਰਿੰਦਰ ਮੋਦੀ ਜਿਹੜਾ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਤੇ ਚੈਨਲਾਂ ਦੀ ਗੋਦ ਦੇ ਵਿੱਚ ਬੈਠਾ, ਇਸ ਕਰਕੇ ਗੋਦੀ ਪ੍ਰਧਾਨ ਮੰਤਰੀ ਕਹਿ ਸਕਦੇ ਆ ਤੇ ਗੋਦੀ ਗ੍ਰਹਿ ਮੰਤਰੀ ਕਹਿ ਸਕਦੇ ਆ, ਪਰ ਗੋਦੀ ਮੀਡੀਆ ਕਹਿਣਾ ਜਿਹੜਾ ਮੇਰੇ ਹਿਸਾਬ ਨਾਲ ਜਾਇਜ਼ ਨਹੀਂਗਾ ਜੀ। ਦੇਖੋ ਜੀ, ਜਿਹੜੀਆਂ 5 ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ, ਉਹਦੇ ਚੋਂ ਤਾਮਿਲਨਾਡੂ ਇੱਕ ਵੱਡੀ ਸਟੇਟ ਹੈ ਜੀ, ਤੇ ਤਾਮਿਲਨਾਡੂ ਦੇ ਕਿਸਾਨ ਜਿਹੜੇ ਨੇ ਉਹ ਅੱਜ ਦੇ ਨਹੀਂ ਬਹੁਤ ਟਾਈਮ ਦੇ ਸੰਘਰਸ਼ ਕਰ ਰਹੇ ਆ ਜੀ। ਉਹਨਾਂ ਵੱਲੋਂ ਪੈਦਲ ਮਾਰਚ ਕੀਤੇ ਗਏ, ਦਿੱਲੀ ਬੈਠ ਕੇ ਪਿਸ਼ਾਬ ਵੀ ਪੀਤਾ ਗਿਆ ਕਿ ਅਸੀਂ ਬਹੁਤ ਜਿਹੜੇ ਔਖੇ ਆ, ਪਰ ਉਹਨਾਂ ਦੀ ਗੱਲ ਉਸ ਸਮੇਂ ਵੀ ਨਹੀਂ ਸੁਣੀ ਗਈ। ਤੇ ਇਸ ਕਰਕੇ ਤਾਮਿਲਨਾਡੂ ਦੇ ਵਿੱਚ ਤਾਂ ਭਾਜਪਾ ਦਾ ਪਹਿਲਾਂ ਵੀ ਜਿਹੜਾ ਸੁਪਨਾ ਉਹ ਸਾਫ਼ ਹੀ ਹੈ। AIADMK ਜਿਹੜੀ ਹੈ ਉਹੀ ਵੱਡੀ ਪਾਰਟੀ ਹੈ ਉੱਥੇ, ਤੇ ਇਸ ਕਰਕੇ ਉੱਥੇ ਵੀ ਜਿਹੜੀ ਸਰਕਾਰ ਆ ਉਹ DMK ਤੇ ਕਾਂਗਰਸ ਦੀ ਜਿਹੜੀ ਇਸ ਵਾਰ ਬਣਨ ਜਾ ਰਹੀ ਹੈ ਕਿ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ, ਰੁਝਾਨ ਜਿਹੜੇ ਉਹ ਸਾਹਮਣੇ ਆ ਰਹੇ ਨੇ। ਇਸ ਤੋਂ ਇਲਾਵਾ ਬੰਗਾਲ ਦੇ ਵਿੱਚ ਪਹਿਲਾਂ ਵੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈਗੀ, ਪਰ ਭਾਜਪਾ ਨੂੰ ਜਿਹੜੀਆਂ ਸੀਟਾਂ ਇਸ ਵਾਰ ਵੱਧ ਜ਼ਰੂਰ ਮਿਲਣੀਆਂ, ਪਰ ਸਰਕਾਰ ਜਿਹੜੀ ਉਹ ਤ੍ਰਿਣਮੂਲ ਕਾਂਗਰਸ ਦੀ ਹੀ opinion poll ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ। ਜੇ ਕੇਰਲਾ ਦੀ ਗੱਲ ਕਰੀਏ ਤਾਂ ਕੇਰਲਾ ਦੇ ਵਿੱਚ ਪਹਿਲਾਂ ਵੀ ਭਾਜਪਾ ਦਾ ਜਿਹੜਾ ਹੈ ਉਹ ਬੁਰਾ ਹਾਲ ਹੀ ਹੈ, ਤਾਂ ਉੱਥੇ ਲੈਫਟ ਦੀ ਸਰਕਾਰ ਸੀ ਜਾਂ ਕਾਂਗਰਸ ਦੇ ਨਾਲ ਟੱਕਰ ਹੁੰਦੀ ਹੈ ਉਹਨਾਂ ਦੀ ਉੱਥੇ, ਤੇ ਇਸ ਵਾਰ ਉੱਥੇ ਲੈਫਟ ਦੀ ਸਰਕਾਰ ਜਿਹੜੀ ਉਹ ਦੁਬਾਰੇ ਬਣੂਗੀ। ਇਸ ਕਰਕੇ ਪੁਡੂਚੇਰੀ ਦੇ ਵਿੱਚ ਕਾਂਗਰਸ ਦੀ ਸਰਕਾਰ ਟੁੱਟੀ ਹੈ ਕਿ ਉੱਥੇ ਭਾਜਪਾ ਦੀ ਸਰਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ। ਪਰ ਜਿਹੜਾ ਅਸਾਮ ਆਗਾ, ਤਾਂ ਅਸਾਮ ਦੇ ਵਿੱਚ ਭਾਜਪਾ ਦੀ ਸਰਕਾਰ ਸੀਗੀ, ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸਾਮ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਤੇ ਹੁਣ ਉੱਥੇ ਜੇ ਸਰਕਾਰ ਜਿਹੜੀ ਜ਼ਮੀਨੀ ਹਕੀਕਤ ਬੇਸ਼ੱਕ ਰੁਝਾਨਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਭਾਜਪਾ ਜਿਹੜੀ ਹੈ ਉਹ ਉੱਥੇ ਦੁਬਾਰਾ ਸਰਕਾਰ ਬਣਾ ਰਹੀ ਹੈ, ਪਰ ਜਿਹੜੀ ਅਸਾਮ ਦੇ ਵਿੱਚ ਅਸਾਮ ਗਾਨਾ ਪਰਿਸ਼ਦ ਜਿਹੜੀ ਪਾਰਟੀ ਹੈ ਜਿਹੜੀ ਇਹਨਾਂ ਦੀ ਅਲਾਇੰਸ ਪਾਰਟਨਰ ਸੀਗੀ, ਤੇ ਉਹਨਾਂ ਨੇ ਸ਼ਾਇਦ ਇਹਨਾਂ ਤੋਂ ਵਾਪਸ ਜਿਹੜਾ ਲੈ ਲਿਆ ਗਿਆ AIUDF। ਤਾਂ ਇਸ ਕਰਕੇ ਜਦੋਂ ਵਾਪਸ ਲੈ ਲਿਆ ਸਮਰਥਨ, ਤਾਂ ਉਹ ਪਾਰਟੀ ਦਾ ਅਸਰ ਜਿਹੜਾ ਭਾਜਪਾ ਦੇ ਦਿਖਾਈ ਦੇਊਗਾ। ਕਿਸਾਨੀ ਅੰਦੋਲਨ ਦਾ ਅਸਰ ਹੈ ਹੀ, ਜਦੋਂ ਕਿਸਾਨ ਜਾਣਗੇ ਤਾਂ ਉਹਨਾਂ ਦੀ ਗੱਲ ਜਿਹੜੀ ਉੱਥੇ ਸੁਣੀ ਜਾਊਗੀ, ਕਿਉਂਕਿ ਕਿਸਾਨ ਕਿਸੇ ਪਾਰਟੀ ਦੇ ਲਈ ਪ੍ਰਚਾਰ ਕਰਨ ਲਈ ਨਹੀਂ ਜਾ ਰਹੇ, ਉਹ ਸਿਰਫ ਇੰਨਾ ਕਹਿਣ ਜਾ ਰਹੇ ਕਿ ਭਾਜਪਾ ਨੂੰ ਵੋਟ ਜਿਹੜੀ ਉਹ ਨਾ ਦਿੱਤੀ ਜਾਵੇ। ਤਾਂ ਜੇ 5 ਸਟੇਟਾਂ ਦੇ ਵਿੱਚ ਭਾਜਪਾ ਹਾਰਦੀ ਹੈਗੀ ਤਾਂ ਉਹਦੇ ਬਾਅਦ ਕਿਸਾਨਾਂ ਦੀ ਗੱਲ ਸੁਣਨ ਦਾ ਮੁੱਦਾ ਜਿਹੜਾ ਉਹ ਭਾਰੂ ਹੋਊਗਾ, ਕਿਉਂਕਿ ਫਿਰ ਇਹ ਅੰਦੋਲਨ ਜਿਹੜਾ ਹੋਰ ਪੀਕ ਤੇ ਜਾਊਗਾ, ਕਿਸਾਨਾਂ ਦੀ ਆਵਾਜ਼ ਜਿਹੜੀ ਉਹ ਹੋਰ ਬੁਲੰਦ ਹੋਊਗੀ। ਕਿਸਾਨ ਲੀਡਰ ਵੀ ਇਹੀ ਕਹਿਣਗੇ ਕਿ ਅਸੀਂ ਪ੍ਰਚਾਰ ਕੀਤਾ ਤਾਂ ਕਰਕੇ ਭਾਜਪਾ ਜਿਹੜੀ ਹੈ ਇਹਨਾਂ ਸੂਬਿਆਂ ਦੇ ਵਿੱਚ ਹਾਰੀ ਹੈਗੀ। ਇਸ ਤੋਂ ਇਲਾਵਾ ਵੈਸਟਰਨ ਯੂਪੀ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ, ਜਿਹੜੇ ਮੇਘਾਲਿਆ ਦੇ ਰਾਜਪਾਲ ਸਾਹਿਬ ਬੋਲਦੇ ਨੇ ਲਗਾਤਾਰ, ਉਹਨਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਹ ਇਹ ਵੀ ਕਹਿ ਰਹੇ ਨੇ ਕਿ ਮੈਂ ਗਵਰਨਰ ਦਾ ਅਹੁਦਾ ਵੀ ਜਿਹੜਾ ਛੱਡਣ ਨੂੰ ਤਿਆਰ ਆਂਗਾ ਜੇ ਪਾਰਟੀ ਮੈਨੂੰ ਕਹੂਗੀ, ਪਰ ਕਿਸਾਨਾਂ ਦੀ ਗੱਲ ਜਿਹੜੀ ਸੁਣਨੀ ਚਾਹੀਦੀ। ਉਹਦਾ ਕਾਰਨ ਇਹੀ ਹੈ ਕਿ ਉਹ ਵੈਸਟਰਨ ਯੂਪੀ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਜਿਹੜਾ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਨਾਲ ਪਿਛੋਕੜ ਹੈ, ਉਹਨਾਂ ਦਾ ਸੰਬੰਧਿਤ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹੀ ਉਹ ਵੱਡੇ ਹੋਏ ਨੇ ਉੱਥੇ, ਤੇ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਨੇ ਸਤਿਆਪਾਲ ਮਲਿਕ, ਇਸ ਕਰਕੇ ਉਹਨਾਂ ਵੱਲੋਂ ਵੀ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਰਾਜਨਾਥ ਸਿੰਘ ਵੀ ਜਿਹੜੇ ਨੇ ਉਹ ਰਾਜਪੂਤ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਨੇ, ਤੇ ਇਸ ਕਰਕੇ ਉਹ ਵੀ ਉੱਤਰ ਪ੍ਰਦੇਸ਼ ਦੇ ਨਾਲ ਹੀ ਸੰਬੰਧਿਤ ਨੇ। ਤਾਂ ਇਸ ਕਰਕੇ ਉਹਨਾਂ ਵੱਲੋਂ ਵੀ ਜਿਸ ਹਿਸਾਬ ਨਾਲ ਕਿਹਾ ਜਾ ਰਿਹਾ ਕਿ ਗੱਲਬਾਤ ਕਿਸਾਨਾਂ ਦੇ ਨਾਲ ਹੋਣੀ ਚਾਹੀਦੀ ਹੈ, ਕਿਸਾਨਾਂ ਦੀ ਜਿਹੜੀ ਗੱਲ ਹੈ ਉਹ ਸੁਣਨੀ ਚਾਹੀਦੀ ਹੈ, ਗੱਲਬਾਤ ਨਹੀਂ ਟੁੱਟਣੀ ਚਾਹੀਦੀ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਬੇਸ਼ੱਕ ਭਾਜਪਾ ਦੇ ਅੰਦਰੋਂ ਆਵਾਜ਼ਾਂ ਬੁਲੰਦ ਹੋ ਰਹੀਆਂ ਨੇ, ਪਰ ਜੇ 5 ਸੂਬਿਆਂ ਦੇ ਵਿੱਚ ਭਾਜਪਾ ਦੀ ਪਰਫਾਰਮੈਂਸ ਮਾੜੀ ਰਹਿੰਦੀ ਹੈ, ਵੈਸਟਰਨ ਯੂਪੀ ਦੇ ਪੰਚਾਇਤੀ ਇਲੈਕਸ਼ਨ ਦੇ ਵਿੱਚ ਪਰਫਾਰਮੈਂਸ ਮਾੜੀ ਰਹਿੰਦੀ ਹੈ, ਤਾਂ ਕਿਸਾਨਾਂ ਦੀ ਗੱਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੂੰ ਜਿਹੜੀ ਉਹ ਸੁਣਨੀ ਪੈਣੀ ਹੈਗੀ। ਪਰ ਜੇ ਆਪਾਂ ਕਹੀਏ ਕਿ ਪ੍ਰਧਾਨ ਮੰਤਰੀ ਮੋਦੀ ਗੱਦੀ ਤੋਂ ਪਾਸੇ ਹੋ ਜਾਣਗੇ, ਐਸੀ ਗੱਲਬਾਤ ਜਿਹੜੀ ਉਹ ਨਹੀਂ ਹੈ, ਕਿਉਂਕਿ ਪਾਰਟੀ ਦੇ ਰਾਜਨਾਥ ਸਿੰਘ ਜਿਹੜੇ ਨੇ ਉਹ ਵਾਜਪਾਈ ਕੈਡਰ ਦੇ ਲੀਡਰ ਨੇ, ਇੱਕੋ ਹੀ ਲੀਡਰ ਰਹਿ ਗਏ ਨੇ ਵਾਜਪਾਈ ਕੈਡਰ ਦੇ ਪੂਰੀ ਤਰ੍ਹਾਂ, ਜਿਹੜੇ ਕਿ ਇਸ ਸਰਕਾਰ ਦੇ ਵਿੱਚ ਵੀ ਡਿਫੈਂਸ ਮਿਨਿਸਟਰ ਨੇ। ਤੇ ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਗੱਦੀ ਤੋਂ ਪਾਸੇ ਤਾਂ ਨਹੀਂ ਹੋਣਗੇ, ਪਰ ਕਿਸਾਨਾਂ ਦੀ ਗੱਲ ਜਿਹੜੀ ਹੈ ਉਹ ਜ਼ਰੂਰ ਸੁਣਨੀ ਪੈਣੀ ਹੈ ਕੇਂਦਰ ਸਰਕਾਰ ਨੂੰ। ਜੇ ਉਹਨਾਂ ਦੀ ਇਲੈਕਸ਼ਨਸ ਦੇ ਵਿੱਚ ਪਰਫਾਰਮੈਂਸ ਮਾੜੀ ਰਹੀ, ਫਿਰ ਉਹਨਾਂ ਨੂੰ ਇਹ ਮੰਨਣਾ ਪੈਣਾਗਾ। ਬੇਸ਼ੱਕ ਮੰਨਦੇ ਤਾਂ ਹੁਣ ਵੀ ਹੋਣਗੇ ਆਫ ਰਿਕਾਰਡ ਕਿ ਕਿਸਾਨ ਅੰਦੋਲਨ ਜਿਹੜਾ ਹੈ ਉਹਦਾ ਨੁਕਸਾਨ ਰਾਜਸਥਾਨ, ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਦੇ ਵਿੱਚ ਭਾਜਪਾ ਨੂੰ ਹੋਣਾਗਾ, ਪਰ ਫਿਰ ਜਿਹੜੀ ਔਨ ਰਿਕਾਰਡ ਇਹ ਗੱਲ ਆਉਣ ਲੱਗ ਜਾਣੀ ਹੈਗੀ ਤੇ ਕਿਸਾਨਾਂ ਦੀ ਜਿਹੜੀ ਇਹ ਜਿੱਤ ਹੈ ਫਿਰ ਉਹ ਯਕੀਨੀ ਹੋ ਜਾਣੀ ਹੈਗੀ। ਸਰਕਾਰ ਨੂੰ ਇਹਨਾਂ ਬਿੱਲਾਂ ਤੇ ਕੋਈ ਨਾ ਕੋਈ ਫੈਸਲਾ ਜਿਹੜਾ ਲੈਣਾ ਪੈਣਾਗਾ। MSP ਦੀ ਕਾਨੂੰਨੀ ਗਰੰਟੀ ਜਿਹੜੀ ਉਹ ਦੇਣੀ ਪੈਣੀ ਹੈਗੀ,
ਕੋਈ ਨਾ ਕੋਈ ਰਸਤਾ ਜਿਹੜਾ ਕੱਢਣਾ ਪੈਣਾਗਾ, ਕਦਮ ਅੱਗੇ ਵਧਾਉਣੇ ਪੈਣਗੇ। ਜਿਸ ਤਰ੍ਹਾਂ ਹੁਣ ਗੱਲਬਾਤ ਬੰਦ ਹੈ ਤਾਂ ਉਹਦੇ ਤੋਂ ਇਹ ਵੀ ਲੱਗਦਾ ਕਿ ਸਰਕਾਰ ਵੀ ਜਿਹੜੀ ਹੈ ਉਹ ਨਤੀਜੇ ਹੀ ਉਡੀਕ ਰਹੀ ਹੈਗੀ ਕਿ ਨਤੀਜੇ ਕੀ ਆਉਂਦੇ ਨੇ, ਉਹਦੇ ਹਿਸਾਬ ਨਾਲ ਜਿਹੜੀ ਗੱਲਬਾਤ ਚਲਾਈ ਜਾਊਗੀ। ਵੈਸਟਰਨ ਯੂਪੀ ਦੇ ਪੰਚਾਇਤੀ ਇਲੈਕਸ਼ਨ ਦੇ ਨਤੀਜੇ ਕੀ ਆਉਂਦੇ ਨੇ ਉਹਦੇ ਹਿਸਾਬ ਨਾਲ ਗੱਲਬਾਤ ਚਲਾਈ ਜਾਊਗੀ। ਤਾਂ ਜੇ ਜਿੱਤਦੇ ਨੇ ਤਾਂ ਜਿਹੜੀ ਹੈ ਕਿਸਾਨਾਂ ਦੇ ਸੰਘਰਸ਼ ਨੂੰ ਨੁਕਸਾਨ ਹੋਣਾ ਤੈਅ ਹੈ, ਪਰ ਜੇ ਭਾਜਪਾ ਹਾਰਦੀ ਹੈਗੀ ਤਾਂ ਕਿਸਾਨਾਂ ਦੇ ਸੰਘਰਸ਼ ਦੀ ਵੱਡੀ ਜਿੱਤ ਹੈ। ਪਰ ਜੇ ਇਹਨਾਂ ਸਟੇਟਾਂ 'ਚ ਜਿੱਤਦੀ ਵੀ ਹੈ, ਕਿਉਂਕਿ ਅਸਾਰ ਨਹੀਂ ਹੈਗੇ, ਓਪੀਨੀਅਨ ਪੋਲਸ ਦੇ ਵਿੱਚ ਬਿਲਕੁਲ ਅਸਾਰ ਨਹੀਂ, ਤਾਂ ਵੀ ਕਿਸਾਨੀ ਸੰਘਰਸ਼ ਨੂੰ ਐਡੀ ਵੱਡੀ ਸੱਟ ਜਿਹੜੀ ਉਹ ਨਹੀਂ ਵੱਜਣੀ, ਕਿਉਂਕਿ ਵੋਟਾਂ ਦੇ ਨਾਲ ਸੰਘਰਸ਼ ਜਿਹੜੇ ਉਹ ਨਹੀਂ ਮਿਣੇ ਜਾਂਦੇ। ਪਰ ਸਰਕਾਰ ਨੂੰ ਵੋਟਾਂ ਦੇ ਨਾਲ ਬਹੁਤ ਫਰਕ ਪੈਂਦਾ ਗਾ। ਜੇ ਵੋਟ ਦੀ ਚੋਟ ਹੁੰਦੀ ਹੈ ਸਰਕਾਰ ਨੂੰ ਤਾਂ ਸਰਕਾਰ ਨੂੰ ਨਰਮ ਪੈਣਾਗਾ, ਪਰ ਜੇ ਵੋਟ ਦੀ ਚੋਟ ਉਸ ਹਿਸਾਬ ਨਾਲ ਨਹੀਂ ਹੁੰਦੀ ਤਾਂ ਵੀ ਕਿਸਾਨੀ ਸੰਘਰਸ਼ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਣਾ। ਤੇ ਥੋੜਾ ਲੰਮਾ ਜਿਹੜਾ ਹੈਗਾ ਜ਼ਰੂਰ ਚੱਲ ਸਕਦਾ, ਕਿਉਂਕਿ ਕਿਸਾਨ ਆਰ ਪਾਰ ਦੀ ਲੜਾਈ ਲੜਨ ਦੀ ਗੱਲ ਜਿਹੜੀ ਉਹ ਕਰ ਰਹੇ ਨੇ। ਪਰ ਤਾਜ਼ਾ ਅੰਕੜੇ ਜਿਹੜੇ ਨਿਕਲ ਕੇ ਆ ਰਹੇ ਨੇ ਉਹਦੇ 'ਚ ਇਹੀ ਹੈ ਕਿ ਭਾਜਪਾ ਨੂੰ ਨੁਕਸਾਨ ਜਿਹੜਾ ਹੈ ਉਹ ਇਹਨਾਂ ਸਟੇਟਾਂ ਦੇ ਵਿੱਚ ਹੋਊਗਾ ਤੇ ਵੈਸਟਰਨ ਯੂਪੀ ਦੀਆਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਵੀ ਹੋਊਗਾ। ਹਾਂ ਬਿਲਕੁਲ ਜੀ, ਜਿਹੜਾ ਮੈਂ ਸ਼ਬਦ ਕਿਹਾ ਜੀ, ਕਿਉਂਕਿ ਇਹ ਵੀ ਗੱਲ ਆਉਂਦੀ ਕਿਉਂਕਿ ਜਿਹੜੇ ਮੀਡੀਆ ਹੈ ਉਹ ਕਾਰਪੋਰੇਟ ਘਰਾਣਿਆਂ ਦਾ ਤਾਂ ਲੱਗਦਾ ਨਹੀਂ ਤੁਹਾਨੂੰ ਗੋਦੀ, ਤਾਂ ਅਮਿਤ ਸ਼ਾਹ ਤੇ ਮੋਦੀ ਜਿਹੜੀ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਗੋਦੀ 'ਚ ਬੈਠੇ ਜੀ। ਦੇਖੋ ਜੀ, ਜਿਹੜੇ ਮੀਡੀਆ ਅਦਾਰਿਆਂ ਦੀ ਗੱਲ ਹੈ, ਕਿਉਂਕਿ ਮੀਡੀਆ ਅਦਾਰੇ ਜਿਹੜੇ ਨੇ ਬੇਸ਼ੱਕ ਉਹ ਕਾਰਪੋਰੇਟ ਘਰਾਣਿਆਂ ਦੇ ਨਾਲ ਸੰਬੰਧਿਤ ਨੇ, ਪਰ ਸਰਕਾਰ ਦੀ ਅਧੀਨਤਾ ਜਿਹੜੀ ਉਹਨਾਂ ਨੂੰ ਮੰਨਣੀ ਪੈਂਦੀ ਹੈ, ਕਿਉਂਕਿ ਕਾਰਪੋਰੇਟ ਘਰਾਣੇ ਤਾਂ ਮੀਡੀਆ 'ਚ ਬਹੁਤ ਟਾਈਮ ਦੇ ਆਏ ਹੋਏ ਨੇ। ਪਰ ਉਹ ਪਹਿਲਾਂ ਜਿਹੜੇ ਸੀ ਇਸ ਖੇਤਰ ਨੂੰ ਵੱਖਰਾ ਰੱਖ ਕੇ ਚੱਲਦੇ ਸੀ। ਇਸ ਖੇਤਰ ਦੇ ਵਿੱਚ ਮੀਡੀਆ ਦਾ ਕਿਰਦਾਰ ਜਿਹੜਾ ਕੋਈ ਨਾ ਕੋਈ ਹੁੰਦਾ ਸੀ, ਉਹਨਾਂ ਵੱਲੋਂ ਆਵਾਜ਼ ਜਿਹੜੀ ਚੁੱਕੀ ਜਾਂਦੀ ਸੀ। ਪਰ ਹੁਣ ਲੱਗਦਾ ਕਿ ਜਿਹੜੇ ਜਿਸ ਹਿਸਾਬ ਦੀ ਕਾਰਗੁਜ਼ਾਰੀ ਹੈ ਟੀਵੀ ਚੈਨਲਾਂ ਦੀ, ਉਦੋਂ ਇਹ ਲੱਗਦਾ ਕਿ ਬੇਸ਼ੱਕ ਮੀਡੀਆ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਲਈ ਸਰਕਾਰ ਕੰਮ ਕਰ ਰਹੀ ਹੈ ਕਿ ਉਹਨਾਂ ਨੂੰ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਕਰਜ਼ੇ ਵੀ NPA 'ਚ ਪਾਏ ਜਾ ਰਹੇ ਆ, ਬੈਂਕਾਂ ਵੀ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨੇ। ਪਰ ਮੀਡੀਆ ਜਿਹੜਾ ਹੈ ਉਹ ਸਰਕਾਰ ਨੂੰ ਚਾਹੀਦਾ ਹੁੰਦਾਗਾ। ਇਸ ਕਰਕੇ ਮੀਡੀਆ ਤਾਂ ਗੋਦਗੋਈ ਉਹ, ਕਿਉਂਕਿ ਜੇ ਸਰਕਾਰ ਉਹਨਾਂ ਤੇ ਪ੍ਰੈਸ਼ਰ ਨਾ ਪਾਵੇ ਤਾਂ ਉਹ ਉਸ ਪਾਸੇ ਵੱਲ ਗੱਲ ਜਿਹੜੀ ਉਹ ਕਰ ਸਕਦੇ ਨੇ, ਕਿਉਂਕਿ ਕਾਰਪੋਰੇਟ ਘਰਾਣੇ ਕਿਸੇ ਦੇ ਸਕੇ ਨਹੀਂ ਹੁੰਦੇ। ਉਹ ਤਾਂ ਜਿਹੜਾ ਸੱਤਾ ਤੇ ਬੈਠਾਗਾ ਉਹਦੇ ਤੋਂ ਉਹਨਾਂ ਨੇ ਜਿਹੜਾ ਫਾਇਦਾ ਉਹ ਲੈਣਾਗਾ ਆਪਣਾ। ਤਾਂ ਇਸ ਕਰਕੇ ਉਹ ਖੇਤਰ ਦੇ ਵਿੱਚ ਜਿਹੜਾ ਹੈ ਉੱਥੇ ਸਰਕਾਰ ਦਾ ਪ੍ਰੈਸ਼ਰ ਉਹਨਾਂ ਤੇ ਹੋਣਾਗਾ, ਤਾਂ ਕਰਕੇ ਜਿਹੜੀ ਹੈ ਉਹਨਾਂ ਵੱਲੋਂ ਸਰਕਾਰ ਦੀ ਬੋਲੀ ਜਿਹੜੀ ਉਹ ਬੋਲੀ ਜਾਂਦੀ ਹੈਗੀ। ਕਿਉਂਕਿ ਪਹਿਲਾਂ ਵੀ ਮੀਡੀਆ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਬਹੁਤ ਚਿਰ ਦਾ ਜਾ ਚੁੱਕਿਆ, ਪਰ ਪਹਿਲਾਂ ਕਿਰਦਾਰ ਜਿਹੜਾ ਐਸਾ ਨਹੀਂ ਸੀ ਜਿਹੜਾ ਕਿਰਦਾਰ ਅੱਜ ਦੇ ਟਾਈਮ ਤੇ ਹੈਗਾ ਮੀਡੀਆ ਦਾ। ਇਹ ਅੰਦੋਲਨਕਾਰੀ ਕਿਸਾਨਾਂ ਨੂੰ ਅੱਤਵਾਦੀ ਤੱਕ ਕਿਹਾ ਗਿਆ, ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਤਾਂ ਨਜ਼ਾਰੇ ਲੈਂਦੇ ਨੇ, ਉੱਥੇ ਬੈਠੇ ਪੀਜ਼ੇ ਖਾਂਦੇ ਨੇ, ਸਭ ਕੁਝ ਖਾਂਦੇ ਨੇ, ਇਹ ਕਿ ਕੈਸੇ ਅੰਦੋਲਨਕਾਰੀ ਨੇ। ਤਾਂ ਇਹ ਜਿਹੜੀ ਸ਼ਬਦਾਵਲੀ ਹੈ ਇਹ ਤੋਂ ਲੱਗਦਾ ਕਿ ਮੀਡੀਆ ਜਿਹੜਾ ਗੋਦੀ ਮੀਡੀਆ ਹੀ ਆ ਜੀ। ਆਪਾਂ ਚੱਲਦੇ ਜੀ ਕਾਲ ਤੇ। ਹਾਂਜੀ 2770 ਸਵਾਗਤ ਹੈ ਜੀ। ਹੈਲੋ ਹਾਂਜੀ ਹਾਂਜੀ ਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਸੁੱਚਾ ਸਿੰਘ ਬੋਲਦਾ ਜੀ। ਜੀ ਸਵਾਗਤ ਹੈ ਵੀਰ ਜੀ, ਸਵਾਗਤ ਹੈ ਜੀ। ਅੱਛਾ, ਮੇਰੇ ਇੱਕ ਕੁਐਸਚਨ ਹੈਗਾ ਵੀ ਇੱਕ ਤੇ ਇਹ ਮੋਦੀ ਸਰਕਾਰ ਚੱਲ ਕਿੱਧਰ ਨੂੰ ਪਈ, ਕਿਉਂਕਿ ਅੱਜ ਤੋਂ ਕਾਫੀ ਦੇਰ ਪਹਿਲਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਪ੍ਰੋਫਿਟ ਵਿੱਚ ਜਾਂਦੀਆਂ, ਜਿਵੇਂ LIC ਸੀਗੀ ਜਾਂ ਸਿੰਧ ਬੈਂਕ ਸੀਗੀ, ਇਹਨਾਂ ਨੂੰ ਪ੍ਰਾਈਵੇਟ ਤੋਂ ਗਵਰਨਮੈਂਟ ਨੇ ਆਪਣੇ ਅੰਡਰ ਲੈ ਲਏ ਜੀ। ਤੇ ਹੁਣ ਇਸ ਵੇਲੇ ਮੌਕਾ ਐਸਾ ਆ ਗਿਆ ਕਿ ਹੁਣ ਜਿਹੜੀਆਂ ਗਵਰਨਮੈਂਟ ਦੀਆਂ ਬੈਂਕਾਂ ਹੈਗੀਆਂ ਜਾਂ ਇਹੋ ਜਿਹੀਆਂ ਕੰਪਨੀਆਂ ਹੈਗੀਆਂ, ਉਹਨਾਂ ਨੂੰ ਉਹ ਪ੍ਰਾਈਵੇਟ ਕਰੀ ਜਾਂਦੇ ਆ ਜੀ। ਇਹ ਕਿਹੜੇ ਬੰਦੇ ਨੂੰ ਚੱਲ ਪਈ? ਉਲਟਾ ਚੱਲ ਪਿਆ, ਉਲਟੀ ਗੰਗਾ ਵਗਣ ਲੱਗ ਪਈ। ਬਿਲਕੁਲ ਜੀ ਬਿਲਕੁਲ। ਤੇ ਦੂਸਰੀ ਮੇਰਾ ਇੱਕ ਕੁਐਸਚਨ ਸੀਗਾ ਵੀ ਇੱਕ ਸੁਲਤਾਨਪੁਰ ਲੋਧੀ ਦਾ ਇੱਕ ਸੀਗਾ ਬਾਬਾ, ਪਖੰਡੀ ਬਾਬਾ ਪਾਲੀ, ਉਹ ਇੱਥੋਂ ਇੱਕ ਬਲਾਤਕਾਰ ਦੇ ਕੇਸ ਵਿੱਚ ਸੁਲਤਾਨਪੁਰ ਤੋਂ ਭਗੌੜਾ ਸੀ, ਉਧਰ ਕਿਸੇ ਹੋਰ ਸਟੇਟ 'ਚ ਚਲੇ ਗਿਆ, ਕਾਫੀ ਦੇਰ 6-7 ਮਹੀਨੇ ਬਾਅਦ ਉੱਥੇ ਵੀ ਉਹਨੇ ਉਹੀ ਕਾਂਡ ਕੀਤਾ ਤੇ ਉਹ ਉੱਥੇ ਫੜਿਆ ਗਿਆ ਸੀ ਜੀ। ਤੇ ਉੱਥੇ ਸੁਲਤਾਨਪੁਰ ਵਾਲਾ ਵੀ ਕੇਸ ਉੱਤੇ ਪਾਤਾ ਤੇ ਉੱਥੋਂ ਵਾਲਾ ਵੀ ਪਾਤਾ, ਉਹਦੀ ਕੋਈ ਅਪਡੇਟ ਹੈਗੀ? ਹਾਂਜੀ ਪੁੱਛਦੇ ਹਾਂ ਜੀ ਅਰਸ਼ਦੀਪ। ਦੇਖੋ ਜੀ, ਇਸ ਮਾਮਲੇ ਦੇ ਵਿੱਚ ਕੋਈ ਅਪਡੇਟ ਜਿਹੜੀ ਉਹ ਨਹੀਂ ਹੈਗੀ ਫਿਲਹਾਲ। ਇਸ ਮਾਮਲੇ ਦੇ ਵਿੱਚ ਕੋਈ ਵੀ ਅਪਡੇਟ ਜਿਹੜੀ ਨਹੀਂ ਆਈ। ਜਿੰਨੀ ਜਾਣਕਾਰੀ ਇਹਨਾਂ ਕੋਲੇ ਹੈ ਉਨੀ ਜਾਣਕਾਰੀ ਜਿਹੜੀ ਹੈ ਹਾਲੇ ਮੀਡੀਆ ਦੇ ਵਿੱਚ ਫਿਲਹਾਲ ਆਈ ਹੈਗੀ। ਪਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਮੋਦੀ ਸਰਕਾਰ ਕਿੱਧਰ ਨੂੰ ਚੱਲ ਪਈ, ਆਪਾਂ ਇਹ ਗੱਲ ਮੰਨ ਕੇ ਚੱਲੀਏ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ, ਪਰ ਜਿਹੜੇ ਕਾਨੂੰਨ ਨੇ ਜਾਂ ਰੂਲ ਆਫ ਐਕਸ਼ਨ ਹੈਗਾ ਵੀ ਕਿਸ ਹਿਸਾਬ ਦੇ ਨਾਲ ਸਰਕਾਰ ਚੱਲਣੀ ਹੈਗੀ, ਉਹ ਜਿਹੜੇ ਇੱਕੋ ਕਿਤਾਬ ਦੇ ਵਿੱਚੋਂ ਨਿਕਲ ਕੇ ਜਿਹੜੇ ਆਉਂਦੇ ਨੇ। ਤੇ ਇਸ ਕਰਕੇ ਜਿਹੜੀਆਂ ਪ੍ਰਾਈਵੇਟਾਈਜੇਸ਼ਨ ਵੱਲ ਹੈ ਉਹ ਸਰਕਾਰਾਂ ਜਿਹੜੀਆਂ ਉਹ ਵਧੀਆਂ ਹੋਈਆਂ ਨੇ। ਜੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਨੂੰ ਨਾ ਹੋਣ, ਕੋਈ ਹੋਰ ਪਾਰਟੀ ਦੀ ਸਰਕਾਰ ਹੋਵੇ, ਤਾਂ ਉਹ ਵੀ ਜਿਹੜੇ ਇਸੇ ਰਸਤੇ ਦੇ ਉੱਪਰ ਚੱਲਣਗੇ ਜੇ ਉਹਨਾਂ ਕੋਲੇ ਮੈਜੋਰਟੀ ਹੋਊਗੀ।
ਕਿਉਂਕਿ ਸਰਕਾਰ ਜਿਹੜੀ ਹੈ ਉਹ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ ਲਗਾਤਾਰ, ਤੇ ਉਹ ਪ੍ਰਾਈਵੇਟ ਵੱਲ ਹੀ ਜਿਹੜਾ ਹੈਗਾ ਉਹ ਵਧਾ ਰਹੀ ਹੈਗੀ ਹੱਥ। ਪਰ ਨਾਲੋਂ ਨਾਲ ਇਹ ਵੀ ਆ ਕਿ ਹੁਣ ਜਦੋਂ ਪੂਰਨ ਮੈਜੋਰਟੀ ਦੇ ਵਿੱਚ ਸਰਕਾਰ ਆ ਗਈ ਤਾਂ ਇਸ ਸਮੇਂ ਜਿਹੜੀ ਹੈ ਤੇਜ਼ੀ ਇਸ ਕੰਮ ਦੇ ਵਿੱਚ ਜ਼ਰੂਰ ਆਈ ਹੈਗੀ, ਕਿਉਂਕਿ ਸਰਕਾਰ ਨੇ 에ਅਰ ਇੰਡੀਆ ਜਿਹੜਾ ਹੈ ਉਹ ਵੀ ਸੇਲ ਤੇ ਲਾਇਆ ਹੋਇਆ ਹੈਗਾ। ਗਾਹਕ ਕੋਈ ਨਹੀਂ ਮਿਲਦਾ, ਉਹ ਗੱਲ ਵੱਖਰੀ ਹੈ। ਨਾਲੋਂ ਨਾਲ LIC ਜਿਹੜੀਆਂ ਕਿ ਆਮਦਨ ਦੇਣ ਵਾਲੀਆਂ ਕੰਪਨੀਆਂ ਨੇ ਸਰਕਾਰ ਦੀਆਂ, ਜਿਹੜੀਆਂ ਕਿ ਸਰਕਾਰ ਨੂੰ ਆਮਦਨ ਪ੍ਰੋਵਾਈਡ ਕਰਾਉਂਦੀਆਂ ਨੇ, ਜਦੋਂ ਉਹਨਾਂ ਨੂੰ ਵੇਚਾਂਗੇ ਤਾਂ ਕੱਲ੍ਹ ਨੂੰ ਕੋਈ ਮਹਾਮਾਰੀ ਆਉਂਦੀ ਹੈ ਜਾਂ ਆਰਥਿਕ ਸੰਕਟ ਆਉਂਦਾ ਹੈਗਾ ਤਾਂ ਸਰਕਾਰ ਜਿਹੜੀ ਉਹ ਕਿਸ ਪਾਸੇ ਵੱਲ ਨੂੰ ਦੇਖੂਗੀ। ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਜਦੋਂ ਸਰਕਾਰੀ ਅਦਾਰੇ ਖਤਮ ਹੁੰਦੇ ਨੇ ਤਾਂ ਉਹਦਾ ਬੋਝ ਜਿੱਥੇ ਲੋਕਾਂ ਤੇ ਪੈਂਦਾ ਹੈਗਾ, ਉੱਥੇ ਨਾਲੋਂ ਨਾਲ ਸਰਕਾਰ ਨੂੰ ਵੀ ਜਿਹੜੇ ਸਰਕਾਰੀ ਅਦਾਰੇ ਜਿਹੜੇ ਰੱਖਣੇ ਚਾਹੀਦੇ ਆ, ਖਾਸ ਕਰਕੇ ਜਿਹੜੇ ਆਮਦਨ ਵਾਲੇ ਅਦਾਰੇ ਨੇ, LIC ਵਰਗੇ ਹੋਣ ਜਾਂ ਭਾਰਤ ਪੈਟਰੋਲੀਅਮ ਵਰਗੇ ਹੋਣ, ਤਾਂ ਇਹ ਅਦਾਰੇ ਜਿਹੜੇ ਹੈਗੇ ਸਰਕਾਰ ਕੋਲੇ ਹੋਣੇ ਚਾਹੀਦੇ। ਪਰ ਸਰਕਾਰ ਜਿਹੜੀ ਹੈ ਉਹ ਟੋਟਲ ਪ੍ਰਾਈਵੇਟਾਈਜੇਸ਼ਨ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਇਸ ਬਜਟ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੱਤਾ ਕਿ ਸਰਕਾਰ ਹੌਲੀ ਹੌਲੀ ਸੱਟ ਮਾਰ ਕੇ ਪ੍ਰਾਈਵੇਟ ਕਰਨ ਦੀ ਥਾਂ ਤੇ ਇੱਕੇ ਸੱਟ ਦੇ ਵਿੱਚ ਜਿਹੜਾ ਸਾਰਾ ਕੁਝ ਆਪਣੇ ਕੰਟਰੋਲ ਚੋਂ ਬਾਹਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ। ਹਾਂ ਬਿਲਕੁਲ ਜੀ, ਸਾਡੇ ਵੱਡੇ ਵੀਰ ਸੀਗੇ ਜੀ ਭਾਈ ਸੁੱਚਾ ਸਿੰਘ ਢੋਟ, ਤੇ ਬੜੇ ਵਧੀਆ ਇਹ ਢਾਡੀ ਵੀ ਆ ਤੇ ਕਵਿਸ਼ਰ ਵੀ ਆ ਜੀ। ਬੜੇ ਚਿਰ ਬਾਅਦ ਇਹਨਾਂ ਦੇ ਨਾਲ ਗੱਲਬਾਤ ਹੋਈ। ਧੰਨਵਾਦ ਵੀਰ ਸੁੱਚਾ ਸਿੰਘ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 3331 ਸਵਾਗਤ ਹੈ ਜੀ। ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਉਹ ਬਾਈ ਜੀ ਆਪਣੇ ਹਰਸ਼ਦੀਪ ਬੜੇ ਆਪਣੇ ਵਧੀਆ ਐਕਸਪਲੇਨ ਕਰ ਰਿਹਾ ਗੱਲ ਹਰੇਕ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ, ਦੇਖੋ ਜਿਹੜੀਆਂ ਪਾਲਿਸੀਆਂ ਨੇ 90 ਤੋਂ ਬਣੀਆਂ ਜੀ, ਉਹਦਾ ਕਰਕੇ ਆਪਾਂ ਨੂੰ ਹੁਣ ਮੋਦੀ ਸਾਹਿਬ ਨੇ ਜ਼ਿਆਦਾ ਜ਼ਿੰਮੇਵਾਰੀ ਥੋੜੀ ਚੁੱਕ ਲਈ ਕਰਕੇ ਇਹਨਾਂ ਦੇ ਸਿਰ ਜ਼ਿਆਦਾ ਜ਼ਿੰਮੇਵਾਰੀ ਆਪਣੇ ਪੈ ਗਈ। ਇਹ ਪਾਲਿਸੀਆਂ ਤਾਂ 90 ਤੋਂ ਸ਼ੁਰੂ ਹੋਈਆਂ ਹੋਈਆਂ ਪ੍ਰਾਈਵੇਟ ਕਰਨ ਦੀਆਂ ਜੀ। ਤੇ ਬਾਕੀ ਅਸੀਂ ਬਾਹਰੋਂ ਵੀਰੇ ਜੀ ਉਹ ਆਪਣਾ ਗੁੱਸਾ ਨਹੀਂ ਕਰਨ ਦੀ ਕਿਸੇ ਵੀਰ ਨੂੰ ਲੋੜ, ਥੋੜੇ ਜਿਹੇ ਆਦਮੀ ਆ ਬਾਹਰੋਂ ਬੈਠੇ, ਪਹਿਲਾਂ ਤਾਂ ਆਪਣਾ ਮਾਨ ਨੂੰ ਸਿਮਰਜੀਤ ਮਾਨ ਨੂੰ ਚੁੱਕ ਦਿੱਤਾ, ਫਿਰ ਮਨਪ੍ਰੀਤ ਨੂੰ ਚੁੱਕ ਦਿੱਤਾ, ਫਿਰ ਅਸੀਂ ਝਾੜੂ ਵਾਲਿਆਂ ਨੂੰ ਚੁੱਕ ਦਿੱਤਾ ਜੀ। ਹਾਂ ਦੇਖੋ ਜੀ, ਸਭ ਤੋਂ ਵੱਡੀ ਜਿਹੜੀ ਟਾਈਮ ਮੰਗ ਬਾਤ ਨਾ ਸਮੇਂ ਦੀ ਉਹ ਇਹ ਆ ਵੀ ਸੰਘਰਸ਼ ਆਪਣਾ ਕਾਮਯਾਬ ਕਿਸਾਨੀ ਸੰਘਰਸ਼ ਹੋ ਜਾਏ ਜੀ। ਸਾਡਾ ਥੋੜੀ ਜਿਹੀ ਕੋਸ਼ਿਸ਼ ਇਹ ਆ ਵੀ ਇਹਨੂੰ ਹਨਾ ਸੰਘਰਸ਼ ਨੂੰ ਇੰਡੀਆ ਦੇ ਲੈਵਲ ਤੋਂ ਹਟਾ ਕੇ ਪੰਜਾਬ 'ਚ ਲਿਆ ਕੇ, ਪੰਜਾਬ 'ਚੋਂ ਵੀ ਲਿਆ ਕੇ ਤੇ ਕਾਮਰੇਡ ਵਰਸਜ ਸਿੱਖਾਂ ਨੇ ਕੀਤਾ ਜਾਵੇ। ਇਹ ਬਹੁਤ ਮੈਂ ਆਪਣੇ ਹਰਸ਼ਦੀਪ ਜੀ ਨੂੰ ਪੁੱਛਦਾ ਵੀ ਇਹ ਸੰਘਰਸ਼ ਬੜਾ ਸ਼ਾਂਤੀ ਨਾਲ ਚੱਲ ਰਿਹਾ, ਸ਼ਾਂਤੀ ਨਾਲ ਚਾਹੀਦਾ ਵਾ। ਇਹ ਥੋੜੀ ਜਿਹੀ ਕੋਸ਼ਿਸ਼ ਜਿਹੜੇ ਵੀਰ ਕਰਦੇ ਆ ਇਹਨੂੰ ਵਰਸਜ ਬਣਾ ਰਿਹਾ, ਕਾਮਰੇਡ ਵਰਸਜ ਸਿੱਖ, ਤੇ ਇਹ ਨਾ ਕੀਤਾ ਜਾਵੇ ਤੇ ਕੋਈ ਵਧੀਆ ਨਹੀਂਗਾ ਜੀ। ਇਹਨੂੰ ਸੰਘਰਸ਼ ਨੂੰ ਕਿਸਾਨੀ ਸੰਘਰਸ਼ ਹੀ ਰਹਿਣ ਦਿੱਤਾ ਜਾਵੇ। ਤੇ ਬਾਕੀ ਮੋਦੀ ਸਾਹਿਬ ਦੀਆਂ ਵੀ ਆਪਾਂ WTO ਵੱਲੋਂ ਮਜਬੂਰੀਆਂ ਵਾ ਜੀ। ਉਹ ਜੇ ਤੁਸੀਂ ਕਹੋ ਤਾਂ ਮੋਦੀ ਸਾਹਿਬ ਖੁਦ ਨਹੀਂ ਕਰ ਰਹੇ, ਉਹਨੂੰ ਉੱਪਰੋਂ ਉਹਦੇ ਉੱਪਰ ਵੀ ਇੱਕ ਲਾਠੀ ਆ ਜਿਹੜੀ WTO ਦੀ ਵਰਲਡ ਬੈਂਕ ਦੀ ਆ, ਉਹਨਾਂ ਲੋਨ ਨਹੀਂ ਮਿਲਦੇ ਗੌਰਮੈਂਟ ਨੂੰ, ਤੇ ਉਹ ਵੀ ਸਰਦੀ ਨੂੰ ਉਹਦੇ ਕੋਲ ਮੈਜੋਰਟੀ ਹੈਗੀ ਆ, ਤੇ ਫਿਰ ਉਹ ਵੀ ਮਾਨਾਈਆਂ ਕਰੀ ਜਾਂਦਾ ਵਾ ਜਿਹੜੀਆਂ ਉੱਪਰੋਂ ਉਹਨੂੰ ਹਦਾਇਤਾਂ ਆਉਂਦੀਆਂ ਜੀ। ਤੇ ਇਹਦੇ ਬਾਰੇ ਹਰਸ਼ਦੀਪ ਜੀ ਦੱਸਣਾ ਕਹੋ ਜੀ ਆਪਣੇ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਹਰਸ਼ਦੀਪ ਇੱਕ ਕਾਲ ਹੋਰ ਲੈ ਲਈਏ ਕਿਉਂਕਿ ਆਪਣੀ ਲੋਕਲ ਸਮਾਂ ਜਾਂ ਖਬਰਾਂ ਦਾ ਸਮਾਂ ਲੰਘ ਰਿਹਾ, ਤੇ ਇਕੱਠਾ ਹੀ ਜਵਾਬ ਦੇ ਦਿਓ ਸ਼ਾਰਟ ਦੇ ਵਿੱਚ ਹੀ, ਤੇ ਉਦੋਂ ਬਾਅਦ ਆਪਾਂ ਲੋਕਲ ਖਬਰਾਂ ਲੈਣੀਆਂ ਜੀ। ਹਾਂਜੀ 9806 ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਭਾਈ ਮੇਰਾ ਸਵਾਲ ਸੀਗਾ ਭਾਈ ਨੂੰ, ਜਿੱਦਾਂ ਹੁਣ ਆਪਣੀ ਗੱਲ ਚੱਲਦੀ ਇੱਥੇ ਮੀਡੀਆ ਦੀ ਵੀ ਉਹ ਏਦਾਂ ਮੀਡੀਆ ਗੋਦੀ ਜਾਂ ਮੋਦੀ ਕੁਝ ਵੀ ਕਹਿ ਲਓ ਭਾਈ, ਸਵਾਲ ਇਹਨੂੰ ਸਮੁੱਚਤਾ ਚ ਲਿਓ, ਕਿਸੇ ਪਾਸੇ ਨੂੰ ਸੀਰੀਅਸ ਲੈ ਕੇ ਨਾ ਚੱਲਿਓ, ਜਾਨੀ ਕਿ ਨਾ ਆਪਣੇ ਤੇ ਲਾ ਕੇ ਤੇ ਉਦਾਂ ਭਾਜੀ ਜਵਾਬ ਦੇਣ। ਹੁਣ ਇੱਥੇ ਵੀ ਜਦੋਂ ਗੱਲ ਚੱਲਦੀ ਆ, ਹੁਣ ਆਪਾਂ ਬਾਦਲ ਸਾਹਿਬ ਹਰ ਬੰਦੇ ਦੀ ਗੱਲ ਹੁੰਦੀ ਮੀਡੀਆ ਦੇ ਵਿੱਚ ਜਦੋਂ ਗੱਲਬਾਤ ਚੱਲਦੀ ਨਿਊਜ਼ ਆਉਂਦੀ ਆ, ਜਦੋਂ ਹੁਣ ਇੱਥੇ ਬਾਹਰਲੇ ਮੀਡੀਆ ਦੇ ਵਿੱਚ ਕੁਝ ਬੰਦੇ ਅੰਦੋਲਨ ਨੂੰ ਢਾਹ ਲਾਉਣ ਦੀ ਜਾਂ ਕਹਿ ਦੋ ਵੀ ਜਾਣ ਕੇ ਕਰਦੇ ਆ, ਚਾਹੇ ਉਹਨਾਂ ਨੂੰ ਪਤਾ ਵੀ ਆ, ਚਾਹੇ ਕਿਸੇ ਕਾਰਨ ਵੀ, ਜਾਨੀ ਕਿ ਉਹਨਾਂ ਦਾ ਆਪਣਾ ਪਰਸਨਲ ਵੀ ਹੋ ਸਕਦਾ ਨਾ, ਤੇ ਜਦੋਂ ਉਸ ਬੰਦੇ ਦੀ ਗੱਲ ਆਪਾਂ ਕੋਈ ਗੱਲ ਕਰਨੀ ਜਾਂ ਨਾਂ ਲੈਣ ਦਾ ਰੋਕ ਦਿੱਤਾ ਜਾਂਦਾ, ਨਹੀਂ ਜੀ ਉਹਦੇ ਹੀ ਜਾ ਕੇ ਮੀਡੀਆ ਤੇ ਗੱਲ ਕਰੋ, ਇੱਦਾਂ ਤਾਂ ਫਿਰ ਆਪਾਂ ਗੱਲ ਕਿਤੇ ਕਰ ਹੀ ਨਹੀਂ ਸਕਦੇ ਵੀਰ। ਇਹਦਾ ਕੀ ਹੱਲ ਕੀਤਾ ਜਾਵੇ? ਹਾਂਜੀ, ਕਿਉਂਕਿ ਜਿਹੜੇ ਕਿਸੇ ਵੀ ਮੀਡੀਆ ਦਾ, ਕਿਸੇ ਵੀ ਅਦਾਰੇ ਦਾ ਆਪਾਂ ਚੈਨਲ ਦਾ ਨਾਂ ਨਹੀਂ ਲੈ ਸਕਦੇ। ਤੁਸੀਂ ਉਸ ਮੀਡੀਆ ਤੇ ਜਾ ਕੇ ਗੱਲ ਕਰੋ, ਨੋਰਮਲ ਗੱਲ ਕਰ ਸਕਦੇ ਆ, ਪਰ ਕਿਸੇ ਮੀਡੀਆ ਦਾ ਨਾਂ ਲੈ ਕੇ ਨਹੀਂ ਕਰ ਸਕਦੇ ਜੀ। ਹਰਸ਼ਦੀਪ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਕੀਤੀ, ਕਿਉਂਕਿ ਜਰਨਲਿਜ਼ਮ ਦੇ ਐਥਿਕਸ ਹੁੰਦੇ ਨੇ, ਆਪਾਂ ਗੱਲ ਕੀਤੀ ਗੋਦੀ ਮੀਡੀਆ, ਤਾਂ ਲੋਕਾਂ ਨੂੰ ਕਿਹੜਾ ਪਤਾ ਨਹੀਂ ਹੁੰਦਾ ਕਿ ਕਿਹੜਾ ਚੈਨਲ ਕਿਹੋ ਜਿਹਾ, ਕਿਹੜਾ ਚੈਨਲ ਕੀ ਦਿਖਾ ਰਿਹਾ, ਤਾਂ ਲੋਕਾਂ 'ਚ ਮੈਸੇਜ ਜਿਹੜਾ ਸਪਸ਼ਟ ਜਾਂਦਾ ਕਿ ਅਸੀਂ ਕਿਹਦੀ ਗੱਲ ਜਿਹੜੀ ਉਹ ਕਰ ਰਹੇ ਹਾਂ। ਕਿਉਂਕਿ ਜਦੋਂ ਨਾਮ ਲੈ ਕੇ ਗੱਲ ਕਰਦੇ ਆ, ਉਹ ਐਥਿਕਸ ਦੇ ਅਸੂਲਾਂ ਦੇ ਵੀ ਉਲਟ ਹੈ ਮੀਡੀਆ ਅਦਾਰਿਆਂ ਦੇ, ਤੇ ਨਾਲੋਂ ਨਾਲ ਜਿਹੜਾ ਹੈ ਉਹਦੇ ਨਤੀਜੇ ਵੀ ਜਿਹੜੇ ਚੰਗੇ ਉਹ ਨਹੀਂ ਨਿਕਲਦੇ। ਤਾਂ ਇਸ ਕਰਕੇ ਜਿਹੜਾ ਵਿਅਕਤੀ ਕਰ ਰਿਹਾ ਤੇ ਦਿਖਾ ਰਿਹਾ, ਲੋਕ ਸਭ ਨੂੰ ਦੇਖ ਰਿਹਾ, ਸਭ ਨੂੰ ਵਾਚ ਕਰ ਰਿਹਾ, ਅਸੀਂ ਕਿਹਦੀ ਗੱਲ ਕਰ ਰਹੇ ਹਾਂ, ਉਹ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਪਤਾ ਜਿਹੜਾ ਉਹ ਲੱਗ ਰਿਹਾ ਹੈਗਾ। ਨਾਲ ਨਾਲ ਜਿਹੜੇ ਆਪਣੇ ਪਹਿਲੇ ਕਾਲਰ ਨੇ ਗੱਲ ਕੀਤੀ ਸੀਗੀ, ਕਿਉਂਕਿ ਇਹ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕੋਲੇ ਮੈਜੋਰਟੀ ਹੈ, ਪ੍ਰਧਾਨ ਮੰਤਰੀ ਮੋਦੀ ਇਹ ਸਭ ਕੁਝ ਨਹੀਂ ਕਰ ਰਹੇ, ਕਿਉਂਕਿ ਜਿਹੜਾ WTO 'ਚ ਗੈਟ ਸਮਝੌਤਾ ਸੈਂਟਰ ਗੌਰਮੈਂਟ ਨੇ ਕੀਤਾ ਗਾ, ਉਹਦਾ 16 ਐਡੀਸ਼ਨ ਜਿਹੜਾ 16ਵਾਂ ਅਧਿਆਇ ਹੈ, ਉਸ ਅਧਿਆਇ ਦੇ ਵਿੱਚ ਇਹੀ
ਜਿਹੜਾ ਹੈ ਇਕਰਾਰ ਕੀਤਾ ਇੰਡੀਅਨ ਗਵਰਨਮੈਂਟ ਨੇ ਕਿ ਅਸੀਂ ਸਬਸਿਡੀਜ਼ ਜਿਹੜੀ ਹੈ ਉਹ ਕਿਸਾਨਾਂ ਨੂੰ ਟੋਟਲ ਬੰਦ ਕਰਾਂਗੇ ਤੇ MSP ਜਿਹੜੀ ਆ ਉਹ ਬੰਦ ਕਰਾਂਗੇ ਜੀ। ਉਹਦੇ ਇਵਜ਼ ਦੇ ਵਿੱਚ ਵਰਲਡ ਬੈਂਕ ਜਿਹੜੀ ਆ ਉਹ ਕਰਜ਼ਾ ਜਿਹੜਾ ਹੈ ਇੰਡੀਅਨ ਸਰਕਾਰ ਨੂੰ ਦਿੰਦੀ ਹੈ, ਕਿਉਂਕਿ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਿਆ ਸੀ ਤਾਂ ਉਦੋਂ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਵੀ ਨਾਲੋਂ ਨਾਲ ਚੱਲਿਆ ਸੀਗਾ। ਤਾਂ ਉਹ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਉਸ ਸਮੇਂ ਦੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਇੰਨੀ ਤਰੀਕ ਨੂੰ ਜਿਹੜਾ ਹੈ ਉਹ MSP ਸਾਰੀਆਂ ਫਸਲਾਂ ਤੇ ਕਾਨੂੰਨੀ ਗਾਰੰਟੀ ਦੇ ਦਿਆਂਗੇ। ਪਰ ਜਦੋਂ ਕਾਨੂੰਨੀ ਗਾਰੰਟੀ ਦੇਣ ਦਾ ਬਿਆਨ ਹੀ ਹਲੇ ਸਾਹਮਣੇ ਆਇਆ ਸੀ ਤਾਂ ਉਹਦੀ WTO ਤੋਂ ਜਿਹੜੀ ਚਿੱਠੀ ਆ ਗਈ ਵਰਲਡ ਬੈਂਕ ਤੋਂ ਕਿ ਜੇ ਤੁਸੀਂ ਇਹ ਕਰਨਾਗਾ, ਗੈਰ ਸਮਝੌਤੇ ਦੀ ਉਲੰਘਣਾ ਕਰਨੀ ਹੈ ਤਾਂ ਸਾਡਾ ਕਰਜ਼ਾ ਜਿਹੜਾ ਹੈਗਾ ਉਹ ਵਾਪਸ ਕਰ ਦਿਓ ਪਹਿਲਾਂ, ਫਿਰ ਤੁਸੀਂ ਜਿਹੜਾ ਇੰਪਲੀਮੈਂਟ ਕਰਿਓ। ਤਾਂ ਇਸ ਕਰਕੇ ਸਰਕਾਰ ਗਲਤ ਰਸਤੇ ਤੇ ਪਹਿਲਾਂ ਜਿਹੜੀ ਉਹ ਚੱਲੀ ਹੋਈ ਹੈਗੀ, ਕਾਰਪੋਰੇਟਾਂ ਵਾਲੇ ਰਸਤੇ ਤੇ ਚੱਲੀ ਹੋਈ ਹੈਗੀ ਤੇ ਉਸੇ ਰਸਤੇ ਨੂੰ ਅੱਗੇ ਜਿਹੜੀ ਉਹ ਵਧਾ ਰਹੀ ਹੈ। ਤਾਂ ਹੁਣ ਇਹ ਲੋਕਾਂ ਦੀ ਸ਼ਕਤੀ ਹੈ, ਲੋਕਾਂ ਦਾ ਪ੍ਰਦਰਸ਼ਨ ਹੈ ਕਿ ਉਹ ਸਰਕਾਰ ਨੂੰ ਕਿੰਨਾ ਸਮਾਂ ਉਹਦੇ ਤੋਂ ਰੋਕ ਕੇ ਰੱਖ ਸਕਦੇ ਨੇ ਉਸ ਰਸਤੇ ਤੇ ਜਾਣ ਤੋਂ, ਤੇ ਕਿੰਨਾ ਸਮਾਂ ਜਿਹੜਾ ਹੈਗਾ ਹੋਰ ਲਾ ਕੇ ਉਹਨਾਂ ਨੂੰ ਵਾਪਸ ਉਸ ਰਸਤੇ ਤੋਂ ਜਿਹੜਾ ਲਿਆ ਸਕਦੇ ਨੇ। ਤੇ ਇਸ ਕਰਕੇ ਇਹ ਹੈ ਤੇ ਨਾਲੋਂ ਨਾਲ ਕਿਸਾਨੀ ਅੰਦੋਲਨ ਜਿਹੜਾ ਉਹ ਕਿਸਾਨਾਂ ਦਾ ਅੰਦੋਲਨ ਰਹਿਣਾ ਚਾਹੀਦਾ ਹੈਗਾ, ਇਹ ਲਾਜ਼ਮੀ ਹੈ ਕਿਉਂਕਿ ਜੇ ਕੋਈ ਕਾਮਰੇਡ ਆ ਤਾਂ ਉਹ ਵੀ ਕਿਸਾਨ ਹੈ, ਕੋਈ ਹੋਰ ਸੋਚਦਾ ਹੈਗਾ, ਕੋਈ ਸਿੱਖ ਹੈ ਉਹ ਵੀ ਕਿਸਾਨ ਹੈ। ਇਸ ਕਰਕੇ ਕਿਸਾਨ ਤਾਂ ਸਾਰੇ ਹੀ ਨੇ, ਹਿੰਦੂ ਭਾਈ ਵੀ ਕਿਸਾਨ ਨੇ, ਮੁਸਲਿਮ ਭਾਈ ਵੀ ਕਿਸਾਨ ਨੇ। ਇਸ ਕਰਕੇ ਕਿਸਾਨੀ ਅੰਦੋਲਨ ਰਹਿਣਾ ਚਾਹੀਦਾ। ਪਰ ਕਿਹਨੇ ਢਾਹ ਲਾਈ, ਕਿਹਨੇ ਨੁਕਸਾਨ ਕੀਤਾ, ਜੇ ਆਪਾਂ ਅੰਦੋਲਨ ਦੀ ਸਫਲਤਾ ਤੋਂ ਬਾਅਦ ਗੱਲਾਂ ਕਰੀਏ, ਬਾਅਦ ਚ ਜਿਹੜੇ ਕੁਐਸਚਨ ਕਰੀਏ, ਬਾਅਦ ਚ ਲੇਖਾ ਜੋਖਾ ਕਰੀਏ ਤਾਂ ਬੈਟਰ ਹੈ, ਕਿਉਂਕਿ ਜੇ ਆਪਾਂ ਵਿੱਚ ਕਰਦੇ ਹਾਂ ਤਾਂ ਉਹਦੇ ਨਾਲ ਨੁਕਸਾਨ ਜਿਹੜਾ ਹੁੰਦਾਗਾ। ਪਰ ਜਿਹੜਾ ਬੰਦਾ ਲਾਈਨ ਤੋਂ ਇੱਕ ਮਰਿਆਦਾ ਤੋਂ ਪੂਰੀ ਤਰ੍ਹਾਂ ਬਾਹਰ ਜਾਂਦਾਗਾ ਉਹਨੂੰ ਆਪਾਂ ਟਾਰਗੇਟ ਜਿਹੜਾ ਅੰਦੋਲਨ ਦੇ ਵਿੱਚ ਵੀ ਕਰ ਸਕਦੇ ਹਾਂ, ਕਿਉਂਕਿ ਉਹ ਨੁਕਸਾਨ ਜਿਹੜਾ ਕਰ ਸਕਦਾ। ਅਰਸ਼ਦੀਪ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੈਰੀ ਸੂਨ ਆਪਣੇ ਨਾਲ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੁੜਨਗੇ ਜੀ। ਆਪਾਂ ਲੋਕਲ ਖਬਰਾਂ ਲੈ ਲਈਏ ਤਾਂ ਲੋਕਲ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਿਹਾ ਜੀ ਪੰਕਜ ਸਪਰਾ ਰੀਮੈਕਸ ਰਿਐਲਿਟੀ ਤੋਂ। ਜੇ ਤੁਸੀਂ ਘਰ ਖਰੀਦਣਾ, ਵੇਚਣਾ ਜਾਂ ਕਿਸੇ ਪ੍ਰਾਪਰਟੀ ਨੂੰ ਤੁਸੀਂ ਲਿਸਟਿੰਗ ਕਰਨਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਿਆ ਕਰੋ। ਉਹ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਆ, ਘਰ ਨੂੰ ਪੇਂਟ ਕਿੱਦਾਂ ਕਰਨਾ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਉਹ ਦੂਰ ਕਰਕੇ ਲਾਓਗੇ ਤਾਂ ਘਰ ਦੀ ਕੀਮਤ ਆਟੋਮੈਟਿਕ ਹੀ ਵੱਧ ਜਾਂਦੀ ਹੈ ਜੀ। 416 722 2385 ਤੇ ਕਾਲ ਕੀਤੀ ਜਾ ਸਕਦੀ ਹੈ। ਮੌਂਟਰੀਅਲ ਦੇ ਵਿੱਚ IPTV ਬਾਕਸ ਚਾਹੀਦਾ ਜੀ 514 566 0055 ਤੇ ਕਾਲ ਕਰ ਸਕਦੇ ਹੋ। ਇੰਡੀਆ ਪੈਸੇ ਭੇਜਣੇ ਅਪਰਾ ਟ੍ਰੇਡਿੰਗ ਕੰਪਨੀ ਜਗਤਾਰ ਢਾਹਣਾ ਨੂੰ ਕਾਲ ਕਰ ਲਓ 905 794 3233। ਤਾਜ਼ਾ ਸਵਾਦਲਾ ਖਾਣਾ ਖਾਣਾ ਜੀ ਬਾਬਾ ਢਾਬਾ 255 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ 905 499 4314। ਜੌਬ ਦੀ ਭਾਲ ਵਿੱਚ ਉਹ ਨਵੇਂ ਆਏ ਹੋ ਤਾਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਜੌਬਾਂ ਜੀ। ਜੌਬ ਇਨ GTA ਤੁਸੀਂ ਸਰਚ ਕਰਨੀ ਹੈ ਜੀ ਗੂਗਲ ਤੇ ਜਾ ਕੇ 416 213 0092 ਜਾਂ 905 614 0300 ਤੇ ਤੁਹਾਡੇ ਕੋਲ CVR ਲੈਣਾ, ਇਫਤਾ ਲੈਣਾ, US ਡਾਟ ਜਾਂ ਇੰਸ਼ੋਰੈਂਸ ਦੀ ਕੋਈ ਪ੍ਰੋਬਲਮ ਆਉਂਦੀ ਹੈ, ਕੰਪਨੀ ਨੂੰ ਰਨ ਕਿੱਦਾਂ ਕਰਨਾ, ਡਰੱਗ ਟੈਸਟ ਕਰਾਉਣਾ, G&G ਟਰੈਕਿੰਗ ਸੋਲੂਸ਼ਨ ਤਨਵੀਰ ਢੱਡਾ ਨੂੰ ਕਾਲ ਕਰ ਲਓ 905 461 2525 ਤੇ ਕਾਰ ਦਾ ਐਕਸੀਡੈਂਟ ਹੋ ਗਿਆ 14 ਹਿਲ ਰੋਡ ਬਰੈਂਪਟਨ ਦੇ ਵਿੱਚ ਪੀਲ ਆਟੋ ਕਲੀਜ਼ਨ। ਦਰਬਾਰਾ ਸਿੰਘ ਉਹਨਾਂ ਨੂੰ ਕਾਲ ਕਰ ਲਓ ਜੀ ਬੜੀ ਚੜ੍ਹਦੀ ਕਲਾ ਵਾਲੇ ਸਿੰਘ 905 459 1300 ਤੇ ਕਾਲ ਕੀਤੀ ਜਾ ਸਕਦੀ ਹੈ। ਚੱਲਦੇ ਜੀ ਆਪਾਂ ਖਬਰਾਂ ਤੇ। ਜਿਹੜੇ ਕੇਸ ਆਏ ਜੀ 1508 ਡੈਥ ਹੋਈਆਂ 14 ਟੈਸਟ 59100 ਟੋਰਾਂਟੋ 542 ਪੀਲ 253 ਯਾਰਕ ਰੀਜਨ 107 ਡਰਹਮ 42 ਤੇ ਹਾਲਟਨ 32। ਟੋਰਾਂਟੋ ਦੀ ਸਾਊਥ ਡਿਟੈਂਸ਼ਨ ਸੈਂਟਰ ਵਿੱਚ ਆਊਟਬ੍ਰੇਕ ਹੋਈ ਹੈ ਤੇ ਉਹਦੇ ਵਿੱਚ 70 ਵਿਅਕਤੀ ਜਿਹੜੇ ਕੋਵਿਡ ਪੋਜ਼ਿਟਿਵ ਪਾਏ ਗਏ ਆ। 17 ਦੇ ਵਿੱਚੋਂ 36 ਜਿਹੜੇ ਆ ਉਹ ਵੇਰੀਐਂਟ ਦੇ ਮਰੀਜ਼ ਆ ਜੀ। UK ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਕਿਹਾ ਕਿ ਮੈਂ ਜਲਦੀ ਹੀ ਐਸਟਰਾਜੈਨਿਕਾ ਦੀ ਵੈਕਸੀਨ ਲਗਵਾਉਣ ਜਾ ਰਿਹਾ, ਪਰ ਬਹੁਤ ਸਾਰੀਆਂ ਯੂਰਪ ਕੰਟਰੀਆਂ ਨੇ ਤੇ ਹੋਰਾਂ ਕੰਟਰੀਆਂ ਨੇ ਵੀ ਇਸ ਨੂੰ ਸਸਪੈਂਡ ਕੀਤਾ ਹੋਇਆ ਕਿਉਂਕਿ ਇਹ ਬਲੱਡ ਕਲੌਡ ਬਣਾਉਂਦੀ ਆ। ਪਰ ਕਹਿੰਦਾ ਮੈਨੂੰ ਇਹਦੇ ਤੇ ਯਕੀਨ ਆ। ਕੱਲ 10:30 ਵਜੇ ਵਾਹਨ ਤੇ ਵਿੱਚ 427 ਤੇ 7 ਤੇ ਇੱਕ ਸ਼ੂਟਿੰਗ ਹੋਈ ਹੈ ਜੀ ਹਾਈਵੇ ਦੇ ਉੱਪਰ ਹੀ, ਤੇ ਗੱਡੀ ਦੇ ਵਿੱਚ ਗੋਲੀਆਂ ਵੱਜੀਆਂ ਪਰ ਕੋਈ ਜ਼ਖਮੀ ਨਹੀਂ ਹੋਇਆ। ਕਾਰ ਵਿੱਚ ਹੋਲ ਹੋ ਗਏ। ਸਸਪੈਕਟ ਦੇ ਵਹੀਕਲ ਦੀ ਜਿਹੜੀ ਪਹਿਚਾਣ ਕਰ ਲਈ ਗਈ ਆ। ਵੌਕਸਵੈਗਨ ਜਿਹੜੀ ਵਾਈਟ ਕਲਰ ਜੈਟਾ ਕਾਰ ਹੈ ਜੀ ਤੇ ਉਹ 'ਚ 3 ਵਿਅਕਤੀ ਸਵਾਰ ਸਨ। ਪੁਲਿਸ ਨੇ ਅਪੀਲ ਕੀਤੀ ਕਿ ਅਗਰ ਕਿਸੇ ਦੇ ਕੋਲ ਦੇਖਿਆ ਜਾਂ ਕੋਈ ਡੈਸ਼ ਕੈਮ ਹੈ, ਕਿਸੇ ਦੇ ਕੋਲ ਵੀ ਕੋਈ ਪ੍ਰੂਫ ਹੈਗਾ ਜਾਂ ਉਹਦੀ ਨੰਬਰ ਪਲੇਟ ਤੇ ਪੁਲਿਸ ਦੀ ਮਦਦ ਕੀਤੀ ਜਾਵੇ। ਜਨਵਰੀ 2020 ਦੇ ਵਿੱਚ ਯੂਕਰੇਨ ਇੰਟਰਨੈਸ਼ਨਲ 에ਅਰਲਾਈਨ ਜਿਹੜੀ ਆ ਫਲਾਈਟ ਨੰਬਰ 752 ਜੋ ਕਿ ਇਰਾਨ ਦੇ ਮਿਲਟਰੀ ਨੇ ਸ਼ੂਟ ਕਰਕੇ ਹੇਠਾਂ ਸੁੱਟ ਦਿੱਤੀ ਸੀਗੀ। ਇਸ 'ਚ ਟੋਟਲ 176 ਵਿਅਕਤੀ ਸਵਾਰ ਸਨ ਤੇ ਸਾਰੇ ਮਾਰੇ ਗਏ। ਇਹਨਾਂ ਵਿੱਚੋਂ 55 ਕੈਨੇਡੀਅਨ ਤੇ 30 ਜਿਹੜੇ PR ਕੈਨੇਡੀਅਨ ਸਨ। ਉਹਨਾਂ ਦੀ ਹੁਣ ਫਾਈਨਲ ਰਿਪੋਰਟ ਆਈ ਆ। ਇਰਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਬਲੇਮ ਕੀਤਾ ਕਿ ਹਿਊਮਨ ਐਰਰ ਆ ਗਿਆ ਸੀਗਾ ਤੇ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ। ਬਿਲਕੁਲ ਜੀ 176 ਲੋਕ ਮਾਰੇ ਗਏ ਆ, ਜਿਨ੍ਹਾਂ ਦੇ ਮਾਰੇ ਗਏ ਕਸੂਰ ਤੇ ਉਹਨਾਂ ਦਾ ਆ।
ਇਰਾਨ ਦਾ ਕੋਈ ਕਸੂਰ ਨਹੀਂ, ਤੁਹਾਨੂੰ ਪਤਾ ਹੀ ਇਹਨਾਂ ਕੰਟਰੀਆਂ ਦੇ ਵਿੱਚ ਕੀ ਕੁਝ ਹੁੰਦਾ ਆ। ਤੇ ਨਾਰਥ ਕੋਰੀਆ ਜਿਹੜਾ USA ਦੇ ਵਿੱਚ ਜਦੋਂ ਵੀ ਕੋਈ ਨਵਾਂ ਪ੍ਰੈਜ਼ੀਡੈਂਟ ਬਣਦਾ ਤਾਂ ਉਸ ਵਕਤ ਕਿਸੇ ਨਾ ਕਿਸੇ ਮਿਜ਼ਾਈਲ ਦਾ ਜਿਹੜਾ ਉਹ ਟੈਸਟ ਕਰਦਾ, ਪ੍ਰੀਖਣ ਕਰਦਾ ਆ, ਯਾਨੀ ਕਿ ਧਮਕਾਉਂਦਾ ਆ। USA ਇੰਟੈਲੀਜੈਂਸ ਨੇ ਦੱਸਿਆ ਕਿ ਕੋਰੀਆ ਹੁਣ ਜੋ ਬਾਈਡਨ ਦੇ ਆਉਣ ਤੋਂ ਬਾਅਦ ਫਿਰ ਨਵੇਂ ਧਮਾਕੇ ਲਈ ਕੋਈ ਪ੍ਰਪੋਜ਼ਲ ਤਿਆਰ ਕਰ ਰਿਹਾ, ਪ੍ਰਪੇਅਰ ਹੋ ਗਿਆ ਜੀ। ਕਹਿੰਦਾ ਇਸ ਤੋਂ ਪਹਿਲਾਂ ਬਰਾਕ ਓਬਾਮਾ ਨੇ 2009 ਦੇ ਵਿੱਚ ਚਾਰਜ ਸੰਭਾਲਿਆ ਤੇ 2017 ਦੇ ਵਿੱਚ ਡੋਨਾਲਡ ਟਰੰਪ ਨੇ ਚਾਰਜ ਸੰਭਾਲਿਆ ਤੇ ਮਿਜ਼ਾਈਲ ਦਾ ਪ੍ਰੀਖਣ ਉਸ ਟਾਈਮ ਵੀ ਕੀਤਾ ਗਿਆ। ਦੀ ਆਈਡੀਆ ਵਾਜ਼ ਟੂ ਟ੍ਰੇਨ them ਲਾਈਕ ਏ ਡੌਗ, ਜਿੱਦਾਂ ਕਿਸੇ ਕੁੱਤੇ ਨੂੰ ਟ੍ਰੇਨ ਕੀਤਾ ਜਾਂਦਾ, ਕਹਿੰਦੇ ਉਸੇ ਤਰ੍ਹਾਂ ਦੀਆਂ ਹਰਕਤਾਂ ਆ। ਟੋਰਾਂਟੋ ਦੇ ਪੀਲ ਰੀਜਨ ਦੇ ਟੌਪ ਡਾਕਟਰ ਨੇ ਕਿਹਾ ਕਿ ਕੋਵਿਡ ਦੇ ਕੇਸ ਇੰਨੇ ਜ਼ਿਆਦਾ ਵੱਧ ਰਹੇ ਹਨ ਕਿ ਅਸੀਂ ਟੋਰਾਂਟੋ ਤੇ ਪੀਲ ਨੂੰ ਰੈੱਡ ਜ਼ੋਨ ਵਿੱਚ ਨਹੀਂ ਕਰ ਸਕਦੇ। ਡਾਕਟਰ ਲਾਰੈਂਸ ਤੇ ਡਾਕਟਰ ਐਲੀਨ ਵਿਲਾ ਨੇ ਕਿਹਾ ਕਿ ਟੋਰਾਂਟੋ ਤੇ ਪੀਲ ਨੂੰ ਗ੍ਰੇ ਜ਼ੋਨ ਵਿੱਚ ਰੱਖ ਕੇ ਆਊਟਡੋਰ ਜਿਹੜਾ ਕੁਝ ਕੀਤਾ ਜਾਵੇ, ਜਿਵੇਂ ਡਾਈਨਿੰਗ, ਪੈਟੀਓ, ਫਿਟਨੈਸ ਕਲਾਸਿਸ, ਇਦਾਂ ਦੇ ਕੰਮ ਹੋ ਸਕਦੇ ਆ। ਵਾਈਟ ਹਾਊਸ ਨੇ ਕਨਫਰਮ ਕੀਤਾ ਕਿ ਕੈਨੇਡਾ ਵੈਕਸੀਨ ਦੀ ਹੈਲਪ ਮੰਗ ਰਿਹਾ। ਪਹਿਲਾਂ ਤਾਂ ਜੋ ਬਾਈਡਨ ਨੇ ਨਾ ਕਰ ਦਿੱਤੀ ਸੀ, ਸਾਰਿਆਂ ਨੂੰ ਪਤਾ ਹੀ ਆ ਕਿ ਸਭ ਤੋਂ ਪਹਿਲਾਂ ਅਮਰੀਕਾ ਨੂੰ ਪਹਿਲ ਦਿੱਤੀ ਜਾਵੇਗੀ, ਪਰ ਹੁਣ ਜੋ ਬਾਈਡਨ ਨੇ ਕਿਹਾ ਵੀ ਕਈ ਕੰਟਰੀਆਂ ਦੇ ਕੋਲੋਂ ਅਸੀਂ ਮੰਗ ਕਰ ਰਹੇ ਹਾਂ ਵੈਕਸੀਨ ਦੀ। ਜਦੋਂ ਸਾਡੇ ਕੋਲ ਵੈਕਸੀਨ ਪਹੁੰਚ ਗਈ ਤੇ ਪਹਿਲ ਦੇ ਆਧਾਰ ਤੇ ਅਸੀਂ ਕੈਨੇਡਾ ਤੇ ਮੈਕਸੀਕੋ ਨੂੰ ਇਹ ਵੈਕਸੀਨ ਜ਼ਰੂਰ ਦੇਵਾਂਗੇ ਜੀ। ਫੇਜ਼ 2 ਦੀ ਜਿਹੜੀਆਂ ਵੈਕਸੀਨ ਅੰਟਾਰੀਓ ਦੀ ਲਿਸਟ ਦੇ ਵਿੱਚ ਰੈਸਟੋਰੈਂਟ ਦੇ ਵਰਕਰ ਸੀਗੇ, ਹੁਣ ਉਹਨਾਂ ਦਾ ਨਾਂ ਕੱਢ ਦਿੱਤਾ ਗਿਆ। ਸਰਕਾਰ ਅਨੁਸਾਰ ਕਹਿੰਦੇ ਬੜੇ ਜ਼ਰੂਰੀ ਨਹੀਂ ਹੈਗੇ, ਹਾਲੇ ਹੋਰ ਬਹੁਤ ਜ਼ਿਆਦਾ ਜ਼ਰੂਰੀ ਆ। ਯੂਰਪ ਰੀਜਨ ਨੇ ਅੱਜ ਤੋਂ ਕੋਵਿਡ-19 ਦੀ ਜਿਹੜੀ ਵੈਕਸੀਨ ਦੀ ਅਪਾਇੰਟਮੈਂਟ ਆ ਉਹ 75 ਤੋਂ ਲੈ ਕੇ 79 ਸਾਲ ਤੱਕ ਸ਼ੁਰੂ ਹੋ ਗਈ ਹੈ ਜੀ। ਜਿਨ੍ਹਾਂ ਦਾ ਜਨਮ 1946 ਜਾਂ ਉਸ ਤੋਂ ਪਹਿਲਾਂ ਦਾ ਆ ਉਹ ਵੈਕਸੀਨ ਲੈ ਸਕਦੇ ਆ। ਅੱਜ 8:30 ਵਜੇ ਇਹ ਖੁੱਲ੍ਹ ਗਿਆ ਤੇ ਇਹਨਾਂ ਦੀਆਂ 7 ਜਾਣੀ ਕਿ 7 ਵੈਕਸੀਨ ਸਾਈਟ ਆ ਜਿੱਥੇ ਮਰਜ਼ੀ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਆਪਾਂ ਹੁਣੇ ਗੱਲਬਾਤ ਕੀਤੀ ਹੈ ਜੀ ਜਿਹੜੀ 2018 ਦੇ ਵਿੱਚ ਚਾਈਨਾ ਨੇ 2018 ਦੇ ਵਿੱਚ ਚਾਈਨਾ ਨੇ 2 ਕੈਨੇਡੀਅਨ ਜਿਹੜੇ ਡਿਟੇਨ ਕੀਤੇ ਆ ਤੇ ਮਾਈਕਲ ਕੋਬਰੇਗ ਤੇ ਮਾਈਕਲ ਸਪੇਬਰ, ਉਹਨਾਂ ਦਾ ਚਾਈਨਾ ਦੇ ਵਿੱਚ ਜਿਹੜਾ ਟ੍ਰਾਇਲ ਬਹੁਤ ਜਲਦੀ ਸ਼ੁਰੂ ਹੋ ਜਾਊਗਾ। ਪਹਿਲਾਂ ਤੇ ਕੱਲ ਕਹਿੰਦੇ ਸੀ ਵੀ ਨੈਕਸਟ ਵੀਕ ਹੋਊਗਾ, ਪਰ ਅੱਜ ਖਬਰ ਆ ਗਈ ਹੈ ਜੀ ਇੱਕ ਦਾ ਟ੍ਰਾਇਲ ਅੱਜ ਜਾਣੀ ਕਿ ਫਰਾਈਡੇ ਨੂੰ, ਕੱਲ ਨੂੰ, ਤੇ ਇੱਕ ਦਾ ਮੰਡੇ ਨੂੰ ਇਹਦਾ ਟ੍ਰਾਇਲ ਆ। ਇਟੋਬੀਕੋ ਦੇ ਵਿੱਚ ਸਕਾਰਲੇਟ ਤੇ ਲਾਰੈਂਸ ਤੇ ਸ਼ੂਟਿੰਗ ਹੋਈ ਆ ਤੇ ਇੱਕ ਯੰਗ ਟੀਨੇਜਰ ਦੇ ਗੋਲੀਆਂ ਵੱਜੀਆਂ। ਪੁਲਿਸ ਨੂੰ ਕਾਲ ਗਈ ਤੇ ਪੁਲਿਸ ਦੇ ਆਉਣ ਤੱਕ ਉਹ ਕ੍ਰਿਟੀਕਲ ਹਾਲਤ ਦੇ ਵਿੱਚ ਉਹਨੂੰ ਹਸਪੀਟਲ ਪਹੁੰਚਾਇਆ ਤੇ ਸਸਪੈਕਟ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿੱਤੀ, ਪਰ ਇੱਕ ਜਿਹੜਾ ਵਿਟਨੈਸ ਹੈ ਉਹਨੇ ਕਿਹਾ ਕਿ ਉਹ ਗੋਲੀਆਂ ਚਲਾ ਕੇ ਦੌੜ ਗਿਆ, ਸ਼ਾਇਦ ਉਹਨੇ ਦੇਖਿਆ ਹੋਊਗਾ ਕਿਦਾਂ ਦਾ, ਪਰ ਹਾਲੇ ਪੁਲਿਸ ਨੇ ਕੁਝ ਨਹੀਂ ਦੱਸਿਆ। USA ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ, ਉਹਦੇ ਸਰਕਾਰੀ ਹਾਊਸ ਦੇ ਨੇੜੇ ਜਾਣੀ ਕਿ ਘਰ ਦੀ ਜਿਹੜੀ ਪ੍ਰਾਪਰਟੀ ਦੇ ਵਿੱਚ ਕੋਈ ਬੰਦਾ ਇੱਕ ਬੰਦੂਕ ਲੈ ਕੇ ਤੇ ਉਹਦੇ ਕੋਲ ਕਾਫੀ ਅਸਲਾ ਬਰੂਦ ਸੀਗਾ, ਉਹ ਭਾਰੀ ਮਾਤਰਾ ਦੇ ਵਿੱਚ ਪਹੁੰਚ ਗਿਆ, ਉਹਦੇ ਕੋਲੋਂ ਬਰਾਮਦ ਕੀਤਾ। ਪੁਲਿਸ ਨੇ ਜਿਹੜੇ ਪੋਲ ਮਰੇ 31 ਸਾਲ ਦੀ ਉਮਰ ਆ ਜੀ, ਉਹਨੂੰ ਚਾਰਜ ਕੀਤਾ। ਤੁਸੀਂ ਦੇਖ ਲਓ ਵੀ ਕਿੱਡੀ ਵੱਡੀ ਸਿਕਿਉਰਿਟੀ ਹੋਊਗੀ, ਵਾਈਸ ਪ੍ਰੈਜ਼ੀਡੈਂਟ ਆ ਉਹ ਵੀ ਏਡੇ ਵੱਡੇ ਕੰਟਰੀ ਦੀ, ਅਮਰੀਕਾ ਦੀ, ਤੇ ਉਹ ਬੰਦਾ ਇੰਨਾ ਅਸਲਾ ਲੈ ਕੇ ਜਿਹੜਾ ਸਰਕਾਰੀ ਪ੍ਰਾਪਰਟੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਘਰ ਦੀ ਪ੍ਰਾਪਰਟੀ ਆ ਉਹਦੇ ਵਿੱਚ ਪਹੁੰਚ ਗਿਆ ਤੇ ਉੱਥੇ ਉਹਨੂੰ ਅਰੈਸਟ ਕੀਤਾ ਆ। ਆਮ ਕੰਟਰੀਆਂ ਦੇ ਕਿੱਦਾਂ ਦੇ ਸ਼ੈਲਟਰ ਹੋਮ ਪਹੁੰਚਾਇਆ ਗਿਆ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ। ਡਾਇਰੈਕਟਰ ਆਫ ਅੰਟਾਰੀਓ ਸਾਇੰਸ ਟੇਬਲ ਨੇ ਕਿਹਾ ਕਿ 3 ਵੀਕ ਦਾ ਜਿਹੜਾ ਹੁਣ ਲੋਕਡਾਊਨ ਲਾਇਆ ਜਾਵੇ, ਕਿਉਂਕਿ ਅੰਟਾਰੀਓ ਦੇ ਵਿੱਚ ਕੇਸ ਜਿਹੜੇ ਬਹੁਤ ਜ਼ਿਆਦਾ ਵੱਧ ਗਿਆ ਜੋ ਕਿ 1500 ਨੂੰ ਕ੍ਰੋਸ ਕਰ ਗਿਆ। ਅੱਜ 1508 ਆਪਾਂ ਹੁਣੇ ਦੱਸ ਕੇ ਹਟਿਆ ਜੀ, ਕਹਿੰਦੇ 1500 ਨੂੰ ਵੱਧ ਗਿਆ ਤੇ 3 ਵੀਕ ਦਾ ਪ੍ਰੋਪਰ ਲੋਕਡਾਊਨ ਲਾਇਆ ਜਾਵੇ। ਕੈਨੇਡਾ ਦੇ ਵਿੱਚ 1.9 ਮਿਲੀਅਨ ਜੌਬ ਜਿਹੜੀ ਆ ਟੂਰਿਜ਼ਮ ਤੇ ਡਿਪੈਂਡ ਕਰਦੀਆਂ ਤੇ ਕੋਵਿਡ ਕਾਰਨ ਟੂਰਿਜ਼ਮ ਜਿਹੜੇ ਲੋਕ ਵਿਜ਼ਿਟ ਕਰਨ ਨਹੀਂ ਆਉਂਦੇ, ਲਗਭਗ 2 ਮਿਲੀਅਨ ਜਿਹੜੇ ਲੋਕ ਆ ਉਹ ਜੌਬਾਂ ਤੋਂ ਵਾਂਝੇ ਆ। ਸਰਕਾਰ ਤੇ ਲੋਕਾਂ ਨੂੰ ਕਿੰਨਾ ਘਾਟਾ ਪੈ ਰਿਹਾ ਜੀ। ਡਗਫੋਰਡ ਕੱਲ ਨੂੰ 1 ਵਜੇ ਦੱਸਣਗੇ ਕਿ ਟੋਰਾਂਟੋ ਤੇ ਪੀਲ ਨੂੰ ਡਾਰਕ ਜ਼ੋਨ ਤੋਂ ਰੈੱਡ ਜ਼ੋਨ ਦੇ ਵਿੱਚ ਲੈ ਕੇ ਆਉਣਾ ਜਾਂ ਨਹੀਂ ਆਉਣਾ। ਟੋਰਾਂਟੋ ਤੇ ਪੀਲ ਦੇ ਟੌਪ ਡਾਕਟਰ ਨੇ ਆਪਣੀ ਰਾਏ ਜਿਹੜੀ ਉਹਨਾਂ ਨੂੰ ਦੇ ਦਿੱਤੀ ਆ, ਉਹ ਕਹਿੰਦੇ ਨਹੀਂ ਆਉਣੇ ਚਾਹੀਦੇ, ਹਾਲੇ ਉਹ ਕੰਡੀਸ਼ਨ ਨਹੀਂ ਹੈਗੀ। ਜਿਹੜੀ ਯੂਕਰੇਨ ਦੀ ਆਪਾਂ ਹੁਣੇ ਖਬਰ ਸਾਂਝੀ ਕਰਕੇ ਹਟੇ ਹਾਂ ਜੀ, ਉਹ ਕੱਲ ਆਈ ਸੀਗੀ ਕਿਉਂਕਿ ਰਾਤ ਦੀ ਖਬਰ ਸੀਗੀ, ਤਾਂ ਹੁਣ ਦੁਬਾਰਾ ਅਪਡੇਟ ਫੇਰ ਆ ਗਈ ਜੀ। ਕਹਿੰਦੇ ਜਿਹੜੀ ਯੂਕਰੇਨ ਦੀ ਇੰਟਰਨੈਸ਼ਨਲ 에ਅਰਲਾਈਨ 752 ਜੋ ਕਿ ਇਰਾਨ ਦੀ ਮਿਲਟਰੀ ਨੇ ਸੁੱਟ ਦਿੱਤੀ ਸੀ, ਹੁਣ ਕਹਿ ਰਹੇ ਆ ਕਿ ਹਿਊਮਨ ਐਰਰ ਆ ਗਿਆ ਸੀਗਾ ਤੇ ਉਹਨਾਂ ਕਿਹਾ ਸਾਡਾ ਕੋਈ ਕਸੂਰ ਨਹੀਂ, ਪਰ ਕੈਨੇਡਾ ਨੇ ਉਹਨਾਂ ਦੇ
ਡਿਸੀਜਨ ਨੂੰ ਜਿਹੜਾ ਰਿਜੈਕਟ ਕਰ ਦਿੱਤਾ। ਓਟਵਾ ਨੇ ਕਿਹਾ ਕਿ ਈਰਾਨ ਝੂਠ ਕੋਈ ਤੇ ਉਹ ਕਾਲ ਕਰ ਸਕਦੇ ਹੋ 416 560 2400 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਨਾਲ ਹੀ ਜੇ ਟਾਇਰ ਪਵਾਉਣੇ ਆ ਤੁਸੀਂ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁਲੇਵਾਰਡ ਬਰੈਂਪਟਨ ਦੇ ਵਿੱਚ 905 452 0111। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਜੀ ਤੇ ਬਰੈਂਪਟਨ ਇਮੀਗ੍ਰੇਸ਼ਨ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲ, ਦਲੀਲ, ਕਿਸੇ ਫੈਮਿਲੀ ਨੂੰ ਸਪਾਂਸਰ ਕਰਨਾ ਤੇ ਵੀਰ ਸੰਦੀਪ ਸਿੰਘ ਉਹਨਾਂ ਨੂੰ ਕਾਲ ਕਰ ਲਓ 647 786 2012। ਤੇ ਅਗਰ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਆਪਣੀ ਲਾਟ ਆ ਜਾਂ ਤੁਹਾਡੇ ਕੋਲ ਆਪਣਾ ਫਾਰਮ ਹਾਊਸ ਆ ਤੇ ਜਿੱਡਾ ਮਰਜ਼ੀ ਘਰ ਬਣਾ ਲਓ ਜੀ 2000 ਸਕੁਅਰ ਫੁੱਟ ਤੋਂ ਲੈ ਕੇ 20000 30000 ਸਕੁਅਰ ਫੁੱਟ sarblowbuilder.com ਤੇ ਕੁਲਵਿੰਦਰ ਪੱਤੜ ਉਹਨਾਂ ਨੂੰ ਕਾਲ ਕਰ ਸਕਦੇ ਹੋ। 15 ਸਾਲ ਦਾ ਐਕਸਪੀਰੀਅੰਸ ਹੈ। ਇੱਕ ਵਾਰੀ ਬੈਠ ਕੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰੋ 416 841 0478। ਬਹੁਤ ਜਲਦੀ ਆਪਣੀ ਜਿਹੜੀ ਲਾਈਨ ਆ ਉਹ ਇੰਡੀਆ ਮਿਲਣ ਜਾ ਰਹੀ ਆ ਤੇ ਇਦਾਂ ਹੀ ਵੀਰ ਮਾੜਾ ਜਿਹਾ ਹੋਲਡ ਰੱਖਿਓ ਤੇ ਆਪਾਂ ਨਾਲ ਲਾਈਨ ਬਣਾਉਣੇ ਆ ਕਿਉਂਕਿ ਫਿਰ ਸਮਾਂ ਦਿੱਤਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਾਂ 1 ਬਾਈ 1 ਔਨ 에ਅਰ ਕਰਦੇ ਆ। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਿਲਕੁਲ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। ਤਾਂ ਤੁਹਾਨੂੰ ਦੱਸਿਆ ਸੀਗਾ ਜੀ ਆਪਣੇ ਨਾਲ ਅੱਜ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਜਿਹੜੇ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਉਹ ਆਪਣੇ ਨਾਲ ਜੁੜ ਚੁੱਕੇ ਆ ਜੀ, ਆਪਣੀ ਲਾਈਨ ਉਹਨਾਂ ਨਾਲ ਮਿਲ ਚੁੱਕੀ ਆ। ਬੜੇ ਸਰਗਰਮ ਆ, ਤੁਹਾਨੂੰ ਪਤਾ ਹੀ ਆ ਜਦੋਂ ਦਾ ਵੀ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ, ਇਹ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ, ਉਹਨਾਂ ਨੇ ਆਪਣੀ ਪੂਰੀ ਟੀਮ ਤਿਆਰ ਕੀਤੀ ਹੋਈ ਆ। ਦਿਨ ਨਹੀਂ ਵੇਖਦੇ, ਰਾਤ ਨਹੀਂ ਵੇਖਦੇ, ਹਰ ਜਗ੍ਹਾ ਤੋਂ ਜਾ ਕੇ ਲਾਈਵ ਹੁੰਦੇ ਆ, ਪੂਰੀ ਹੈਲਪ ਕਰਦੇ ਆ। ਜਿਹੜੇ ਵੀਰਾਂ ਨੂੰ ਜੇਲ੍ਹ ਦੇ ਵਿੱਚ ਸਰਕਾਰ ਨੇ ਤਸ਼ੱਦਦ ਕਰਕੇ ਡੱਕਿਆ ਸੀਗਾ, ਉਹਨਾਂ ਦੀਆਂ ਜ਼ਮਾਨਤਾਂ ਕਰਾਉਂਦੇ, ਬਹੁਤ ਵੱਡੀ ਟੀਮ ਬਣਾਈ ਆ। ਤੇ ਸਾਰਿਆਂ ਨੂੰ ਇਹ ਵੀ ਪਤਾ ਇੱਕ ਬਹੁਤ ਵੱਡਾ ਹਸਪੀਟਲ ਬਣਾਇਆ ਜੀ, ਜਿੱਥੇ ਕੈਸ਼ ਕਾਊਂਟਰ ਹੀ ਹੈ ਨਹੀਂ। ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਮਰਿਆਦਾ ਅਨੁਸਾਰ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ, ਤੁਹਾਡਾ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਆ। ਤੁਸੀਂ ਦਿਨ ਰਾਤ ਇੱਕ ਕੀਤਾ ਹੋਇਆ ਜੀ, ਨਾ ਥੱਕਦੇ ਹੋ ਨਾ ਅੱਕਦੇ ਹੋ, ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ। ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਸਲੂਟ ਕਰਦੇ ਹਾਂ, ਕਿਉਂਕਿ ਰਾਜਨੀਤੀ ਡਿਫਰੈਂਟ ਚੀਜ਼ ਹੁੰਦੀ ਆ ਤੇ ਹੈਲਪ ਕਰਨੀ ਜਿਹੜੀ ਆ, ਲੋਕਾਂ ਦੇ ਨਾਲ ਖੜਨਾ ਜਿਹੜਾ, ਇਹ ਬੜੀ ਵੱਡੀ ਗੱਲ ਹੁੰਦੀ ਆ। ਤੁਸੀਂ ਲੋਕਾਂ ਦੇ ਨਾਲ ਖੜੇ ਹੋ, ਹਰਮਨ ਪਿਆਰਤਾ ਵੀ ਤਾਂ ਹੀ ਇੰਨੀ ਜ਼ਿਆਦਾ ਵਧੀ ਆ। ਤੁਸੀਂ ਜਿੱਥੇ ਵੀ ਗਾਹੇ ਵਗਾਹੇ ਜਿਹਨੂੰ ਵੀ ਲੋੜ ਪੈਂਦੀ ਆ, ਉਹ ਤੁਹਾਨੂੰ ਮਾੜਾ ਜਿਹਾ ਸੁਨੇਹਾ ਭੇਜਦਾ ਤਾਂ ਤੁਸੀਂ ਉਸੇ ਵੇਲੇ ਦੱਸਿਓ ਜੀ ਪ੍ਰੋਪਰ ਕਿੱਦਾਂ ਹੋਇਆ ਸਾਰਾ ਇਹ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਹੈ ਜੀ। ਦੇਖੋ, ਪਹਿਲਾਂ ਤਾਂ ਮੈਂ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ, ਮੈਂ ਕੋਈ ਐਸਾ ਕੰਮ ਨਹੀਂ ਕਰਦਾ ਪਿਆ ਜਿਹੜਾ ਕੋਈ ਵੱਖਰਾ ਹੋਵੇ। ਦਾ ਪ੍ਰੈਜ਼ੀਡੈਂਟ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਜਿਹੜਾ ਫਰਜ਼ ਬਣਦਾ ਜੀ ਮੇਰੇ ਸਿੱਖ ਵੀਰ ਆ ਕੇ ਮੇਰੇ ਦਿੱਲੀ ਦੀਆਂ ਜੇਲ੍ਹਾਂ 'ਚ ਬੰਦ ਹੋਣ ਔਰ ਉਸ ਜਗ੍ਹਾ ਤੇ ਮੈਂ ਪ੍ਰਬੰਧ ਦੇਖਦਾ ਪਿਆ ਵਾਂ, ਤੇ ਮੇਰਾ ਫਰਜ਼ ਬਣਦਾ, ਸਾਥੀ ਫਰਜ਼ ਬਣਦਾ ਉਹਨਾਂ ਪਰਿਵਾਰਾਂ ਨੂੰ ਜਾ ਕੇ ਖਵਾਉਣਾ, ਭਾਵੇਂ ਕੋਈ ਵੀ ਹੋਵੇ, ਕਿਸੇ ਪਾਰਟੀ ਤੋਂ ਹੋਵੇ, ਕਿਸੇ ਸੋਚ ਧਾਰਾ ਦਾ ਹੋਵੇ। ਇੱਕ ਗੱਲ। ਦੂਜੀ ਗੱਲ, ਆਪਾਂ ਰਣਜੀਤ ਸਿੰਘ ਦੀ ਗੱਲ ਕਰਾਂਗੇ। ਰਣਜੀਤ ਸਿੰਘ ਦੇ ਇਲਾਵਾ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਹੁਣ ਤੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉਪਰਾਲੇ ਸਦਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਰਸ ਸਦਕੇ ਹੁਣ ਤੱਕ 141 ਲੋਕ ਜਿਹੜੇ ਨੇ ਉਹ ਜੇਲ੍ਹਾਂ ਤੋਂ ਬਾਹਰ ਆ ਚੁੱਕੇ ਨੇ ਜੀ। ਔਰ ਇਹਨਾਂ ਚੋਂ ਹੁਣ ਮੇਰਾ ਖਿਆਲ 8 ਲੋਕ ਜਿਹੜੇ ਇਹਨਾਂ ਕੇਸਾਂ 'ਚ ਰਹਿ ਗਏ ਨੇ। ਜੇ ਕੋਈ ਆਪਦੇ ਹੋਰ ਵਗੈਰਾ ਇਸ ਨਾਲ ਕੀਤਾ ਹੋਵੇ, ਕਿਉਂਕਿ ਪੁਲਿਸ ਰੋਜ਼ ਭੱਜੀ ਫਿਰਦੀ ਹੈ ਕਿਤੇ ਨਾ ਕਿਤੇ, ਕੁਛ ਨਾ ਕੁਛ ਲੱਭਣਗੇ। ਇੱਕ ਗੱਲ। ਦੂਜੀ ਗੱਲ, ਰਣਜੀਤ ਸਿੰਘ ਦਾ ਆਪਾਂ ਕੇਸ ਦੀ ਗੱਲ ਕਰੀਏ, ਰਣਜੀਤ ਸਿੰਘ ਨਾਲ ਜੈਨੂਨ ਵੀ ਬਹੁਤ ਵੱਡੀ ਜਾਤੀ ਹੋਈ, ਹਾਲਾਂਕਿ ਹੋਈ ਤੇ ਸਾਰਿਆਂ ਨਾਲ ਹੀ ਜਾਤੀ ਜਿਹੜੇ ਅਰੈਸਟ ਹੋਏ ਨੇ, ਪਰ ਰਣਜੀਤ ਸਿੰਘ ਨਾਲ ਇਸ ਕਰਕੇ ਜਾਤੀ ਹੋਈ ਕਿ ਸ਼ਰੇਆਮ ਪੁਲਿਸ ਨੇ ਉਹਨੂੰ ਓਪਨਲੀ ਹਿਊਮਿਲੇਟ ਕੀਤਾ, ਕੁੱਤੇ ਕਾਇ ਕਰੇ ਤਰੀਕਾ ਨਾਲ ਸਾਡੀ ਜ਼ਿੰਦਗੀ ਉਹਦੀ ਸਿਰ ਤੇ ਪੈਰ ਰੱਖ ਕੇ, ਔਰ ਫਿਰ ਕੁੱਟ ਦੇ ਨੂੰ ਜਿੱਪਸੀ ਸੁੱਟ ਲਿਆ। ਫਿਰ ਦੇਖਿਆ ਕਿ ਅਜੇ ਹੋਰ ਘਟਾਉਣਾ ਹੈ। ਫਿਰ ਜਿਹੜੇ ਇਹਨਾਂ ਨੇ ਦਰਿੰਦੇ ਬਣਾ ਰੱਖੇ ਸੀ, ਜਿਹੜੇ ਟੱਟੂ ਸੀ ਸਰਕਾਰ ਦੇ ਪਹਾੜੇ ਤੇ ਟੱਟੂ ਲਿਆਂਦੇ ਸੀਗੇ, ਫਿਰ ਉਹਨਾਂ ਦੇ ਦੁਆਲੇ 'ਚ ਉਹਨਾਂ ਨੂੰ ਛੱਡ ਦਿੱਤਾ, ਉਹਨਾਂ ਦੇ ਕੋਲ ਕੱਢ ਕੇ ਜਿੱਥੇ ਉਹ ਕੁੱਟਣ ਫੇਰ ਲੱਗ ਪਏ। ਮਤਲਬ ਬਹੁਤ ਜ਼ਿਆਦਾ ਦਰਦਨਾਕ ਉਹ ਹਾਦਸਾ ਸੀਗਾ। ਔਰ ਇਸ ਦੇ ਵਿਪਰੀਤ ਮੁਕੱਦਮਾ ਦਰਜ ਕੀਤਾ ਰਣਜੀਤ ਸਿੰਘ ਤੇ ਬਾਈ ਦੇਨ ਦੀ। ਇਹਨੇ ਪੁਲਿਸ ਉੱਤੇ ਜਾਨਲੇਵਾ ਹਮਲਾ ਕੀਤਾ ਹੈ, ਸੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਔਰ ਜਿੰਨੀਆਂ ਦੇਸ਼ ਦੀ IPC ਦੀਆਂ ਧਾਰਾਵਾਂ ਨੇ ਉਹ ਸਾਰੀਆਂ ਲਾਤੀਆਂ। ਔਰ ਮੈਂ ਤੁਹਾਨੂੰ ਇੱਕ ਬੜਾ ਹੈਰਾਨਗੀ ਵਾਲਾ, ਸਨਸਨੀਖੇਜ਼ ਔਰ ਹੈਰਾਨਗੀ ਵਾਲਾ ਤੱਥ ਦੱਸਣ ਲੱਗਾ ਹੈ। ਇਹਨਾਂ ਪੁਲਿਸ ਦੀਆਂ ਕੇਸਾਂ 'ਚ ਐਸੀਆਂ ਧਾਰਾਵਾਂ ਵੀ ਲਾਤੀਆਂ ਜਿਹੜੀਆਂ IPC 'ਚ ਐਗਜ਼ਿਸਟ ਹੀ ਨਹੀਂ ਕਰਦੀਆਂ। ਇੱਕ ਪਤਾ ਨਹੀਂ 595 ਜਾਂ 545 ਮੈਨੂੰ ਭੁੱਲ ਗਿਆ, ਉਹ ਐਗਜ਼ਿਸਟ ਹੀ ਨਹੀਂ ਕਰਦੀ। ਮਤਲਬ ਇੱਡੇ ਫਰਸਟ੍ਰੇਟਡ ਹੋਏ ਪਏ ਸੀ, ਧਾਰਾਵਾਂ ਲੱਭ ਕੇ ਇੱਕ ਉਹ ਵੀ ਧਾਰਾ ਲਾਤੀ। ਇੱਕ ਗੱਲ ਜੀ, ਰਣਜੀਤ ਸਿੰਘ ਨੂੰ ਇਹਨਾਂ ਨੇ ਬੜੇ ਬੁਰੇ ਤਰੀਕੇ ਨਾਲ ਉਹਦੀ ਇਮੇਜ ਪੇਸ਼ ਕੀਤੀ ਸੀ, ਅੱਤਵਾਦੀ, ਵੱਖਵਾਦੀ, ਪੁਲਿਸ ਤੇ ਹਮਲਾ, ਜੇਲ੍ਹ 'ਚ ਉਹ ਉਹਨੂੰ ਡਿਫੈਂਡ ਕਰਨ ਨੂੰ 30 ਤਰੀਕ ਨੂੰ ਅਰੈਸਟ ਹੋ ਜਾਂਦਾ। ਉਹ ਮੈਂ 30 ਤਰੀਕ ਨੂੰ ਪਾ ਕੇ ਫੇਸਬੁੱਕ ਤੇ ਜਾਣਕਾਰੀ ਦਿੰਦਾ ਕਿ ਰਣਜੀਤ ਨੂੰ ਮਿਲ ਕੇ ਆਇਆ, ਉਹ ਬੜਾ ਚੜ੍ਹਦੀ ਕਲਾ 'ਚ, ਮੈਂ ਸਿੱਖ ਕੌਮ ਨੂੰ ਕਹਿੰਦਾ ਚਿੰਤਾ ਨਾ ਕਰੋ, ਇਹ ਸਾਰੇ ਵੀ ਕਿਹਾ ਮੇਰੇ ਦੁਆਲੇ ਹੋ ਜਾਂਦੇ ਜੀ। ਜੋ ਵੀ ਪਲੀਜ਼ ਕਰਨ ਲੱਗਦੇ ਜੀ। ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ ਵਿੱਚੋਂ ਮਨਜਿੰਦਰ ਸਿੰਘ ਜੀ। ਕਹਿ ਰਿਹਾ ਉਹਨੂੰ ਕੰਬਲ ਵੀ ਦੇ ਕੇ ਆਇਆ ਤੇ ਵਕੀਲ ਵੀ ਜਾਊਂਗਾ ਤੇ ਜੇਲ੍ਹ ਤੋਂ ਬਾਹਰ ਲੈ ਕੇ ਆਊਂਗਾ ਜੀ। ਮੈਂ ਤੁਹਾਡੇ ਲੋਕਾਂ ਤੋਂ ਡਰਦਾ ਨਹੀਂ, ਅਸੀਂ ਕੋਈ ਗਦਾਰ ਨਹੀਂ, ਅਸੀਂ ਦੇਸ਼ ਦੇ ਲੋਕ ਹਾਂ, ਦੇਸ਼ ਦੇ ਸਰਦਾਰ ਲੋਕ ਹਾਂ ਜਿਨ੍ਹਾਂ ਨੇ ਦੇਸ਼ ਨੂੰ ਬਚਾਇਆ। ਤੁਹਾਡੇ ਵਰਗੇ 2-2 ਟਕੇ ਦੇ ਲੋਕਾਂ ਦੇ ਕਹਿਣ ਨਾਲ ਅਸੀਂ ਗਦਾਰ ਨਹੀਂ ਬਣ ਜਾਵਾਂਗੇ। ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ, ਜਿਹੜੀਆਂ ਧਾਰਾਵਾਂ ਨਾਲ ਲਾਈਆਂ ਸੀ, ਮੈਂ ਅਗਰ ਰੂਟੀਨ ਦੀ ਗੱਲ ਕਰਾਂ ਤੇ ਮੈਨੂੰ ਲੱਗਦਾ ਨਹੀਂ ਕਿ 18 ਮਹੀਨਿਆਂ ਤੋਂ ਪਹਿਲਾਂ ਕਿਸੇ ਦੀ ਜ਼ਮਾਨਤ ਅੱਜ ਤੱਕ ਹੋਈ ਹੋਵੇ ਜੀ। ਜੇ ਆਪਾਂ ਰੂਟੀਨ 'ਚ ਗੱਲਾਂ ਕਰੀਏ, ਅੱਜ ਤੱਕ ਜਿਹੜੇ ਇਹੋ ਜਿਹੇ ਕੇਸ ਬਣੇ ਨੇ 18 ਮਹੀਨੇ ਸ਼ਾਇਦ ਘੱਟ ਹੀ ਹੋਗਾ, 2-3 ਸਾਲ ਤੱਕ ਲੋਕਾਂ ਦੀ ਜ਼ਮਾਨਤ, ਇੱਕ ਬਹੁਤ ਵੱਡਾ ਕੇਸ ਬਣਾ ਦਿੱਤਾ ਸੀ ਉਹਨਾਂ ਨੇ ਜੀ। ਇਹ ਮਤਲਬ ਤੁਸੀਂ ਸੋਚ ਲਓ ਸਭ ਤੋਂ ਮਾੜਾ ਕੇਸ ਬਣਾ ਦਿੱਤਾ ਸੀਗਾ ਵੀ ਸਰਕਾਰੀ ਵਰਦੀ 'ਚ SHO ਨੂੰ ਮਾਰਨ ਦੀ ਕੋਸ਼ਿਸ਼ ਕਰਨਾ, ਸਰਕਾਰ ਤੇ ਹਮਲਾ, ਦੇਸ਼ ਤੋਂ। ਮਤਲਬ ਇੰਨਾ ਖਤਰਨਾਕ ਕੇਸ ਸੀ ਕਿ ਸ਼ਾਇਦ ਹੁੰਦੀ। ਪਰ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ, ਬਖਸ਼ਿਸ਼, ਤਰਸਿਆ ਮੇਰੇ ਮਾਲਕ ਦਾ ਕਿ
ਇਹ 1.5 ਮਹੀਨਾ ਨਹੀਂ ਅੰਦਰ ਰੱਖ ਸਕੇ ਔਰ ਗੁਰੂ ਸਾਹਿਬ ਦੀ ਕਿਰਪਾ ਸਦਕੇ ਰਣਜੀਤ ਦੀ ਜ਼ਮਾਨਤ ਜ਼ਰੂਰ ਫੈਡਰਲ ਕੋਰਟ ਤੋਂ ਰਿਜੈਕਟ ਹੋਈ ਜੀ। ਛੇਵਾਰ ਉਹ ਜ਼ਮਾਨਤ ਰਿਜੈਕਟ ਹੋਈ। ਅਸੀਂ ਕਿਸੇ ਨੂੰ ਇਹ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ ਕਿਉਂਕਿ ਸਾਨੂੰ ਇਹ ਸੀ ਰਣਜੀਤ ਦਾ ਬੜਾ ਮਨੋਬਲ ਟੁੱਟ ਜੂਗਾ ਕਿਉਂਕਿ ਜਦੋਂ ਉਸ ਤੋਂ 1 ਹਫ਼ਤਾ ਪਹਿਲਾਂ ਮੇਰੀ ਉਹਦੇ ਨਾਲ ਫੋਨ ਤੇ ਗੱਲ ਹੋਈ, ਅਕਸਰ ਮੈਂ ਉਹਦੇ ਨਾਲ ਜੇਲ੍ਹ ਤੇ ਗੱਲ ਫੋਨ ਤੇ ਕਰ ਲੈਂਦਾ ਜੀ ਔਰ ਸਾਰਿਆਂ ਨੇ ਜਿਹਨੇ ਕਰਦਾ ਨਹੀਂ ਬੜੀ ਕੇ ਜੀ ਰਣਜੀਤ ਤੋਂ ਮੈਨੂੰ ਬਹੁਤ ਹੁੰਦਾ ਰਹੇਗਾ ਕਿ ਨਹੀਂ ਚਲੋ ਕਰਵਾ ਦੀ ਕਿ ਮੈਂ ਭਾਜੀ ਹੁਣ ਬਿਲਕੁਲ ਕੱਲੇ ਦਾ ਮੈਂ ਸਾਰਾ ਦਿਨ ਸਿਮਰਨ ਕਰਦਾ ਹਾਂ ਤੇ ਮੇਰੀ ਜ਼ਮਾਨਤ ਸੋਮਵਾਰ ਪੱਕਾ ਲਾ ਦੋਗੇ? ਮੈਂ ਕਿਹਾ ਪੱਕਾ ਲਾ ਦਾਂਗੇ। ਫਿਰ ਮੈਨੂੰ ਕਹਿੰਦਾ ਪੱਕਾ ਲੱਗ ਜੂਗੀ ਨਾ? ਮੈਂ ਕਿਹਾ ਹਾਂ ਸੋਮਵਾਰ ਲਾਵਾਂਗੇ। ਕਹਿੰਦਾ ਭਾਜੀ ਪੱਕੀ ਲਾ ਦਾਂ। ਮੈਨੂੰ ਬੜਾ ਲੱਗਾ ਯਾਰ ਵਿਚਾਰੇ ਦੀ ਹਰ ਹਾਲਤ 'ਚ ਆਪਾਂ ਲਾਉਣੀ ਹੈ। ਅਸੀਂ ਚਲੋ ਟੂ ਕੱਟ ਸ਼ਾਰਟ ਚੀਮਾ ਸਾਹਿਬ ਨਾਲ ਸਲਾਹ ਸ਼ੁਰੂ ਕਰਕੇ ਪਾਈ ਲੇਕਿਨ ਜ਼ਮਾਨਤ ਛੇਵਾਰ ਰਿਜੈਕਟ ਜੀ। ਉਸ ਤੋਂ ਬਾਅਦ ਫਿਰ ਅਸੀਂ ਕਿਸੇ ਨੂੰ ਦੱਸਣਾ ਨਹੀਂ। ਹੁਣ ਅਸੀਂ ਫਿਰ ਹਿੰਮਤ ਕੀਤੀ, ਸੰਡੇ ਨੂੰ ਦੁਬਾਰਾ ਡਰਾਫਟ ਕੀਤਾ, ਸਾਰਾ ਕੁਝ ਦੁਬਾਰਾ ਸਾਰੀ ਜਜਮੈਂਟਾਂ ਲਾਈਆਂ ਮੰਡੇ ਨੂੰ ਦੁਬਾਰਾ ਹੀ ਔਰ ਗੁਰੂ ਸਾਹਿਬ ਅਗਲੇ ਦਿਨ ਮੰਗਲਵਾਰ ਨੂੰ ਸਰਦਾਰ ਮਨਜਿੰਦਰ ਸਿੰਘ ਜੀ ਤੁਹਾਡੀ ਆਵਾਜ਼ ਟੁੱਟ ਬਹੁਤ ਰਹੀ ਆ। ਜੋ ਉਹਦਾ 1.5 ਮਹੀਨੇ ਦਾ ਜਿਹੜਾ ਉਹਦੇ ਲਈ ਤਸ਼ੱਦਦ ਦਾ ਸਮਾਂ ਸੀਗਾ ਉਹਦਾ ਸਮਾਪਤ ਹੋਈ ਔਰ ਉਹ ਕੱਲ੍ਹ ਜਿਹਨਾਂ ਦਿੱਲੀ ਫਤਿਹ ਬਸ ਜਿਹਨਾਂ ਜੀ ਉਹ ਦੇਣਾ ਸੀ ਮੰਗਣੇ ਸਰਦਾਰ ਮਨਜਿੰਦਰ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਟੁੱਟ ਰਹੀ ਹੈ, ਸ਼ਾਇਦ ਸਰਵਿਸ ਦੀ ਪ੍ਰੋਬਲਮ ਆ ਰਹੀ ਹੈ ਜੀ, ਮਾੜਾ ਚੈੱਕ ਕਰੋਗੇ? ਹਾਂਜੀ ਜੀ ਹੈਲੋ ਹਾਂਜੀ ਹੁਣ ਠੀਕ ਆ। ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਆ ਰਹੀ ਸੀ, ਬਹੁਤ ਘੱਟ ਆ ਰਹੀ ਹੈ ਵਿੱਚੋਂ ਨਾ, ਟੁੱਟ ਰਹੀ ਹੈ ਆਵਾਜ਼ ਕਾਫੀ। ਹੈਲੋ ਮੈਂ ਕਹਿ ਰਿਹਾ ਸੀਗਾ ਕਿ ਜੀ ਜੀ ਮੇਰਾ ਕਹਿਣ ਆਵਾਜ਼ ਆ ਰਹੀ ਮੇਰੀ? ਹਾਂਜੀ ਹੁਣ ਆ ਰਹੀ ਹੈ ਜੀ। ਔਰ ਕੱਲ ਦਿੱਲੀ ਫਤਿਹ ਦਿਵਸ ਸੀਗਾ ਜੋ ਅਸੀਂ ਲਾਲ ਕਿਲੇ ਨੂੰ ਫਤਿਹ ਕੀਤਾ ਸੀ, ਜਿਸ ਲਾਲ ਕਿਲੇ ਨੂੰ ਲੈ ਕੇ ਉਹਨਾਂ ਨੇ ਪਿੱਠ ਸਿਆਪਾ ਪਾ ਰੱਖਿਆ ਸੀਗਾ, ਉਸੇ ਦਿਨ ਹੀ ਗੁਰੂ ਸਾਹਿਬ ਦੀ ਕਿਰਪਾ ਸਦਕੇ ਉਸੇ ਸਟੇਜ ਤੇ ਸਿੱਧਾ ਜ਼ਮਾਨਤ ਕਰਾ ਕੇ ਪਹੁੰਚਦਾ ਹੈ ਜੀ। ਬਿਲਕੁਲ ਜੀ, ਜਿਹੜੀ ਲਾਲ ਕਿਲੇ ਦੀ ਗੱਲ ਕੀਤੀ ਹੈ ਤੁਸੀਂ ਦੇਖੋ ਕਿੱਡਾ ਪਿੱਟ ਸਿਆਪਾ ਪਾਇਆ। ਫਤਿਹ ਦਿਵਸ ਜਿਹੜਾ ਸਰਦਾਰ ਬਘੇਲ ਸਿੰਘ ਉਹਨਾਂ ਦੀ ਰਹਿਨਮਾਈ ਦੇ ਵਿੱਚ ਦਿੱਲੀ ਫਤਿਹ ਕੀਤੀ ਸੀ, ਐਡਾ ਵੱਡਾ ਇਸ਼ੂ ਬਣਾ ਦਿੱਤਾ। ਇਹਨਾਂ ਨੂੰ ਪੁੱਛੇ ਵੀ ਇਹ ਕਿਹੜਾ ਇਹਨਾਂ ਦੇ ਪਿਓ ਦਾ, ਇਹ ਸਾਰੇ ਭਾਰਤੀਆਂ ਦਾ ਲਾਲ ਕਿਲਾ ਆ ਤੇ ਐਡਾ ਜ਼ਿਆਦਾ ਬਣਾ ਦਿੱਤਾ। ਤੇ ਪਰ ਜਿਹੜਾ ਫੇਰ ਤੁਸੀਂ ਉਹ ਫਤਿਹ ਦਿਵਸ ਦੁਆਰਾ ਉੱਥੇ ਫੇਰ ਮਨਾਇਆ ਜੀ। ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਗੱਲ ਥੋੜਾ ਜਿਹਾ ਮਾਫੀ ਕਰਨਾ ਚਾਹੁੰਦਾ, ਥੋੜਾ ਜਿਹਾ ਟੋਕਣਾ ਚਾਹੁੰਦਾ ਹੈ। ਸਾਡਾ ਬਿਲਕੁਲ ਨਹੀਂ ਹੈਗਾ, ਅਸੀਂ ਠੁੱਕਦੇ ਨਹੀਂ ਹਾਂ ਲਾਲ ਕਿਲੇ ਵੱਲ ਮੂੰਹ ਕਰਕੇ। ਮਾਫ ਕਰਨਾ, ਸਾਡਾ ਕੋਈ ਉਸ ਲਾਲ ਕਿਲੇ ਨਾਲ ਸਰੋਕਾਰ ਨਹੀਂ ਹੋ ਸਕਦਾ ਜਿਸ ਲਾਲ ਕਿਲੇ ਨੇ ਇਸ ਮੁਲਕ ਨੂੰ ਜ਼ੁਲਮ ਦਿੱਤੇ ਹੋਣ, ਇਸ ਮੁਲਕ ਨੂੰ ਤਸ਼ੱਦਦਾਂ ਦਿੱਤੀਆਂ ਹੋਣ, ਬੇਕਸੂਰ ਲੋਕਾਂ ਦੇ ਧਰਮ ਖੋਏ ਗਏ ਹੋਣ, ਉਹਨਾਂ ਨੂੰ ਮਾਰਿਆ ਗਿਆ ਹੋਵੇ, ਧੀਆਂ ਭੈਣਾਂ ਦੀ ਪਤਾਂ ਲੁੱਟੀਆਂ ਗਈਆਂ ਹੋਣ। ਅਸੀਂ ਉਧਰ ਥੁੱਕਦੇ ਵੀ ਨਹੀਂ, ਸਿੱਖ ਦੀ ਥੁੱਕ ਵੀ ਖਰਾਬ ਹੁੰਦੀ ਆ ਜੋ ਉਧਰ ਮੂੰਹ ਕਰਕੇ ਕਰਦਾ ਹੈ। ਇਹ ਇਹਨਾਂ ਲਈ ਪੂਜਣਯੋਗ ਹੋਊਗਾ, ਇਹ ਪੂਜਦੇ ਰਹਿਣ ਨੂੰ। ਸਾਡੇ ਲਈ ਪੂਜਣਯੋਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸੀਤਗੰਜ ਸਾਹਿਬ ਆ, ਜਿਹੜਾ ਲਾਲ ਕਿਲੇ ਸਾਹਮਣੇ ਇਹ ਫਿਰ ਨਿਸ਼ਾਨ ਹੁੰਦੇ ਨੇ। ਅਗਰ ਅੱਜ ਲਾਲ ਕਿਲੇ ਦੇ ਉੱਤੇ ਇਹ ਤਿਰੰਗਾ ਨਿਸ਼ਾਨ ਝੂਲਦਾ ਤੇ ਇਸ ਕਰਕੇ ਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੇ ਵਾਸਤੇ ਇੰਨੀ ਵੱਡੀ ਆਪਣੀ ਸ਼ਹਾਦਤ ਦੇ ਕੇ ਤੇ ਇਹਨਾਂ ਲੋਕਾਂ ਨੇ ਧਰਮ ਬਚਾਉਣਾ ਕੀਤਾ ਹੈ। ਸੋ ਸਾਡੇ ਵਾਸਤੇ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ, ਸਾਡੇ ਵਾਸਤੇ ਅਹਿਮੀਅਤ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚੇ ਸਰ ਦੀ ਅਹਿਮੀਅਤ ਜੀ। ਬਿਲਕੁਲ ਜੀ ਸਰਦਾਰ ਮਨਜਿੰਦਰ ਸਿੰਘ ਜੀ, ਤੁਸੀਂ ਇੰਨੇ ਵਧੀਆ ਕੰਮ ਕਰ ਰਹੇ ਹੋ ਪਰ ਫਿਰ ਵੀ ਗਾਹੇ ਬਗਾਹੇ ਕਈ ਲੋਕ ਇਲਜ਼ਾਮ ਲਾ ਦਿੰਦੇ ਆ ਜੀ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ, ਪਰ ਤੁਸੀਂ ਇੰਨਾ ਖੁੱਲ ਕੇ ਬੋਲ ਰਹੇ ਹੋ, ਇਹਦੇ ਲਈ ਵੀ ਕੀ ਕਹਿਣਾ ਚਾਹੋਗੇ ਤੁਸੀਂ? ਕੋਈ ਗੱਲ ਨਹੀਂ ਜੀ, ਦੇਖੋ ਕੁਛ ਨਾ ਕੁਛ ਵਿਰੋਧੀਆਂ ਨੂੰ ਬੋਲਣਾ ਹੁੰਦਾ ਹੈ ਜੀ। ਜੇ ਵਿਰੋਧੀ ਬੋਲਣਗੇ ਨਹੀਂ ਇਹਦਾ ਮਤਲਬ ਤੁਹਾਡੇ ਉਹਨਾਂ ਨੂੰ ਪ੍ਰਭਾਵਿਤ ਨਹੀਂ ਹੋ ਰਹੀ। ਜਦੋਂ ਤੁਹਾਡੇ ਕੰਮ ਤੋਂ ਕੋਈ ਵੀ ਪ੍ਰਭਾਵਿਤ ਹੁੰਦਾ ਹੈ, ਉਸ ਨੂੰ ਤਕਲੀਫ ਹੁੰਦੀ ਹੈ, ਦਰਦ ਹੁੰਦਾ, ਤਾਂ ਕੁਛ ਨਾ ਕੁਛ ਬੋਲਦਾ ਹੈ। ਦੂਜੀ ਗੱਲ ਆ ਕਿ ਦੇਖੋ ਸਾਡਾ ਪਰਪਸ ਕੀ ਹੈ, ਆਪਣੀ ਕਮਿਊਨਿਟੀ ਦੀ ਗੱਲ ਕਰਨਾ ਤੇ ਲੜਨਾ। ਹੁਣ ਆਪਾਂ ਉੱਪਰ ਧਿਆਨ ਰੱਖ ਕੇ ਅਗਰ ਆਪਾਂ ਜੇ ਇਹਨਾਂ ਲੋਕਾਂ ਦੇ ਜਵਾਬ ਦੇਣ ਲੱਗ ਪਾਵਾਂਗੇ ਫਿਰ ਆਪਾਂ ਕਦੇ ਪੂਰੇ ਨਹੀਂ ਕਰ ਪਾਵਾਂਗੇ, ਫਿਰ ਤੇ ਇਸੇ ਕੰਮ 'ਚ ਲੱਗੇ ਰਹਾਂਗੇ ਜੀ। ਬਿਲਕੁਲ ਜੀ। ਇੱਕ ਸਰਦਾਰ ਮਨਜਿੰਦਰ ਸਿੰਘ ਜੀ, ਇੱਕ ਸਵਾਲ ਆਇਆ ਮੈਨੂੰ ਇੱਥੇ WhatsApp ਤੇ ਭੇਜਿਆ, ਕਹਿੰਦੇ ਜੀ ਤੁਹਾਨੂੰ ਕਿੰਨੀ ਵਾਰੀ ਅਰੈਸਟ ਕੀਤਾ ਪਰ ਤੁਹਾਨੂੰ ਪਤਾ ਨਹੀਂ ਕਦੋਂ ਛੱਡ ਦਿੰਦੇ ਆ, ਇਹ ਕੋਈ ਸਰਕਾਰ ਦੇ ਨਾਲ ਤੁਹਾਡੀ ਰਲੀ ਮਿਲੀ ਤਾਂ ਨਹੀਂ ਕਹਿੰਦੇ ਕੁਛ? ਚਲੋ ਉਹਨੂੰ ਕੋਈ ਚੰਗੀ ਗੱਲ ਹੀ ਹੈ, ਛੱਡ ਦੇ ਜਾਣਾ, ਅੰਦਰ ਤੋਂ ਰੱਖਦੇ ਜੀ। ਬਿਲਕੁਲ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਕਾਲਾਂ ਵੀ ਲੈ ਲਈਏ ਜੀ 1 by 1 ਜੇ ਤੁਹਾਡੀ ਇਜਾਜ਼ਤ ਆ। ਮੈਨੂੰ ਕੋਈ ਇਜਾਜ਼ਤ, ਮੈਨੂੰ ਕੋਈ ਤਕਲੀਫ ਨਹੀਂ ਜੀ, ਜਿਹੜਾ ਜੀ ਕਰਦਾ ਗੱਲ ਕਰੇ, ਮਾੜਾ ਬੋਲੇ ਚੰਗਾ ਨਹੀਂ ਮਾੜਾ ਨਹੀਂ ਬੋਲਦਾ ਜੀ। ਸਾਡੇ ਸਰੋਤੇ ਜਿਹੜੇ ਬੜੇ ਸਮਝਦਾਰ ਆ ਤੇ ਬੜੀ ਲਿਆਕਤ ਦੇ ਨਾਲ ਸ਼ਬਦਾਵਲੀ ਹਮੇਸ਼ਾ ਹੀ ਬਹੁਤ ਵਧੀਆ ਹੁੰਦੀ ਹੈ ਜੀ। ਬਿਲਕੁਲ ਜੀ, ਚੱਲਦੇ ਜੀ ਆਪਾਂ ਪਹਿਲੀ ਕਾਲ ਤੇ। ਹਾਂਜੀ 26 ਤੇ ਸਵਾਗਤ ਹੈ ਵੀਰ ਜੀ। ਵੀਰ ਜੀ ਪਹਿਲਾਂ ਤਾਂ ਆਪ ਜੀ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਦਾ ਸਤਿ ਸਾਹਿਬ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਹਾਂਜੀ ਸਰਦਾਰ ਸਾਹਿਬ ਜੀ, ਬਾਕੀ ਤਾਂ ਸਾਰੀਆਂ ਗੱਲਾਂ ਜੋ ਨੰਬਰ 1 ਲੈ ਰਹੇ ਆ ਤੁਸੀਂ, ਉਹ ਕੋਈ ਸ਼ੱਕ ਵਾਲੀ ਗੱਲ ਨਹੀਂ। ਚਾਹੇ ਮੈਂ ਨਹੀਂ ਇਹ ਕਹਿੰਦਾ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ, ਵੱਖਰੀ ਸਟੋਰੀ ਆ ਆਪਣੀ ਜੀ। ਪਰ ਇੱਕ ਹੁਣ ਜ਼ਰੂਰ ਕੰਮ ਕਰੋ, ਜਿਵੇਂ ਤੁਸੀਂ ਹੁਣ ਵਕੀਲਾਂ ਦੀ ਟੀਮ ਦਾ ਮੈਂ ਤੁਹਾਡਾ ਪਹਿਲਾਂ ਇੰਟਰਵਿਊ ਸੁਣ ਚੁੱਕਾ ਹਾਂ ਜਦ ਦਰਬਾਰ ਸਾਹਿਬ ਲੈ ਕੇ ਆਏ, ਮੈਂ ਉਹ YouTube ਤੇ ਪਾਇਆ ਤੇ ਉਹ ਸੁਣਿਆ ਸਾਰਾ, ਜੇ ਤੁਸੀਂ ਦੱਸਿਆ ਵੀ ਦਿੱਲੀ ਦੇ ਜਿਹੜੇ ਵਕੀਲ ਆ ਉਹ ਪੈਰ ਪਿੱਛੇ ਛੱਡ ਗਏ ਸੀ। ਹੁਣ ਤੁਸੀਂ ਇੱਕ ਕੰਮ ਜ਼ਰੂਰ ਕਰਿਓ ਵੀ ਇੱਕ ਜਿੱਦਾਂ ਹੁਣ ਤੁਸੀਂ ਹਸਪੀਟਲ ਖੋਲ੍ਹੇ ਤੇ ਹੈਗਾ ਨਾ
ਹੁਣ ਸਕੂਲ ਖੋਲਣੇ ਸ਼ੁਰੂ ਕਰੋ ਤੇ ਜਿਨ੍ਹਾਂ ਵਿੱਚ ਆਪਣੇ ਬੱਚਿਆਂ ਨੂੰ ਵਕੀਲ ਬਣਾਉਣਾ ਸ਼ੁਰੂ ਕਰੋ, ਆਪਣੇ ਬੱਚਿਆਂ ਨੂੰ ਗਾਂਹ ਦੀ ਸੇਧ ਮਿਲੇ। ਜਿੱਦਾਂ ਯਹੂਦੀਆਂ ਨੇ ਆਪਣੇ ਬੱਚਿਆਂ ਨੂੰ ਦੇਖੋ ਕਿੱਦਾਂ ਪੜ੍ਹਾ ਕੇ ਕਿੱਥੇ ਰਹਿ ਗਏ ਆ, ਜਿਹੜੇ ਤੇ ਕੈਨੇਡਾ ਅਮਰੀਕਾ ਤੁਸੀਂ ਸੁਣੇ ਹੋਣੇ ਯਹੂਦੀ ਵੀ ਉਹਨਾਂ ਜੋ ਜੁਰਮ ਹੋਇਆ ਤਾਂ ਉਹਨਾਂ ਦੇ ਬਾਅਦ ਬੱਚਿਆਂ ਨੇ ਦੇਖੋ ਕਿੱਦਾਂ ਪੜ੍ਹਾਈਆਂ ਕਰਕੇ ਕਿੱਥੇ ਪਹੁੰਚ ਗਏ। ਹੁਣ ਇੱਕ ਇਹ ਜਾਂਦੇ ਜਾਂਦੇ ਜ਼ਰੂਰ ਦੁਨੀਆ ਦਾ ਆਪਣਾ ਇਹ ਕੰਮ ਕਰ ਜਾਇਓ। ਬਾਕੀ ਬਹੁਤ ਤੁਹਾਡੀ ਚੜ੍ਹਦੀ ਕਲਾ, ਮਹਾਰਾਜ ਤੁਹਾਡੀ ਲੰਬੀ ਉਮਰ ਕਰੇ, ਰਹਿੰਦੀ ਦੁਨੀਆ ਤੁਹਾਡਾ ਨਾਂ ਲੋਕ ਲੈਣ ਵੀ ਕੋਈ ਸਰਦਾਰ ਸਾਹਿਬ ਦੁਨੀਆ ਤੇ ਆਇਆ ਸੀ ਤਾਂ ਆਹ ਕੰਮ ਕਰ ਗਿਆ। ਤਾਂ ਲੋ ਆਪਣੇ ਹੁਣ ਬੱਚਿਆਂ ਨੂੰ ਇੱਕ ਸਕੂਲ ਦੀ ਵਿੱਦਿਆ ਦਾ ਜ਼ਰੂਰ ਉਪਯੋਗ ਕਰੋ। ਇੰਡੀਆ ਪੰਜਾਬ 'ਚ ਵੀ ਖੋਲੋ, ਜਿਹੜੇ ਆਪਣੇ ਗਰੀਬ ਬੱਚੇ ਆ ਉਹਨਾਂ ਦੀਆਂ ਫੀਸਾਂ ਭਰੋ, ਏਦਾਂ ਦਾ ਕੋਈ ਨਾ ਕੋਈ ਕੰਮ ਸ਼ੁਰੂ ਕਰੋ, ਲੋਕਾਂ ਤੋਂ ਮਦਦ ਦਿਓ। ਕੋਈ ਉਹਨੂੰ ਲੋਕ ਦੇਣਗੇ, ਮੈਂ ਹੈਲਪ ਤੁਹਾਡੀ ਪੂਰੀ ਕਰਨੀ। ਜਾਂ ਤੁਸੀਂ ਕਹੋਗੇ ਭਾਈ ਵੀ ਆਪਾਂ ਸਕੂਲ ਆ ਖੋਲ ਦਿੱਤਾ ਤੇ ਸਿਰਫ ਆਪਣੇ ਹੁਣ ਜਿਹੜੇ ਬੱਚੇ ਆ ਉਹ ਵਕੀਲ ਬਣਨਗੇ ਤੇ ਲਾਇਰ ਬਣਨਗੇ, ਬੜੇ ਆਫੀਸਰ ਬਣਨਗੇ, ਤਾਂ ਕਿ ਜਿਹੜੇ ਤੁਹਾਨੂੰ ਲੋਕਾਂ ਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਫਲਾਨਾ ਤੂੰ ਸਾਡੀ ਹੈਲਪ ਕਰ, ਤੂੰ ਹੈਲਪ ਕਰ, ਸਾਡੇ ਆਪਣੇ ਬੱਚੇ ਵਕੀਲ ਹੋਣਗੇ, ਉਹ ਏਦਾਂ ਦੇ ਕੇਸ ਲੜਨਗੇ ਤਾਂ ਕਿ ਹਿੰਦੂ ਸਮਾਜ ਨੂੰ ਪਤਾ ਲੱਗ ਜਾਊਗਾ ਵੀ ਇਹ ਵੀ ਹੁਣ ਉੱਠ ਖੜੀ ਆ, ਅੱਗੇ ਸੁੱਤੀ ਪਈ ਸੀ। ਕਾਰਨ ਸਿਰਫ ਅਸੀਂ ਪੈਸੇ ਤੋਂ ਮਾਰ ਖਾਂਦੇ ਆ ਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਸਾਡੇ ਤੇ ਪੈਸਾ ਖਰਚਦੀ ਨਹੀਂ ਸਿੱਖ ਕੌਮ ਤੇ ਜਿੱਦਾਂ ਉਹਨਾਂ ਨੂੰ ਖਰਚਣਾ ਚਾਹੀਦਾ ਆ। ਹੋਰ ਇਹ ਨਹੀਂ ਉਹਨਾਂ ਕੋਲ ਪੈਸਾ ਹੈ ਨਹੀਂਗਾ, ਬੇਅੰਤ ਪੈਸਾ ਆ ਜੀ। ਧੰਨਵਾਦ ਵੀਰ ਜੀ, ਧੰਨਵਾਦ। ਹੋਰ ਬੰਦਾ ਇਹੋ ਜਿਹਾ ਹੈ ਨਹੀਂ। ਜਿਵੇਂ ਹੁਣ ਤੁਸੀਂ ਹਸਪੀਟਲ ਖੋਲਿਆ ਆ, ਤੁਹਾਨੂੰ ਦਿਖਾ ਦਿੱਤਾ ਮੈਂ ਹੋ ਖੁਦ, ਇਸੇ ਤਰ੍ਹਾਂ ਸਕੂਲ ਤਾਂ ਵਕੀਲਾਂ ਦਾ ਹੁਣ ਜ਼ਰੂਰ ਅਰੇਂਜਮੈਂਟ ਕਰੋ, ਆਪਣੇ ਬੱਚਿਆਂ ਨੂੰ ਇੰਨਾ ਅੱਗੇ ਕਰ ਦਿਓ, ਪੜ੍ਹਾਓ ਤਾਂ ਕਿ ਉਹ ਜਿੱਦਾਂ ਯਹੂਦੀਆਂ ਦਾ ਅੱਜ ਲੋਕ ਨਾਂ ਲੈਂਦੇ ਆ। ਕੋਈ ਬੰਦਾ ਇੱਥੇ ਹੁਣ ਕੈਨੇਡਾ ਅਮਰੀਕਾ ਜਾਂ ਵਕੀਲ ਕੋਲ ਜਾਂਦੇ ਜਦੋਂ ਕਹਿੰਦਾ ਮੋਹਰੇ ਜੱਜ ਸੁਣਦਾ ਵੀ ਯਹੂਦੀ ਆ, ਮੋਹਰੇ ਜਿਹੜਾ ਵਕੀਲ ਆ ਤਾਂ ਤੁਹਾਡੇ ਸਾਹਮਣੇ ਆਉਂਦਾ ਹੀ ਨਹੀਂ। ਉਹ ਅਸੀਂ ਕਹਿਣਾ ਸੀ ਖਾਲਸਾ ਫਤਿਹ ਜੀ। ਹਾਂ ਬਾਈ ਫਤਿਹ ਜੀ। ਜੀ ਸਰਸਾ ਸਾਹਿਬ, ਹੈਲੋ। ਸ਼ਾਇਦ ਵੀਰ ਉਹਨਾਂ ਦੀ ਲਾਈਨ ਜਿਹੜੀ ਆ ਉਹ ਡ੍ਰੌਪ ਹੋ ਗਈ ਹੈ ਜੀ, ਮਾਫ ਕਰਨਾ। ਤੁਸੀਂ ਇਦਾਂ ਹੀ ਹੋਲਡ ਰੱਖਿਓ, 1 ਮਿੰਟ ਦੇ ਵਿੱਚ ਹੀ ਮੈਂ ਲਾਈਨ ਉਹਨਾਂ ਨੂੰ ਬੁਲਾਉਣਾ ਜੀ। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 409 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ। ਬਿਲਕੁਲ ਜੀ, ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਸਿਰਸਾ ਸਾਹਿਬ ਆਪਣੇ ਨਾਲ ਜੁੜ ਚੁੱਕੇ, ਲਾਈਨ ਡਿਸਕਨੈਕਟ ਹੋ ਗਈ ਸੀ। ਵੀਰ ਜੀ ਤੁਸੀਂ ਸ਼ਾਇਦ ਸੁਣ ਲਿਆ ਹੋਣਾ, ਸਿਰਸਾ ਸਾਹਿਬ ਉਹ ਕਹਿੰਦੇ ਵੀ ਇੱਥੇ ਆਪਣੇ ਯੂਨੀਵਰਸਿਟੀ ਕਾਲਜ ਜਾਂ ਯੂਨੀਵਰਸਿਟੀਆਂ ਦੀ ਲੋੜ ਆ। ਜੀ ਜੀ, ਮੈਂ ਸਾਰੀ ਗੱਲ ਸੁਣ ਲਈ ਸੀ ਪਰ ਮੇਰਾ ਫੋਨ ਵਿੱਚੇ ਕੱਟਿਆ ਗਿਆ। ਮੈਂ ਜਵਾਬ ਦੇਣ ਤੋਂ ਪਹਿਲਾਂ ਬਿਲਕੁਲ ਜੀ, ਮੇਰਾ ਅਗਲਾ ਗੁਰੂ ਸਾਹਿਬ ਕਿਰਪਾ ਕਰਨਾ, ਸਾਨੂੰ ਗੁਰੂ ਸਾਹਿਬ ਸੇਵਾ ਬਖਸ਼ਣਗੇ। ਮੇਰੇ 2 ਹੀ ਟੀਚਰ ਨੇ। ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਅਸੀਂ IAS IPS ਦੇ ਵਾਸਤੇ ਇੱਕ ਨਵਾਂ ਤਰੀਕਾ ਕੱਢਿਆ ਔਰ ਉਹਦੇ ਚ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਆ। ਅਸੀਂ ਉਹ ਇੰਸਟੀਚਿਊਟ ਹਾਇਰ ਕੀਤੇ ਨੇ ਜਿਨ੍ਹਾਂ ਨੇ IAS ਬਣਾਏ ਨੇ। ਆਪਣਾ ਇੰਸਟੀਚਿਊਟ ਬਣਾਉਣ ਨਾਲੋਂ ਅਸੀਂ IAS ਬਣਾਉਣ ਵਾਸਤੇ ਕੰਮ ਸ਼ੁਰੂ ਕਰ ਦਿੱਤਾ। ਸੋ ਉਹਦੇ ਸਾਨੂੰ ਬਹੁਤ ਵਧੀਆ, ਸਾਡਾ ਜਿਹੜਾ ਬੱਚਾ ਸੀ ਪਹਿਲਾਂ ਅਡਾਪਟ ਕੀਤਾ ਉਹ ਪ੍ਰੀਲਿਮਸ ਦਾ ਪਹਿਲਾ ਐਗਜ਼ਾਮ ਪਾਸ ਕਰ ਚੁੱਕਿਆ ਔਰ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਉਹ ਜਲਦੀ IAS ਬਣੂਗਾ। ਇਸੇ ਤਰੀਕੇ ਸਾਡੇ 2 ਹੀ ਟੀਚੇ ਨੇ, ਇੱਕ ਅਸੀਂ ਆਪਣੀ ਯੂਨੀਵਰਸਿਟੀ ਖੋਲਣੀ ਆ ਔਰ ਇੱਕ ਅਸੀਂ ਆਪਣਾ ਮੈਡੀਕਲ ਕਾਲਜ ਖੋਲਣਾ। ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਗੁਰੂ ਸਾਹਿਬ ਨੇ ਤਰਸ ਕੀਤਾ। 4 ਸਾਲ ਦਾ ਮੌਕਾ ਮਿਲਿਆ, 2 ਸਾਲਾਂ 'ਚ ਅਸੀਂ ਜੋ ਇੰਪੋਸੀਬਲ ਚੀਜ਼ਾਂ ਕਰਕੇ ਦਿਖਾਇਆ ਤੇ ਇਹ 4 ਸਾਲ ਦੇ ਮੌਕੇ ਦੇ ਅੰਦਰ 2 ਚੀਜ਼ਾਂ ਅਸੀਂ ਜ਼ਰੂਰ ਬਣਾ ਕੇ ਦਿਆਂਗੇ ਆਪਣੀ ਕੌਮ ਨੂੰ, ਆਪਣਾ ਮੈਡੀਕਲ ਕਾਲਜ ਤੇ ਆਪਣੀ ਯੂਨੀਵਰਸਿਟੀ ਜੀ। ਬਿਲਕੁਲ ਜੀ, ਬਿਲਕੁਲ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ ਮੈਂ ਬੇਨਤੀ ਕਰਦਾ ਵੀਰ ਸਵਾਲ ਛੋਟਾ ਰੱਖਿਓ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਚੰਨੀ ਸਾਹਿਬ ਜੀ, ਸੈਸਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੈਸਰ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਰੱਬ ਤੁਹਾਨੂੰ ਹੋਰ ਹਿੰਮਤ ਬਖਸ਼ੇ। ਬਹੁਤ ਵਧੀਆ ਕੰਮ ਇੱਦਾਂ ਕਰਦੇ ਰਹੋ ਤੇ ਗਾਹਾਂ ਦੇ ਜਿਹੜੇ ਤੁਹਾਡੇ ਪਲਾਨ ਆ ਉਹ ਵੀ ਬਹੁਤ ਚੰਗੇ ਆ। ਵੀ ਇੱਕ ਹੋਰ ਥੋੜੀ ਕੋਸ਼ਿਸ਼ ਕਰਿਓ ਕਿਸਾਨ ਲੀਡਰਾਂ ਜੀ, ਜਿਹੜਾ ਛੋਟਾ ਮੋਟਾ ਤਰੇੜਾ ਉਹ ਪਿੱਠ ਸਿਆਪਾ ਜਾਂ ਇੱਕ ਦੂਸਰੇ ਨਾਲ ਪਾ ਰਹੇ ਆ, ਉਹਨਾਂ ਨੂੰ ਸਮਝਾਓ ਥੋੜਾ ਜਿਹਾ ਆਪਣੀ ਏਕਤਾ ਲਾ ਲੈਣ। ਬਾਕੀ ਸਭ ਕੁਝ ਤੁਸੀਂ ਠੀਕ ਕਰ ਰਹੇ ਹੋ, ਪਰਮਾਤਮਾ ਠੀਕ ਕਰ ਰਿਹਾ, ਪਰਮਾਤਮਾ ਭਲੀ ਕਰੇਗਾ, ਚੜ੍ਹਦੀ ਕਲਾ ਰਹੂਗੀ। ਓਕੇ ਜੀ, ਸਤਿ ਸ੍ਰੀ ਅਕਾਲ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ 3515 ਸਵਾਗਤ ਹੈ ਜੀ। ਹਾਂਜੀ ਚੰਨੀ ਬਾਈ ਜੀ, ਸਾਰਿਆਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। 2 ਮਿੰਟ ਲੈਣੇ ਚੰਨੀ ਸਾਹਿਬ। ਪਹਿਲੀ ਗੱਲ ਤਾਂ ਬਾਈ ਜੀ ਹੋਰੀ ਜੋ ਕੰਮ ਕਰ ਰਹੇ ਆ ਸਿੱਖ ਕੌਮ ਦੇ ਲਈ, ਨਾ ਕਿ ਆਪਦੇ ਲਈ, ਸ਼ਲਾਘਾ ਦੇ ਪਾਤਰ ਹੈ ਜੀ। ਸਲੂਟ ਆ ਬਾਈ ਜੀ ਨੂੰ, ਸਲੂਟ ਆ ਦਿਲੋਂ ਜੀ। ਤੇ ਬਾਕੀ ਜਿਵੇਂ ਕਿੰਤੂ ਪ੍ਰੰਤੂ ਦੀ ਗੱਲ ਚੱਲਦੀ ਸੀ, ਦੇਖੋ ਜੀ ਮੈਂ ਉਹ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਵੀ ਕਿਹੜਾ ਬੰਦਾ ਕਿਹੜੀ ਪਾਰਟੀ ਨਾਲ ਕੀ ਆ। ਪਾਰਟੀਆਂ ਦੇ ਵਿੱਚ ਚੰਗੇ ਬੰਦੇ ਸਾਰੇ ਬੰਦੇ ਹੁੰਦੇ ਆ, ਪਰ ਜੇ ਆਪਾਂ ਚੰਗੇ ਨੂੰ ਚੰਗਾ ਕਹਾਂਗੇ ਤੇ ਮੰਦੇ ਨੂੰ ਮੰਦਾ ਕਹਾਂਗੇ, ਉਹਦੇ 'ਚ ਕੋਈ ਅਤਕਤ ਨਹੀਂ ਹੋਈ, ਨਹੀਂ ਹੋਊਗੀ ਜੀ। ਪਰ ਜੇ ਸਰਸਾ ਸਾਹਿਬ ਭਾਵੇਂ ਕਿਸੇ ਸੀਟ ਤੋਂ ਮਰਜ਼ੀ ਲੜੇ ਆ ਜਾਂ ਕਿਸੇ ਟਿਕਟ ਕਿਸੇ ਪਾਰਟੀ ਤੋਂ ਮਰਜ਼ੀ ਲੜੇ ਆ, ਜੋ ਸਿੱਖ ਕੌਮ ਦੇ ਲਈ ਕੰਮ ਕਰਦੇ ਆ ਜਾਂ ਕਰ ਰਹੇ ਨੇ, ਉਸ ਕਰਕੇ ਸਲੂਟ ਹੈ ਜੀ। ਅਸੀਂ ਪਾਰਟੀਆਂ ਨੂੰ ਸਲੂਟ ਨਹੀਂ ਕਰਦੇ, ਤੁਹਾਡੇ ਕਿਰਦਾਰ ਨੂੰ ਸਲੂਟ ਕਰਦੇ ਆ ਜੀ।
ਜੀ ਹੁਣ ਆਪਣੇ ਪੰਜਾਬ ਦੇ ਵਿੱਚ ਦੇਖ ਲਓ, ਅਕਾਲੀ ਪਾਰਟੀ ਸਾਰੀ ਮਾੜੀ ਨਹੀਂ, ਇਕੱਲੇ ਬਾਦਲ ਪਰਿਵਾਰ ਨੇ ਦੇਖੋ ਕਿੱਥੇ ਨਿਗਾਹ ਲਿਆ ਕੇ ਖੜਾ ਤਾਂ ਪਾਰਟੀ ਵੀ ਜ਼ੀਰੋ ਕਰਕੇ ਰੱਖਦੀ ਹੈ ਜੀ। ਤੇ ਉਸ ਕਰਕੇ ਇਕੱਲੇ ਬਾਦਲ ਪਰਿਵਾਰ ਦੀ ਆਪਾਂ ਗੱਲ ਕਰਦੇ ਆ, ਨਾ ਕਿ ਅਕਾਲੀ ਪਾਰਟੀ ਦੀ। ਦੱਸਾ ਸਾਹਿਬ, ਬਸ ਮੈਂ ਇਹੀ ਕਹਿਣਾ ਚਾਹੁੰਦਾ, ਕੀਪ ਇਟ ਅਪ ਜੀ, ਬਹੁਤ ਵਧੀਆ ਜਾਣਦੀ। ਅਸੀਂ ਦਿਲੋਂ ਸਾਰੇ NRI ਤੁਹਾਡਾ ਥੈਂਕਸ ਕਰਨਾ ਚਾਹੁੰਦੇ ਆ, ਸਲੂਟ ਕਰਦੇ ਆ ਜੀ। ਸਾਡੀ ਕਿਤੇ ਲੋੜ ਹੋਵੇ ਕਦੋਂ ਮਰਜ਼ੀ ਆਵਾਜ਼ ਮਾਰ ਲਿਓ ਚੰਨੀ ਸਾਹਿਬ ਦੇ ਰੇਡੀਓ ਤੇ ਜੀ, ਨਾਲ ਖੜਾਂਗੇ। ਤੇ ਜਿਵੇਂ ਬਾਈ ਜੀ ਨੇ ਕਿਹਾ ਵੀ ਕੋਈ ਚੰਗੀਆਂ ਯੂਨੀਵਰਸਿਟੀਆਂ ਤੇ ਚੰਗੇ ਕੋਈ ਕਾਲਜ ਜੇ ਆਪਣੀ ਕਮਿਊਨਿਟੀ ਲਈ ਕੋਈ ਖੋਲੇ ਜਾਣ ਤੇ ਆਪਣੇ ਬੱਚੇ ਵੀ ਅੱਗੇ ਆਉਣ ਤਾਂ ਬਹੁਤ ਵਧੀਆ ਹੋਊ। ਬਾਕੀ ਬਹੁਤ ਵਧੀਆ ਕੰਮ ਕਰ ਰਹੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਲੂਟ। ਧੰਨਵਾਦ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਰਦਾਰ ਮਨਜਿੰਦਰ ਸਿੰਘ ਜੀ, ਤੁਹਾਨੂੰ ਸਿਰਫ ਸੁਝਾਅ ਹੀ ਆ ਰਿਹਾ ਤੁਹਾਡੇ ਲਈ, ਤਾਂ ਥੈਂਕ ਯੂ ਕਰ ਰਿਹਾ, ਤੁਸੀਂ ਸੁਣ ਹੀ ਰਹੇ ਹੋ ਜੀ। ਹੈਲੋ, ਮੈਨੂੰ ਲੱਗਦਾ ਫਿਰ ਵੀਰ ਉਹਨਾਂ ਦੀ ਜਿਹੜੀ ਲਾਈਨ ਨਾਲ ਡ੍ਰੌਪ ਹੋ ਗਈ, ਕਿਉਂਕਿ ਟਰੈਵਲ ਕਰ ਰਿਹਾ ਜੀ। ਇਦਾਂ ਹੀ ਫਿਰ ਦੁਬਾਰਾ ਹੋਲਡ ਰੱਖਿਓ, ਮੈਂ ਫਿਰ ਦੁਬਾਰਾ ਉਹਨਾਂ ਨੂੰ ਕਾਲ ਮਿਲਾਵਾਂ ਜੀ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, ਲਾਇਸੈਂਸ ਨੰਬਰ 10530। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਜੇਕਰ ਤੁਸੀਂ ਟਰੱਕ ਬਿਲਕੁਲ ਜੀ, ਆਪਣੀ ਲਾਈਨ ਫੇਰ ਸਰਦਾਰ ਮਨਜਿੰਦਰ ਸਿੰਘ ਉਹਨਾਂ ਨਾਲ ਜੁੜ ਚੁੱਕੀ ਆ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ, 8153 ਸਵਾਗਤ ਹੈ ਜੀ। ਹੈਲੋ ਚੰਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜਿਹੜਾ ਤੁਸੀਂ ਅੱਜ ਮੁਲਾਕਾਤ ਕਰਾਈ ਹੈ ਸਰਸਾ ਜੀ ਨਾਲ ਜੀ, ਇਹ ਬਹੁਤ ਅੱਜ ਦੇ ਸਮੇਂ ਦੀ ਲੋੜ ਸੀ ਜੀ, ਨੀਡ ਸੀ ਇਹਦੀ ਮੁਲਾਕਾਤ ਦੀ, ਜਿਹੜੀ ਵਾਰਤਾਲਾਪ ਹੋਈ ਹੈ ਜੀ। देखो लिखा है कि 1600 पे जानिए जो लड़ दीन के हेत जी पूजा पूजा कट मरे कबू ना छाड़े खेत जी जो इन्होंने परोपकार किया सिख कौम के ऊपर आई अप्रीशिएट टू एंड सलूट कर दिया इन्होंने जेडे इन्होंने दिन रात अनथक प्रयत्न करके सिख मुंडे ने छड़ाया और इन्होंने बहुत बड़ी दीन है इन्हों की बहुत बड़ी देन है और वाहिगुरु इन्हों तंदुरुस्ती बख्शे और इस तरह ही सिख कौम की सेवा करते इन्होंने दिल्ली देखो कितने ग्रुप है पर कोई अगे नहीं आया जी इन्होंने अपना तन मन धन नाल सब सेवा कौम की सेवा की है जी ਧੰਨਵਾਦ ਜੀ ਧੰਨਵਾਦ ਜੀ ਬਿਲਕੁਲ ਜੀ ਸਿਰਸਾ ਸਾਹਿਬ ਬੜੇ ਵਧੀਆ ਤੁਹਾਡੇ ਲਈ ਵਿਚਾਰ ਆ ਰਹੇ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਮੈਂ ਬਸ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਮਾਣ ਬਖਸ਼ਦੇ ਨੇ ਗੁਰੂ ਸਾਹਿਬ ਦੀ ਕਿਰਪਾ ਮੈਂ ਪਹਿਲਾਂ ਵੀ ਕਿਹਾ ਸੀ ਦੇਖੋ ਮੈਂ ਤੇ ਕੋਟਾਨਕੋਟ ਹਮਾਰੇ ਦਰਬਾਰ ਸਾਹਿਬ ਗਿਆ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਇਸੇ ਵੀ ਧੰਨਵਾਦ ਕਰਨ ਗਏ ਸੀ ਗੁਰੂ ਸਾਹਿਬ ਜਦੋਂ ਦਿੱਲੀ ਦੇ ਜਿਹੜੇ ਸਾਡੇ ਸੀਨੀਅਰ ਵਕੀਲ ਸੀ ਜਿਨ੍ਹਾਂ ਤੇ ਸਾਨੂੰ ਬੜਾ ਮਾਣ ਹੁੰਦਾ ਸੀਗਾ ਔਰ ਸਾਨੂੰ ਕੌਮ ਨੂੰ ਮਾਣ ਸੀ ਜਦੋਂ ਉਹਨਾਂ ਦੇ ਸੈਕਟਰੀ ਮੈਨੂੰ ਫੋਨ ਕਰਕੇ ਕਿਹਾ ਉਹਨਾਂ ਕਿਹਾ ਯਾਰ ਸਿਰ ਤੂੰ ਵੀ ਨਾ ਸਰਕਾਰ ਦੇ ਖਿਲਾਫ ਖੜਾ ਹੋਵੀਂ ਮੈਂ ਤੇ ਖੜਾ ਨਹੀਂ ਹੋ ਨਹੀਂ ਸਕਦਾ ਦੂਜੇ ਨੂੰ ਫੋਨ ਕੀਤਾ ਮੇਰਾ ਫੋਨ ਹੀ ਕੱਟਤਾ ਕਹਿੰਦਾ ਸਿਰਸਾ ਜੀ ਸੌਰੀ ਆਈ ਕਾਂਟ ਹੈਲਪ ਯੂ ਇਨ ਦਿਸ ਕੇਸ ਤੇ ਮੈਂ ਕਹਿੰਦਾ ਕਿ ਗੁਰੂ ਨੇ ਬੜਾ ਤਰਸ ਕੀਤਾ ਕਿ ਉਸ ਵੇਲੇ ਸਾਨੂੰ ਸੋਝੀ ਬਖਸ਼ੀ ਸਾਨੂੰ ਸਮੱਤ ਬਖਸ਼ੀ ਤੇ ਅਸੀਂ ਉਹਨਾਂ ਦੇ ਪਿੱਛੇ ਲੱਗ ਤੁਰੇ ਅਸੀਂ ਆਪਣਾ ਸਟੈਂਡ ਲਿਆ ਔਰ ਅਸੀਂ ਇਹ ਗੱਲ ਤੈਅ ਕੀਤੀ ਕਿ ਨਹੀਂ ਭਾਈ ਅਸੀਂ ਤਾਂ ਆਪਣੇ ਭਰਾਵਾਂ ਦੇ ਨਾਲ ਖੜਾਵਾਂਗੇ ਭਾਵੇਂ ਕੁਛ ਹੋ ਜੇ ਤੇ ਇਹ ਗੁਰੂ ਦੀ ਕਿਰਪਾ ਹੈ ਮੇਰੇ ਵਰਗੇ ਦੀ ਛੋਟਾ ਜਿਹਾ ਮੈਂ ਬਹੁਤ ਛੋਟਾ ਜਿਹਾ ਆਦਮੀ ਆ ਉਹ ਠੀਕ ਆ ਕਿ ਕੋਈ ਨਾ ਤੁਸੀਂ ਕੋਈ ਕੰਮ ਕਰਦੇ ਜੇ ਗੁਰੂ ਸਾਹਿਬ ਤੁਹਾਡੇ ਕੋਲ ਸੇਵਾ ਲੈ ਲੈਂਦੇ ਨੇ ਔਰ ਉਹ ਵਡਿਆਈ ਤੁਹਾਡੀ ਚੋਰੀ ਪਾ ਦਿੰਦੇ ਨੇ ਬਸ ਇਹੀ ਆ ਮੇਰੇ ਉਹਦੇ ਤੋਂ ਜ਼ਿਆਦਾ ਮੇਰਾ ਇਹਦੇ 'ਚ ਕੋਈ ਯੋਗਦਾਨ ਨਹੀਂ ਔਰ ਮੇਰੇ ਫੋਨ ਚੁੱਕਣੇ ਰਸਤੇ ਦਾ ਫੋਨ ਕੱਟੀ ਜਾਂਦੇ ਨੇ ਬਸ ਮੈਂ ਉਹਨਾਂ ਵੀਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਜੇਕਰ ਤੁਸੀਂ ਇਹ ਵੀ ਸਮਝਦੇ ਜੇ ਤੇ ਤੁਹਾਡੇ ਵਾਸਤੇ ਸਿੱਖ ਕੌਮ ਵਾਸਤੇ ਵੀ ਬੜੀ ਮਾਣ ਦੀ ਗੱਲ ਹੋ ਸਕਦੀ ਹੈ ਕਿ ਜੇ ਕੋਈ ਕਹੇ
ਸਰਕਾਰਾਂ ਦਾ ਬੰਦਾ ਔਰ ਸਰਕਾਰਾਂ ਉਹਨੂੰ ਇੰਨਾ ਝੇਲਦੀਆਂ ਪਈਆਂ ਨੇ। ਤੁਸੀਂ ਸੋਚ ਕੇ ਦੇਖੋ ਕਿ ਤੁਹਾਡੀ ਕਿੰਨੀ ਚੜਾਈ ਆ ਕਿ ਜਿੰਨਾ ਲੋਕਾਂ ਨੂੰ ਬੰਦ ਕਰਦੇ ਆਪਾਂ ਚੁਰਾ ਕੇ ਲਿਆਉਣੇ ਤਾਂ ਵੀ ਸਰਕਾਰਾਂ ਆਪਣੇ ਅੱਗੇ ਝੁਕਦੀਆਂ ਨੇ। ਤੇ ਚੜਾਈ ਆ ਨਾ ਜੀ ਬਿਲਕੁਲ ਜੀ ਬਿਲਕੁਲ ਜੀ। ਆਪਾਂ ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ 9200 ਸਵਾਗਤ ਹੈ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੋਨਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਭਾਜੀ, ਸੇਠਾ ਸਾਹਿਬ ਬਹੁਤ ਵਧੀਆ ਕੰਮ ਤੁਸੀਂ ਕੀਤਾ। ਤੁਸੀਂ ਕੌਮ ਦੀ ਲਾਜ ਰੱਖ ਲਈ, ਕੌਮ ਦੀ ਪੈਟ ਸਾਪੜੀ ਆ। ਕਿਉਂਕਿ ਕੁਝ ਕੁ ਲੋਕਾਂ ਨੇ ਆਪਾਂ ਕਹਿ ਸਕਦੇ ਹਾਂ ਲਾਲ ਝੰਡੀ ਕਾਮਰੇਡਾਂ ਦੀ ਕੋਈ ਕਸਰ ਨਹੀਂ ਛੱਡੀ ਸੀਗੀ ਸਿੱਖ ਮੁੰਡਿਆਂ ਨੂੰ ਫੜਾਉਣ ਦੀ ਤਾਂ ਸਜ਼ਾ ਦਿਵਾਉਣ ਲਈ, ਤਸ਼ੱਦਦ ਕਰਾਉਣ ਲਈ, ਪਰ ਤੁਸੀਂ ਕੌਮ ਦੀ ਲਾਜ ਰੱਖ ਲਈ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੇ ਏਦਾਂ ਹੀ ਸੇਵਾ ਕਰਦੇ ਰਹੋ। ਹਜੇ ਤੁਹਾਡੀ ਸੇਵਾ ਮੁੱਕਣੀ ਨਹੀਂ ਹੈਗੀ ਸੇਠਾ ਸਾਹਿਬ। ਅਜੇ ਤਾਂ ਨਹੀਂ ਕਾਮਰੇਡਾਂ ਨੇ ਹੋਰ ਪਤਾ ਨਹੀਂ ਕਿੰਨੇ ਮੁੰਡੇ ਹੋਰ ਫੜਾਉਣੇ ਆ ਤੇ ਤੁਸੀਂ ਏਦਾਂ ਹੀ ਆਪਣੀ ਕੌਮ ਦੀ ਸੇਵਾ ਕਰਦੇ ਰਹੋ, ਏਦਾਂ ਚੜ੍ਹਦੀ ਕਲਾ ਚ ਰਹੋ। ਤੇ ਇੱਕ ਸਵਾਲ ਤੁਹਾਡੇ ਲਈ ਆ ਵੀਰ, ਏਦਾਂ ਹੋਲਡ ਰੱਖਿਓ ਵੀਰ, ਉਹ ਲਾਈਨ ਉਹਨਾਂ ਦੀ ਡ੍ਰੌਪ ਹੋ ਗਈ। 1 ਸੈਕਿੰਡ ਹੋਲਡ ਰੱਖਿਓ ਪਲੀਜ਼। ਮੈਂ ਏਦਾਂ ਬ੍ਰੇਕ ਲੈ ਕੇ ਤੁਹਾਨੂੰ ਬਿਲਕੁਲ ਜੀ ਲਾਈਨ ਡ੍ਰੌਪ ਹੋ ਗਈ। ਫਿਰ ਸਿਸਰ ਸਾਹਿਬ ਹੁਣੇ ਟਰੈਵਲ ਕਰ ਰਹੇ ਆ ਜੀ। ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ ਦੇਰ ਨਾ ਕਰੋ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਬਿਲਕੁਲ ਜੀ ਮਨਜਿੰਦਰ ਸਿੰਘ ਜੀ ਆਪਣੇ ਨਾਲ ਸਿਰਸਾ ਸਾਹਿਬ ਫਿਰ ਜੁੜ ਚੁੱਕੇ ਆ। ਜੀ ਵੀਰ ਜੀ ਤੁਹਾਡੀ ਲਾਈਨ ਟੁੱਟ ਗਈ ਸੀ, ਲਾਈਨ ਕੱਟੀ ਗਈ ਸੀ ਜੀ। ਹਾਂਜੀ ਸਿਰਸਾ ਸਾਹਿਬ, ਭਾਜੀ ਕਹਿੰਦੇ ਹੋਏ ਵੀ ਸਤਿ ਸਾਹਿਬ ਏਦਾਂ ਹੀ ਤੁਸੀਂ ਕੌਮ ਦੀ ਸੇਵਾ ਕਰਦੇ ਰਹੋ, ਏਦਾਂ ਹੀ ਚੜ੍ਹਦੀ ਕਲਾ ਚ ਰਹੋ। ਕਿਉਂਕਿ ਕੁਝ ਕੁ ਲੋਕਾਂ ਨੇ ਕਾਮਰੇਡਾਂ ਨੇ ਕੋਈ ਕਸਰ ਨਹੀਂ ਛੱਡੀ ਸੀਗੀ ਕੌਮ ਦੇ ਮੁੰਡਿਆਂ ਨੂੰ ਜੇਲ੍ਹਾਂ 'ਚ ਪਾਉਣ ਲਈ, ਤਸ਼ੱਦਦ ਕਰਾਉਣ ਲਈ। ਪਰ ਤੁਸੀਂ ਕੌਮ ਦੀ ਪੈਟ ਸਾਪੜੀ, ਤੁਸੀਂ ਲਾਜ ਰੱਖ ਲਈ ਕੌਮ ਦੀ। ਤੇ ਹਜੇ ਤੁਹਾਡੀ ਸੇਵਾ ਖਤਮ ਨਹੀਂ ਹੋਈ। ਹਜੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਨੇ, ਇਹਨਾਂ ਕਾਮਰੇਡਾਂ ਨੇ ਆਪਣੇ ਸਿੱਖ ਹੋਰ ਫੜਾਉਣੇ। ਅੱਗੇ ਤੁਸੀਂ ਸੇਵਾ ਕਰਦੇ ਰਹੋ। ਇੱਕ ਸਵਾਲ ਤੁਹਾਡੇ ਲਈ ਆ ਵੀ ਜਿਹੜਾ ਦੀਪ ਸਿੱਧੂ ਦਾ ਕੇਸ ਆ ਉਹਦੇ ਬਾਰੇ ਮਾੜੀ ਜੀ ਅਪਡੇਟ ਦਿਓ ਕਿ ਦੀਪ ਸਿੱਧੂ ਦੇ ਕੇਸ ਬਾਰੇ ਕੀ ਬਣਿਆ। ਕਿਉਂਕਿ ਜਿੱਦਣ ਤੁਸੀਂ ਦੀਪ ਸਿੱਧੂ ਨੂੰ ਬਾਹਰ ਲੈ ਆਂਦਾ ਉਦੋਂ ਸਮਝ ਲਓ ਕਾਮਰੇਡਾਂ ਦੀ ਮਾਂ ਮਰ ਜਾਣੀ ਆ। ਧੰਨਵਾਦ ਜੀ। ਧੰਨਵਾਦ ਜੀ। ਸਰਦਾਰ ਮਨਜਿੰਦਰ ਸਿੰਘ ਜੀ। ਜੀ ਭਾਜੀ, ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਮੈਂ ਤੁਹਾਨੂੰ ਬੜਾ ਤੁਹਾਡੇ ਰੇਡੀਓ ਤੇ ਸਭ ਨੂੰ ਕਲੀਅਰ ਕਰਨ ਲੱਗਾ ਜੀ। ਦੇਖੋ ਮੇਰੇ ਵਾਸਤੇ 150 ਜਿਹੜੇ ਕਿਸਾਨ ਵੀਰ ਮੇਰੇ ਭਰਾ ਨੌਜਵਾਨ ਬਜ਼ੁਰਗ ਪਏ ਨੇ ਜੇਲ੍ਹ, ਉਹ ਸਾਰੇ ਬਰਾਬਰ ਨੇ। ਕਿਉਂਕਿ ਮੈਂ ਦਿੱਲੀ ਦੇ ਅੰਦਰ ਸਿੱਖ ਸੰਸਥਾ ਦੀ ਨੁਮਾਇੰਦਗੀ ਕਰਦਾ ਪਿਆ। ਮੈਂ ਉਹਦੇ ਚ ਵਿਤਕਰਾ ਨਹੀਂ ਕਰ ਸਕਦਾ। ਕਿਸੇ ਦੀ ਕੋਈ ਸੋਚ ਹੋ ਸਕਦੀ ਹੈ, ਕਿਸੇ ਦੀ ਕੋਈ ਆਈਡੀਓਲੋਜੀ ਹੋ ਸਕਦੀ ਹੈ, ਕਿਸੇ ਦੀ ਕੋਈ ਪਾਰਟੀ ਹੋ ਸਕਦੀ ਹੈ। ਮੇਰੇ ਕੋਈ ਪਾਰਟੀ ਨਹੀਂ ਇਸ ਮਸਲੇ ਦੇ ਅੰਦਰ, ਮੇਰੀ ਕੋਈ ਆਈਡੀਓਲੋਜੀ ਨਹੀਂ। ਮੇਰੀ ਇੱਕੋ ਆ ਵੀ ਮੇਰਾ ਗੁਰੂ ਦਾ ਸਿੱਖ ਜਿਹੜਾ ਉਹ ਜੇਲ੍ਹ ਚ ਨਹੀਂ ਰਹਿਣਾ ਚਾਹੀਦਾ। ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਸਰਦਾਰ ਗੁਰਮੁਖ ਸਿੰਘ ਜੀ ਔਰ ਸਰਦਾਰ ਜੀਤ ਸਿੰਘ ਜੀ ਬਾਹਰ ਆਏ ਨੇ, ਉਹ ਅਕਾਲੀ ਦਲ ਮਾਨ ਦੇ ਜਿਹੜੇ ਨੇ ਸੀਨੀਅਰ ਲੀਡਰ ਸੀਗੇ ਸੰਗਰੂਰ ਦੇ। ਪਰ ਅਸੀਂ ਇਹ ਨਹੀਂ ਦੇਖਿਆ ਵੀ ਕਿਹੜੀ, ਸਾਨੂੰ ਕੀ ਮਤਲਬ ਇਸ ਗੱਲ ਨਾਲ? ਸਾਨੂੰ ਪਤਾ ਸਾਡਾ ਗੁਰੂ ਦਾ ਸਿੱਖ ਜੇਲ੍ਹ ਚ ਨਹੀਂ ਰਹਿ ਸਕਦਾ, ਉਹਦੇ ਪਿੱਛੇ ਅਸੀਂ ਲੜਾਂਗੇ ਮਰਾਂਗੇ। ਇਸ ਕਰਕੇ ਬਿਲਕੁਲ ਨਿਸ਼ਚਿੰਤ ਹੋ ਜਾਓ, ਸਾਡੇ ਲਈ ਸਾਰੇ ਬਰਾਬਰ, ਸਾਨੂੰ ਜੇਲ੍ਹਾਂ ਤੋਂ ਬਾਹਰ ਲੈ ਕੇ ਆਵਾਂ ਜੀ। ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2929 ਸਵਾਗਤ ਹੈ ਜੀ। ਮੇਰਾ ਫੋਨ ਕੱਟੇ ਜਾ ਰਿਹਾ ਬਾਰ-ਬਾਰ, ਮੈਨੂੰ ਮਾਫੀ ਦੇ ਦਿਓ। ਮੇਰੇ ਪ੍ਰੋਗਰਾਮਾਂ 'ਚ ਮੈਂ ਪਹੁੰਚਣ ਵਾਲਾ, ਜੇ ਮੈਨੂੰ ਇਜਾਜ਼ਤ ਦੇ ਦੋਗੇ ਤਾਂ ਬਹੁਤ ਦੋ ਕਾਲਾਂ ਲੈ ਲਈਏ ਸਿੱਧਾ ਸਾਹਿਬ, 2 ਕਾਲਾਂ ਹੋਰ ਲੈ ਲਈਏ ਆਪਾਂ। ਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ। ਸੁਖਿੰਦਰ ਸਿੰਘ ਆਪ ਜੀ ਨੂੰ ਤੇ ਸਰਸਾ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਤਾਂ ਜੀ ਐਪਰੀਸ਼ੀਏਟ ਮੈਂ ਕਰਨਾ ਚਾਹੁੰਦਾ ਸਰਸਾ ਸਾਹਿਬ ਦਾ ਵੀ ਜਿਸ ਟਾਈਮ ਤੇ ਇੱਕ ਤਰ੍ਹਾਂ ਅੰਦੋਲਨ ਦੇ ਵਿੱਚ 26 ਤਰੀਕ ਨੂੰ ਕੁਝ ਲੋਕ ਪੈਨਿਕ ਹੋ ਗਏ ਸੀ। ਕਈਆਂ ਲੀਡਰਾਂ 'ਚ ਵਾਧਾ ਨਹੀਂ ਹੁੰਦਾ, ਸਾਰੇ ਵੀ ਸੰਯੁਕਤ ਅਕਾਲੀ ਦਲ ਦੇ ਜਿਹੜੇ ਕਿਸਾਨ ਲੀਡਰ, ਉਹਨਾਂ ਤੇ ਨਹੀਂ ਆਪਾਂ ਦੋਸ਼ ਲਾ ਸਕਦੇ। ਪਰ ਕੁਝ ਲੀਡਰ ਸੀਗੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਗਦਾਰੀ ਦੇ ਜਿਹੜੇ ਖਿਤਾਬ ਵੰਡ ਦਿੱਤੇ ਸੀਗੇ ਜੀ। ਤੇ ਮੈਂ ਸਰਸੋ ਸਾਹਿਬ ਦੀ ਸਪੀਚ ਸੁਣੀ ਸੀ। ਉਹਨਾਂ ਨੇ ਇੱਕ ਦਿਨ ਸਪੀਚ ਦਿੱਤੀ ਸੀ ਵੀ ਜਿਹੜੇ ਤੁਸੀਂ ਲਾਲ ਕਿਲੇ ਦੀ ਗੱਲ ਕਰਦੇ ਹੋ, ਇੱਥੋਂ ਤਾਂ ਉਹ ਹੁਕਮ ਸੁਣਾਏ ਜਾਂਦੇ ਸੀ ਜਦੋਂ 1.25 ਲੱਖ ਜਨੇਊ ਲਾਹ ਕੇ ਔਰੰਗਜ਼ੇਬ ਰੋਟੀ ਖਾਂਦਾ ਸੀ ਜੀ। ਤੇ ਅੱਜ ਤੁਸੀਂ ਉਹਨੂੰ ਹਿੰਦੁਸਤਾਨ ਦੀ ਭਾਰਤ ਦੀ ਧਰੋਧਰ ਕਹਿੰਦੇ ਹੋ ਜੀ। ਤੇ ਪਰ ਉਸ ਕਿਲੇ ਤੇ ਜਿਹੜਾ ਤਿਰੰਗਾ ਤਾਂ 1947 ਤੋਂ ਬਾਅਦ ਝੁੱਲਿਆ, ਕੇਸਰੀ ਸ਼ਾਹ ਸਾਹਿਬ ਤੋਂ ਪਹਿਲਾਂ ਬਹੁਤ ਚੜ ਚੁੱਕਾ ਲਾਲ ਕਿਲੇ ਤੇ ਅੱਜ ਇਹਨਾਂ ਨੂੰ ਲੋਕਾਂ ਨੂੰ ਅਲਰਜੀ ਹੋ ਗਈ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ। ਚਾਹੇ ਕੁਝ ਸਾਡੇ ਲੀਡਰ ਸੀ ਤੇ ਚਾਹੇ RSS ਤੇ ਚਾਹੇ ਬਜਰੰਗ ਦਲ ਲਾ ਲਓ, ਭਾਜਪਾ ਲਾ ਲਓ, ਬੜਾ ਬਦਨਾਮ ਕੀਤਾ ਸਿੱਖਾਂ ਨੂੰ ਜੀ। ਜਿਹੜਾ ਗੋਦੀ ਮੀਡੀਆ ਜੀ ਖਾਲਿਸਤਾਨੀ ਆ, ਅੱਤਵਾਦੀ ਆ, ਉਸ ਟਾਈਮ ਤੇ ਸਿੱਖ ਸਾਹਿਬ ਵੀਰ ਨੇ ਆ ਕੇ
ਨਿਡਰ ਹੋ ਕੇ ਜਿਹੜਾ ਇਹਨਾਂ ਨੇ ਖੜੇ ਆ ਨਾਲ ਉਹਨਾਂ ਨੌਜਵਾਨਾਂ ਦੇ, ਚਾਹੇ ਉੱਤਰਾਖੰਡ ਦੇ ਜਿੱਥੇ ਜਿੱਥੇ ਰੋਕਾਂ ਲੱਗੀਆਂ ਸੀ ਉੱਥੋਂ ਇਹਨਾਂ ਨੇ ਤੋੜ ਕੇ ਜਿਹੜੇ ਰੋਕਾਂ ਪੁਲਿਸ ਦੀਆਂ ਤੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਖੜੇ ਕੀਤਾ ਜੀ। ਇਹਦੇ ਵਿੱਚ ਬਹੁਤ ਅਪਰੀਸ਼ੀਏਟ ਜਿਹੜਾ ਹੁਣ ਵੀ ਕੇਸ ਲੜ ਲਿਆ ਬਹੁਤ ਆ। ਪਹਿਲੋਂ ਮੇਰੇ ਮਨ ਦੇ ਵਿੱਚ ਕੋਈ ਡਰ ਨਹੀਂ, ਗੱਲਾਂ ਹੈਗੀਆਂ ਸੀ, ਅੱਜ ਵੀ ਸਵਾਲ ਹੈਗੇ ਆ ਕਿਉਂਕਿ ਇਹ ਅਕਾਲੀ ਦਲ ਨਾਲ ਜੁੜੇ ਹੋਏ ਆ ਤੇ ਪਰ ਜਿਹੜਾ ਸਾਡਾ ਬਾਦਲ ਪਰਿਵਾਰ ਨਾਲ ਜਿਹੜੀ ਸਹਿਮਤੀ ਨਹੀਂ ਹੈਗੀ, ਕਿਉਂਕਿ ਜਿਹੜੇ ਉਹਨਾਂ ਨੇ ਪੰਥ ਲਈ ਪਿੱਛੇ ਜਿਹੜੇ ਵਿਵਾਦਤ ਜਿੰਨੇ ਕਿ ਵੀ ਫੈਸਲੇ ਲਏ ਆ, ਚਾਹੇ ਉਹ ਬਲਾਤਕਾਰੀ ਸਰਸੇ ਸਾਧ ਨੂੰ ਮਾਫ ਕੀਤਾ ਹੋਵੇ ਤੇ ਉਦੋਂ ਕੌਮ ਦਾ ਲੱਖਾਂ ਰੁਪਈਆ ਅਖਬਾਰਾਂ ਤੇ ਇਸ਼ਤਿਹਾਰ ਦੇਣ ਨੂੰ ਲਾ ਦਿੱਤਾ ਵੀ ਨਹੀਂ ਇਹ ਸਹੀ ਫੈਸਲਾ ਆ। ਤੇ ਉਸ ਟਾਈਮ ਤੇ ਦਿੱਲੀ ਦੀ ਕਮੇਟੀ ਨੇ ਵੀ ਉਹ ਨਾਲ ਖੜੇ ਸੀਗੇ, ਉਸ ਮਨ ਦੀ ਸੰਚ ਰੰਜਿਸ਼ ਵੀ ਹੈਗੀ ਆ। ਅਸੀਂ ਇਹਨਾਂ ਦੇ ਐਪਰੀਸ਼ੀਏਟ ਵੀ ਕਰਦੇ ਜਿਹੜਾ ਇਸ ਵੇਲੇ ਕੰਮ ਕਰਦੇ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹੋ ਜਿਹੀਆਂ ਜੇ ਕੋਈ ਅਕਾਲੀ ਦਲ ਗਲਤੀਆਂ ਕਰਦਾ ਕਿ ਵੀ ਰੁਪਏ ਉਹਨਾਂ ਨਾਲ ਖੜਨਗੇ? ਇਹ ਮੇਰਾ ਸਵਾਲ ਹੈ। ਧੰਨਵਾਦ ਜੀ। ਜੀ ਸਿਰਸਾ ਸਾਹਿਬ। ਦੇਖੋ, ਪਹਿਲੀ ਗੱਲ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਜੇ ਆਪਾਂ ਅੱਜ ਇਸ ਲੜਾਈ ਦੇ ਅਸੀਂ ਵਿਵਾਦ ਚਾਹਾਂਗੇ ਮੈਨੂੰ ਕੋਈ ਖਰਚ ਨਹੀਂ, ਮੈਂ ਤੇ ਜਵਾਬ ਜੀ, ਪਰ ਹੋਊਗਾ ਕੀ ਜਿਹੜਾ ਸਾਡਾ ਪਰਪਸ ਉਹ ਡਿਫੀਟ। ਜਦੋਂ ਆਪਾਂ ਇਹ ਸਾਰੀ ਲੜਾਈ ਤੋਂ ਬਾਹਰ ਆਉਂਦੇ ਹਾਂ, ਇੱਕ ਗੱਲ ਮੈਂ ਤੁਹਾਨੂੰ ਕਹਿ ਸਕਦਾ ਜੀ, ਜੇ ਅਸੀਂ ਉਮੀਦ ਕਰਦੇ ਵੀ ਮੈਂ ਕੌਮ ਦੀ ਲੜਾਈ ਲੜਾ ਤੇ ਤੁਸੀਂ ਜ਼ਰੂਰ ਵਿਹਲਾ ਟਾਈਮ ਕੱਢ ਕੇ ਇੱਕ ਵਾਰ ਆਪਣੇ ਅੰਦਰ ਸਲਾਹ ਕਰਕੇ ਤੇ ਮੈਨੂੰ ਜ਼ਰੂਰ ਸੰਦੇਸ਼ਾ ਭੇਜੋ ਜੀ ਕਿ ਮੈਂ ਕਿਹੜੀ ਪਾਰਟੀ 'ਚ ਰਹਿ ਕੇ ਕੌਮ ਦੀ ਲੜਾਈ ਨੂੰ ਲੜਾਂ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਬੀਜੇਪੀ 'ਚ ਰਹਿ ਕੇ ਲੜ ਸਕਦਾ, ਜੇ ਤੁਹਾਨੂੰ ਲੱਗਦਾ ਮੈਂ ਕਾਂਗਰਸ ਰਹਿ ਕੇ ਲੜ ਸਕਦਾ, ਜੇ ਤੁਹਾਨੂੰ ਲੱਗਦਾ ਮੈਂ ਬਸ ਕੋਈ ਵੀ ਹੋਰ ਪਾਰਟੀ 'ਚ, ਜ਼ਰੂਰ ਮੈਨੂੰ ਇਹ ਸੰਦੇਸ਼ ਭੇਜਿਓ ਜੀ। ਮੈਂ ਚਾਹੂੰਗਾ ਕਿ ਤੁਸੀਂ ਮੈਨੂੰ ਸਲਾਹ ਜ਼ਰੂਰ ਦਿਓ ਜੀ। ਲੇਕਿਨ ਅੱਜ ਆਪਣਾ ਜਿਹੜਾ ਹੈ ਨਾ ਉਹ ਸਿਰਫ ਇੱਕ ਟੀਚਾ ਹੋਣਾ ਚਾਹੀਦਾ, ਸਾਡੀ ਜਿਹੜੀ ਲੜਾਈ ਲੜ ਰਹੇ ਹਾਂ ਉਹਦੇ 'ਚ ਆਪਾਂ ਕਿਸੇ ਤਰੀਕੇ ਵੀ ਨਾਕਾਮ, ਸਾਡੀਆਂ ਜਿਹੜੀਆਂ ਵਿਤਕਰੇ ਨੂੰ ਰਹਿਣਗੇ ਉਹ ਫਿਰ ਆਪਾਂ ਗੱਲਾਂ ਕਰਾਂਗੇ, ਲੇਕਿਨ ਅੱਜ ਇੱਕ ਟੀਚਾ ਰੱਖੀਏ ਕਿ ਸਾਡੀ ਆਪਸੀ ਵਿਵਾਦ ਦੇ ਅੰਦਰ ਸਾਡੀ ਆਪਣੀ ਸੋਚ ਦੇ ਨਾਲ ਕਿਸੇ ਸਾਡੇ ਵੀਰ ਦਾ ਨੁਕਸਾਨ ਨਾ ਹੋਵੇ। ਪਹਿਲਾਂ ਆਪਾਂ ਉਸ ਲੜਾਈ ਦਾ ਸਾਰੇ ਮਿਲ ਕੇ ਧਿਆਨ ਦੇਈਏ ਜੀ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ ਵੀਰ ਸਵਾਲ ਛੋਟੇ ਰੱਖਿਓ ਕਿਉਂਕਿ ਸਿਰਸਾ ਸਾਹਿਬ ਉਹਨੇ ਬਿਜੀ ਬਹੁਤ ਜ਼ਿਆਦੇ ਆ। ਹਾਂਜੀ 0706 ਸਵਾਗਤ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮਨਿੰਦਰ ਸਿੰਘ ਸਿਰਸਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਰਹੇ ਹਾਂ ਜੀ ਤੇ ਮੈਂ ਇੱਥੇ ਸੋਸ਼ਲ ਮੀਡੀਆ ਦਾ ਪੇਜ ਰਨ ਕਰਦਾ ਤੇ ਮੇਰੇ ਨਾਲ ਬਹੁਤ ਮੁੰਡੇ ਜੁੜੇ ਹੋਏ ਆ ਜੀ। ਉਹ ਸਾਰਿਆਂ ਦੀ ਇਹੀ ਡਿਮਾਂਡ ਹੈ ਕਿਉਂਕਿ ਦੀਪ ਸਿੱਧੂ ਸਾਡਾ ਅਨਮੋਲ ਹੀਰਾ ਹੈ ਜੀ, ਉਹਨੂੰ ਬਿਨਾਂ ਮਤਲਬ ਤੋਂ ਬਦਨਾਮ ਕਰਕੇ ਅੰਦਰ ਸੁੱਟਿਆ ਗਿਆ ਤੇ ਜਦੋਂ ਵੀ ਉਹਨੂੰ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਹੋ ਸਾਰਾ ਸਾਨੂੰ ਪਤਾ ਹੈ, ਪਰ ਫਿਰ ਵੀ ਅਸੀਂ ਇੱਕ ਵਾਰ ਫਿਰ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਦੀਪ ਸਿੱਧੂ ਨੂੰ ਡਟ ਕੇ ਸਪੋਰਟ ਕਰਿਓ ਤੇ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 9806। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਵੀ ਜਿਹੜਾ ਛੁਡਾ ਰਿਹਾ ਆ ਕੁਛ ਉਹਨਾਂ ਦੇ, ਚਲੋ ਉਹਨਾਂ ਦੇ ਗਲਤੀ ਕਰ ਲਈ, ਉਹਨਾਂ ਨੇ ਲੀਡਰਾਂ ਨੇ ਕਿਹਾ ਵੀ ਨਹੀਂ ਸੀਗਾ, ਫੇਰ ਵੀ ਆਪ ਉਧਰ ਹੀ ਹੋ ਗਏ, ਕਿਸੇ ਮਗਰ ਲੱਗ ਕੇ ਉਧਰ ਨੂੰ ਚੱਲ ਗਏ, ਪਰ ਤੁਸੀਂ ਫੇਰ ਵੀ ਸਮੁੱਚਤਾ 'ਚ ਰੱਖ ਕੇ ਛੁਡਾ ਰਹੇ ਆ। ਨਹੀਂ ਤਾਂ 84 ਵੇਲੇ ਸਾਡੇ ਧਾਰਮਿਕ ਲੋਕਾਂ ਨੇ ਤਾਂ ਕੌਮੇ ਬਣਾ ਕੇ ਰੱਖ ਦਿੱਤੀ ਸੀ, ਹੁਣ ਨਾਂ ਨਹੀਂ ਮਿਲਣਾ, ਪਿੰਡ ਵਾਲੇ ਦਾ ਕਹਿ ਲਓ ਜਾਂ ਹੋਰ ਵੀ ਆ, ਉਹਨਾਂ ਲੋਕਾਂ ਨੇ ਤਾਂ ਕੌਮੇ ਬਣਾ ਕੇ ਰੱਖਦੀ ਸੀਗੀ। ਤੁਸੀਂ ਤਾਂ ਫੇਰ ਵੀ ਬਹੁਤ ਤੁਹਾਡਾ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਇੱਕ ਕਾਲ ਹੋਰ ਲੈ ਲਈਏ ਸਿਰਸਾ ਸਾਹਿਬ, 2 ਕਾਲਾਂ ਜੀ, ਉਸ ਤੋਂ ਬਾਅਦ ਤੁਹਾਡੇ ਕੋਲ ਇਜਾਜ਼ਤ ਲੈਣੇ ਆਪਾਂ। ਸ਼ਾਇਦ ਲਾਈਨ ਫੇਰ ਡ੍ਰੌਪ ਹੋ ਗਈ ਵੀਰ ਉਹਨਾਂ ਦੀ ਤੇ ਚਲੋ ਤੁਸੀਂ ਆਉਂਦੇ ਰਹੋ। ਹਾਂਜੀ 7380 ਸਵਾਗਤ ਹੈ ਜੀ। ਹੈਲੋ ਹਾਂਜੀ 7380 ਸਵਾਗਤ ਹੈ ਜੀ। ਸੌਰੀ ਨਹੀਂ, ਅਨਨਾਊਨ ਕਾਲ ਆ ਜੀ, ਨੰਬਰ ਨਹੀਂ ਆਇਆ ਵੀਰ। ਹੈਲੋ ਹਾਂਜੀ ਭਾਜੀ। ਹਾਂਜੀ ਵੀਰ ਜੀ ਤੁਹਾਡਾ ਨੰਬਰ ਨਹੀਂ ਆਇਆ। ਹਾਂਜੀ ਸਵਾਗਤ ਹੈ। ਹਾਂਜੀ ਭਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਲਾਈਨ ਡ੍ਰੌਪ ਹੋ ਗਈ ਸਿਰਸਾ ਸਾਹਿਬ ਦੀ ਫਿਰ। ਉਹ ਚਲੋ ਕੋਈ ਨਹੀਂ, ਸਿਰਸਾ ਸਾਹਿਬ ਨੂੰ ਸਲੂਟ ਹੈ ਜੀ, ਜੋ ਕੰਮ ਕਰ ਰਹੇ ਨੇ ਇੱਕ ਸੱਚੇ ਸਿੱਖ ਦਾ ਇਹ ਕੰਮ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਥਾਪੜੇ ਨਾਲ ਉਹ ਕੰਮ ਉਹ ਕਰ ਰਹੇ ਨੇ, ਇਹਨਾਂ ਨੂੰ ਸਲੂਟ ਆ। ਤੇ ਐਵੇਂ ਆਪਾਂ ਕਾਲੀਆਂ ਨਾਲ ਜੋੜਨ ਜਾਣ ਦੀ ਗੱਲ ਨਹੀਂ ਹੈਗੀ, ਜੋ ਅੱਜ ਕੰਮ ਕਰ ਰਹੇ ਨੇ ਪਾਰਟੀ ਵਾਈਜ਼ ਉੱਪਰ ਉੱਠ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ, ਬੜੇ ਮਨ ਨੂੰ ਖੁਸ਼ੀ ਹੁੰਦੀ ਜੀ। ਸਲੂਟ ਹੈ ਇਹਨਾਂ ਨੂੰ। ਹਾਂਜੀ ਪਰਮਜੀਤ ਸਿੰਘ ਬੋਲਦਾ ਜੀ, ਮੇਰਾ ਫੋਨ ਨਹੀਂ ਆਇਆ, ਮੈਂ ਦੂਰ ਸੀਗਾ ਟੈਕਸਸ ਵਾਲੇ ਪਾਸੇ ਤਾਂ ਕਰਕੇ। ਜੀ ਸ਼ਾਇਦ ਕਈ ਵਾਰੀ ਨਾ ਸਰਵਿਸ ਘੱਟ ਹੁੰਦੀ ਤੇ ਨੰਬਰ ਨਹੀਂ ਆਉਂਦਾ। ਧੰਨਵਾਦ ਵੀਰ ਜੀ, ਚੰਗੇ ਇਨਸਾਨ ਆ। ਦੇਖ ਲਓ ਕਿੰਨੀ ਵਧੀਆ ਉਹਨਾਂ ਨੇ ਆਪਣਾ ਜਵਾਬ ਫੇਰ ਦਿੱਤਾ। ਲੋਕ ਜੋ ਮਰਜ਼ੀ ਕਹਿ ਲੈਣ, ਕਹਿੰਦੇ ਕੋਈ ਗੱਲ ਨਹੀਂ ਤੇ ਪਹਿਲਾਂ ਆਪਣਾ ਮਕਸਦ ਹੱਲ ਕਰ ਲਈਏ। ਉਹਨਾਂ ਦਾ ਹਿਰਦਾ ਬਹੁਤ ਵੱਡਾ, ਬਹੁਤ ਹਿਰਦਾ ਵੱਡਾ, ਮਨ ਨੂੰ ਖੁਸ਼ੀ ਹੁੰਦੀ, ਮੈਂ ਨਾ ਕੰਬਣੀ ਆਉਂਦੀ ਸਰੀਰ ਨੂੰ, ਲੂੰਗੰਡੇ ਫੁੱਲਦੇ ਆ ਜਾਂਦੇ ਗੱਲ ਸੁਣ ਕੇ। ਬਹੁਤ ਵਧੀਆ ਕਰ ਰਹੇ। ਓਕੇ ਬਿਲਕੁਲ ਜੀ, ਧੰਨਵਾਦ ਵੀਰ ਜੀ, ਧੰਨਵਾਦ। ਚੱਲਦੇ ਨੈਕਸਟ ਕਾਲ ਤੇ। ਹਾਂਜੀ 7380 ਸਵਾਗਤ ਹੈ ਜੀ। ਹਾਂਜੀ ਚੰਦੀ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਿਰਸਾ ਸਾਹਿਬ ਨੂੰ ਤਾਂ ਆਪਾਂ ਜਿੰਨੀਆਂ ਆਪਾਂ ਵਧਾਈਆਂ ਦੇ ਦਈਏ, ਜਿੰਨਾ ਉਹਨਾਂ ਦਾ ਧੰਨਵਾਦ ਕਰ ਲਈਏ ਥੋੜਾ ਹਨਾ ਜੀ। ਪਰ ਜਿਹੜੇ ਬੰਦੇ ਨੂੰ ਕਈਆਂ ਨੂੰ ਅਲਰਜੀ ਆ,
ਮੈਂ ਹੈਰਾਨ ਆ ਬੰਦੇ ਤੋਂ ਹਰ ਰੋਜ਼ ਆ ਕੇ ਪਿੰਡ ਵਾਲਿਆਂ ਨਾਲ ਤਕਲੀਫ ਆ ਜੀ। ਮੈਨੂੰ ਸਮਝ ਨਹੀਂ ਆਉਂਦੀ ਹੈ ਬੰਦੇ ਨੂੰ, ਯਾਰ ਅਸੀਂ ਤੇਰੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ, ਤੂੰ ਕਾਹਨੂੰ ਆ ਕੇ ਸਿੱਖਾਂ ਦੇ ਵਿੱਚ ਆ ਕੇ ਕਾਲਾਂ ਕਰਕੇ ਮੂਰਖਾਨੀਆਂ ਗੱਲਾਂ ਕਰਦਾ ਹਨਾ। ਜੀ ਜੇ ਕਿਹੜ ਕੱਢਣੀ ਆਪਦਾ ਕਿਤੇ ਹੋਰ ਨੰਬਰ ਨੂੰ ਦੱਸ ਕੇ ਹੋਰ ਕਿਤੇ ਕਰ ਲਵੇ ਬਾਹਰ, ਕਾਹਨੂੰ ਰੇਡੀਓ ਤੇ ਆ ਕੇ ਟਾਈਮ ਖਰਾਬ ਕਰਦਾ ਬੰਦਾ ਇਹ। ਬਿਲਕੁਲ ਵੀਰ, ਬੋਲ ਮੈਂ ਵੀ ਸਕਦਾ ਸੀ ਪਰ ਮੈਂ ਕਿਹਾ ਸਾਰਾ ਹੀ ਦੂਜੇ ਬੰਦੇ ਨੂੰ ਚਲਿਆ ਜਾਣਾ ਟਾਕ ਸ਼ੋ, ਮੈਂ ਚੁੱਪ ਕਰ ਗਿਆ ਜੀ। ਚੰਦੀ ਵੀ ਗੱਲ ਤਾਂ ਉਹੀ ਆ, ਆਪਾਂ ਗੱਲ ਹੋਰ ਕਰਦੇ ਆ। ਇਹ ਬੰਦਾ ਜਦੋਂ ਆਉਂਦਾ ਗੁਰਦੁਆਰਾ ਪੱਗ ਸਿੱਖ ਪਿੰਡਾਂ ਵਾਲਾ ਹਨਾ, ਵੀ ਤੂੰ ਆਪਦੇ ਧਰਮ ਦੀ ਗੱਲ ਕਰ ਜਿਹੜੀ ਕਰਨੀ ਆ ਜੀ। ਮੇਰੇ ਵੱਲੋਂ ਸਿਰਸਾ ਸਾਹਿਬ ਨੂੰ ਫੇਰ ਵਧਾਈਆਂ, ਓਨੀਆਂ ਹੀ ਇਸ ਬੰਦੇ ਨੂੰ ਲਾਲਤਾ। ਧੰਨਵਾਦ ਵੀਰੇ। ਧੰਨਵਾਦ ਜੀ, ਧੰਨਵਾਦ। ਹਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ 0585 ਸਵਾਗਤ ਹੈ ਜੀ। ਭਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਈ ਸੱਤਾ ਸਾਹਿਬ ਹੈਗੇ ਕਿ ਨਹੀਂ? ਨਹੀਂ ਵੀਰੇ, ਲਾਈਨ ਉਹਨਾਂ ਦੀ ਡਿਸਕਨੈਕਟ ਹੋ ਗਈ, ਉਹ ਸਫਰ ਕਰ ਰਹੇ ਆ ਤਾਂ ਕੱਟੀ ਜਾ ਰਹੀ ਬਾਰ-ਬਾਰ ਨਾ। ਭਾਈ ਜੀ ਥੈਂਕ ਯੂ ਕਰਨਾ ਸੀ ਉਹਨਾਂ ਨੂੰ, ਬਸ ਕਾਲੀ ਨਾਲ ਜਿਹੜਾ ਪੰਜਾਬ ਦਾ ਉਹਦਾ ਖੜਾ ਛੱਡ ਦਿਓ। ਉਹ ਸੁਣ ਰਹੇ ਆ ਵੀਰ, ਸੁਣ ਰਹੇ, ਉਹਨਾਂ ਤੱਕ ਮੈਸੇਜ ਪਹੁੰਚ ਰਿਹਾ, ਆਪਣੇ ਨਾਲ ਜੁੜੇ ਹੋਏ ਆ, ਉਹ ਸੁਣ ਰਹੇ ਆ। ਹਾਂਜੀ ਉਹਨਾਂ ਦਾ ਪਾਰਾ ਪਿਆਰਾ ਪੂਰਾ ਜੀ, ਜਿਵੇਂ ਚਲੋ ਦੇਖੋ ਜਿੰਨੀਆਂ ਕਾਲਾਂ ਆਈਆਂ ਸਭ ਦੇ ਨਾਲ ਚਲੋ, ਪਰ ਸਾਡੇ ਕਾਲੀ ਦਲ ਨੇ ਜਿਹੜਾ ਗੰਦ ਪਾਇਆ ਨਾ ਪੰਜਾਬ ਜੀ, ਉਹ ਸਾਰੀ ਦੁਨੀਆ ਨੂੰ ਪਤਾ। ਸਾਡੇ ਗੁਰੂ ਘਰ ਤੱਕ ਵੇਚ ਕੇ ਉਹਨਾਂ ਨੇ, ਦੇਖੋ ਗੁਰੂ ਗ੍ਰੰਥ ਸਾਹਿਬ ਦੇ ਕਿੰਨੀ ਬੇਅਦਬੀ ਉਹਨਾਂ ਨੇ ਸ਼ਰੇਆਮ ਕੱਲੇ ਜਵਾਕ ਨੂੰ ਪਤਾ ਉਹਨਾਂ ਨੇ ਕਰਾਈ ਆ। ਬਸ ਉਹਨਾਂ ਦਾ ਖੇੜਾ ਛੱਡ ਦੇਣ, ਇਹਨਾਂ ਨੂੰ ਕੋਈ ਦੁਨੀਆ ਤੇ ਇਹਦਾ ਬੰਦਾ ਨਹੀਂ ਹੋਣਾ। ਮੈਂ ਜਿਹੜਾ ਹੁਣ ਇਹਨਾਂ ਨੇ ਕੰਮ ਕੀਤਾ ਬਹੁਤ ਤਕੜਾ ਕੰਮ ਕੀਤਾ, ਕੋਈ ਇਹਨਾਂ ਨੇ ਸੱਜਾ ਨਹੀਂ ਦੇਖਿਆ, ਖੱਬਾ ਨਹੀਂ ਦੇਖਿਆ, ਕੋਈ ਕਾਂਗਰਸ ਨਹੀਂ ਦੇਖਿਆ, ਅਕਾਲੀ ਨਹੀਂ ਦੇਖਿਆ, ਕਾਂਗਰਸ ਨਹੀਂ ਦੇਖਿਆ। ਇਹਨਾਂ ਨੇ ਉੱਥੇ ਕਿਸਾਨ ਮੋਰਚੇ ਦੀ ਕੰਮ ਕੀਤਾ, ਉਹਨੂੰ ਛਡਾਉਣ ਦੀ ਜ਼ਿੰਮੇਵਾਰੀ ਲਈ ਆ। ਜੀ ਜੀ ਬਿਲਕੁਲ, ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ, ਥੈਂਕ ਯੂ ਇਹਨਾਂ ਦਾ। ਪੰਜਾਬ ਵਾਲਾ ਰੱਖਣਾ ਛੱਡ ਦਿਓ। ਪਰ ਵੀਰ ਤੁਸੀਂ ਦੇਖ ਲਓ, 2 ਰੈਲੀਆਂ ਕੀਤੀਆਂ ਜੀ ਅਕਾਲੀ ਦਲ ਬਾਦਲ ਨੇ, ਤੇ ਉਹ ਇਕੱਠ ਵੇਖ ਲਓ, ਭੇਡਾਂ ਉੱਥੇ ਫੇਰ ਦੇਖ ਲਓ ਕਿੰਨੀਆਂ ਸੀ, ਨਾਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਨਹੀਂ ਬਾਈ ਜੀ ਦੇਖੋ 117 ਸੀਟਾਂ ਨੇ, ਜੇ 500 ਬੰਦਾ ਚਲੇਗਾ ਤਾਂ 50,000 ਹੋ ਜਾਣਾ। ਹਾਂ ਬਿਲਕੁਲ, ਇਹ ਤਾਂ ਗੱਲ ਪੱਕੀ ਹੈ ਜੀ। ਤੁਹਾਨੂੰ ਤੁਹਾਡੇ ਰੇਡੀਓ ਵਾਲੇ ਨੇ, ਤੁਹਾਡੇ ਬੰਦੇ ਤੁਹਾਨੂੰ ਸਪਾਂਸਰ ਕਰਦੇ ਨੇ, ਤੁਸੀਂ ਕਹੋ 500 ਬੰਦਾ ਲਿਆਉਣਾ, ਉਹ ਤਾਂ ਨਹੀਂ ਆਉਣਾ ਉਹਨਾਂ ਨੇ। ਇਹ ਗੱਲ ਵਾਕਿਆ ਲਿਆਉਣਗੇ ਜੀ। ਜਿਹੜੇ ਰੈਲੀਆਂ ਹੁੰਦੀਆਂ ਨੇ, ਕਿਸਾਨਾਂ ਦੀਆਂ ਰੈਲੀਆਂ ਹੁੰਦੀਆਂ ਨੇ, ਉਹ ਆਪ ਮਾਰੇ ਹੁੰਦੀਆਂ ਨੇ। ਜਿਹੜੀਆਂ ਦੀਪ ਸਿੱਧੂ ਦੇ ਹੱਕ ਦੀਆਂ ਆਪ ਮਾਰੇ ਆਈਆਂ ਨੇ, ਸਿਰਦਾਲੇ ਦੇ ਹੱਕ ਦੀਆਂ ਉਹ ਆਪ ਮਾਰੇ ਆਈਆਂ ਨੇ, ਲੋਕੀ ਆਪ ਪੈਸੇ ਪਰ ਉਹਦਾ ਦੇਖੋ ਹੁਣ ਹਰ ਪਿੰਡ, ਤੁਹਾਡੇ ਪਿੰਡੋਂ ਵੀ ਗਏ, ਸਾਡੇ ਪਿੰਡੋਂ ਵੀ ਗਏ ਨੇ, ਕੰਮ ਉਹਦਾ ਪੈਸੇ ਦੇ ਕੇ ਜਾਂਦੇ ਆ, ਦਿਹਾੜੀ ਦੇ ਪੈਸੇ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਜੀ। ਜੀ ਜੀ ਜੀ। ਬਸ ਇਹਨਾਂ ਨੂੰ ਸੰਸਥਾ ਥੈਂਕ ਯੂ ਕਰਨਾ, ਬਹੁਤ ਵਧੀਆ ਕੰਮ ਕਰਦੇ ਜੀ। ਜਾਣਵਾਜੀ ਜੀ, ਧੰਨਵਾਦ ਜੀ। ਤੁਹਾਨੂੰ ਸੁਨੇਹਾ ਦੇਣਾ ਆਪਾਂ ਨਾਲ ਹੀ। ਧੰਨਵਾਦ ਵੀਰ ਜੀ, ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 905 405 0002 ਤੇ, ਜਾਂ WhatsApp ਤੇ ਕਾਲ ਕੀਤੀ ਜਾ ਸਕਦੀ ਪੂਰੀ ਦੁਨੀਆ ਦੇ ਵਿੱਚੋਂ +1 ਲਾ ਕੇ 905 405 0002। ਚੱਲਦੇ ਨੈਕਸਟ ਕਾਲ ਤੇ। ਹਾਂਜੀ 5998 ਸਵਾਗਤ ਹੈ ਜੀ। ਹਾਂਜੀ ਜੰਦੀ ਸਾਹਿਬ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੈਂ ਤਾਂ ਆਪਣੇ ਸਿਰਸਾ ਸਾਹਿਬ ਬਾਰੇ ਇਹੀ ਕਹਿਣਾ ਚਾਹੁੰਦਾ, ਚਲੋ ਇਹਨਾਂ ਨਾਲ ਪਹਿਲਾਂ ਇਹਨਾਂ ਦੀਆਂ ਕਈ ਗੱਲਾਂ ਤੇ ਸਾਨੂੰ ਸੀਗੀ ਨਾਰਾਜ਼ਗੀ, ਪਰ ਜਿਹੜਾ ਇਹ ਕੰਮ ਕਰ ਰਹੇ ਹੁਣ ਉਹ ਸਮਝ ਲਓ ਵੀ ਸਾਰੀਆਂ ਜਿਹੜੀਆਂ ਨਾਰਾਜ਼ਗੀਆਂ ਗਈਆਂ ਉਹ ਦੂਰ ਹੋ ਗਈਆਂ ਆ ਕੰਮ ਕਰਨ ਨਾਲ, ਕਿਉਂਕਿ ਇਹ ਵਧੀਆ ਕੰਮ ਕਰ ਰਹੇ ਆ ਜੀ। ਤੇ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਸੀ ਵੀ ਆਪਣੇ ਇੱਕ ਨਾ ਕਿਸੇ ਦਿਨ ਸੰਯੁਕਤ ਮੋਰਚੇ ਆ ਦੇ ਜਿਹੜੇ ਆਪਣੇ ਇਹਨਾਂ ਦੇ ਜਿਨ੍ਹਾਂ ਨੇ ਇਹਨਾਂ ਨੇ ਵਿੰਗ ਬਣਾਇਆ ਹੈਗਾ ਆ ਵਕੀਲਾਂ ਦਾ ਕੇਸ ਲੜਨ ਨੂੰ ਜੀ, ਇੱਕ ਰੇਡੀਓ ਪ੍ਰੋਗਰਾਮ ਤੇ ਇਹਨਾਂ ਦੇ ਨਾ ਉਹ ਮੁਖੀ ਆਏ ਸੀਗੇ ਉਸ ਬੈਂਕ ਦੇ, ਉਹ ਕਹਿ ਕੇ ਗਏ ਸੀਗੇ ਜੀ ਅਸੀਂ ਬਸ 2-4 ਦਿਨਾਂ ਤੱਕ ਨਾ ਅਸੀਂ ਪ੍ਰਸ਼ਾਸਨ ਦੇ ਅਗੇਂਸਟ ਅਸੀਂ ਦੂਜੀ ਲਾਉਣਾ ਕੇਸ ਲਾਉਣਾ ਆ ਕਿ ਇਹ ਜੋ ਹੋਇਆ ਪ੍ਰਸ਼ਾਸਨ ਦੀ ਗਲਤੀ ਦੇ ਨਾਲ ਹੋਇਆ ਕਿ ਉਹਨਾਂ ਨੇ ਸਾਨੂੰ ਰੂਟ ਕੋਈ ਹੋਰ ਦਿੱਤਾ ਸੀ ਤੇ ਸਾਨੂੰ ਤੋਰਿਆ ਕਿਸੇ ਹੋਰ ਪਾਸੇ ਨੂੰ ਨਾ। ਪਰ ਹੁਣ 2 ਹਫ਼ਤੇ ਤੋਂ ਵੀ ਉੱਤੇ ਟਾਈਮ ਹੋ ਗਿਆ, ਕੋਈ ਉਹਦੇ ਬਾਰੇ ਕੋਈ ਅਪਡੇਟ ਨਹੀਂ ਆਈ ਵੀ ਲੈ ਜੀ ਇਹਨਾਂ ਨੇ ਕੇਸ ਲਾਤਾ ਕੋਰਟ ਦੇ ਵਿੱਚ ਜਾਂ ਉਹ ਕਿੱਥੇ ਪਿਆ। ਹਾਂ ਵੀਰ, ਇਹ ਮੈਂ ਗੱਲ ਇਹ ਮੇਰੇ ਵੀ ਦਿਮਾਗ ਦੇ ਵਿੱਚ, ਆਪਾਂ ਉਹਨਾਂ ਨੂੰ ਕਰਦੇ ਆ, ਮੈਂ ਇਸ ਪ੍ਰੋਗਰਾਮ ਤੋਂ ਬਾਅਦ ਟਰਾਈ ਕਰਦਾ ਉਹਨਾਂ ਨੂੰ ਕਿਸੇ ਨਾਲ ਗੱਲ ਕੀਤੀ ਹੈ। ਪੰਗਾ ਤੇ ਉਹ ਨਾ ਜਿੱਥੇ ਇਲੈਕਸ਼ਨ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਗਏ ਹੋਏ ਜਿੰਨੇ ਵੀ ਕਿਸਾਨ ਲੀਡਰ ਆ ਸਾਰੇ, ਉਹ ਦੂਜੀਆਂ ਸਟੇਟਾਂ 'ਚ ਗਏ ਹੋਏ ਆ, ਇਹ ਵੀ ਬੜੀ ਵੱਡੀ ਗੱਲ ਆ ਨਾ। ਹਾਂਜੀ ਮੈਂ ਤਾਂ ਹੀ ਮੈਂ ਕਿਹਾ ਭਾਜੀ ਉਹਨਾਂ ਨੂੰ ਕਹਿੰਦਾ ਵੀ ਉਹਨਾਂ ਨੂੰ ਲੈ ਕੇ ਆਓ, ਗੱਲ ਕਲੀਅਰ ਕਰਨ ਵੀ ਉਹ ਕੇਸ ਹੈ ਕਿੱਥੇ ਤੱਕ ਗਿਆ ਜੇ। ਹਾਂਜੀ ਹਾਂਜੀ, ਪਰ ਤੁਸੀਂ ਇੱਕ ਸਵਾਲ ਮੈਂ ਕੀਤਾ, ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ, ਜਿਹੜਾ ਮੈਂ ਵੀ ਸਵਾਲ ਕਰਤਾ ਜੀ ਵੀ ਲੋਕ ਕਹਿ ਰਹੇ ਆ ਵੀ ਸ਼ਾਇਦ ਮਨਜਿੰਦਰ ਸਿੰਘ ਸਰਸਾ ਜਿਹੜੇ ਬੀਜੇਪੀ ਦੀ ਸਪੋਰਟ ਤਾਂ ਨਹੀਂ ਗਈ ਵੀ ਉਹਨਾਂ ਲਈ ਕੰਮ ਕਰ ਰਹੇ ਆ, ਤਾਂ ਉਹ ਇਹ ਲੋਕ ਕਹਿੰਦੇ ਸ਼ੁਕਰ ਆ, ਕਹਿੰਦੇ ਜੇ ਮੈਂ ਉਹਨਾਂ ਦੀ ਸਪੋਰਟ ਹੀ ਹੋਵੇ ਘੱਟੋ ਘੱਟ ਮੈਨੂੰ ਬਰਦਾਸ਼ਤ ਤਾਂ ਕਰ ਰਹੇ ਆ ਨਾ, ਮੈਂ ਉਹਨਾਂ ਦੇ ਉਲਟ ਹੀ ਨਾ ਬੋਲ ਰਿਹਾ। ਆਪਣੇ ਚੰਦੀ ਸਾਹਿਬ ਚਲੋ ਠੀਕ ਆ, ਉਹਨਾਂ ਦੇ ਨਾਲ ਉਦੋਂ ਸੀਗਾ ਗੱਠਜੋੜ ਸੀਗਾ ਅਕਾਲੀ ਦਲ ਦਾ ਨਾ ਜੀ ਜੀ, ਭਈ ਗਾਹਾਂ ਵੀ ਮੈਂ ਤਾਂ ਇਹ ਕਹਿੰਦਾ ਵੀ ਅਕਾਲੀ ਦਲ ਸਾਨੂੰ ਛੱਡਣ ਦੀ ਲੋੜ ਨਹੀਂ ਅਕਾਲੀ ਦਲ ਨੂੰ, ਕਿਉਂਕਿ ਅਕਾਲੀ ਦਲ ਹੀ ਇੱਕ ਇਹੋ ਜਿਹੀ ਜਥੇਬੰਦੀ ਆ ਜਿਹਦੇ ਨਾਲ ਪੰਜਾਬ, ਹਾਂ
ਉਹਦੇ ਵਿੱਚ ਜਿਹੜੇ ਗਲਤ ਬੰਦੇ ਆ ਉਹਨਾਂ ਨੂੰ ਸਾਨੂੰ ਪਾਸੇ ਕਰਨ ਦੀ ਲੋੜ ਆ ਕਿ ਜਿਹਦੇ ਨਾਲ ਸਾਡੇ ਪੰਜਾਬ ਦਾ ਭਲਾ ਹੋ ਸਕੇ। ਜਿਹੜੇ ਵੈਸੇ ਜੇ ਦਿੱਲੀ ਦੀ ਕੋਈ ਵੀ ਪਾਰਟੀ ਆ ਗਈ ਨਾ, ਚਾਹੇ ਆਮ ਆਦਮੀ ਪਾਰਟੀ ਆ ਤੇ ਚਾਹੇ ਕੋਈ ਹੋਰ, ਚਾਹੇ ਕਾਂਗਰਸ ਲਾ ਲਈਏ ਚਾਹੇ ਬੀਜੇਪੀ ਲਾ ਲਈਏ, ਉਹਦੇ ਨਾਲ ਪੰਜਾਬ ਦਾ ਨੁਕਸਾਨ ਹੀ ਆ ਜੀ। ਇੱਕ ਮੈਂ ਜਿਹੜੀ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਉਹ ਮੈਂ ਇੱਕ ਕਹਿਣੀ ਚਾਹੁੰਦਾ ਵੀ ਜਿਹੜੇ ਆਪਣੇ ਮੇਘਾਲਿਆ ਦੇ ਰਾਜਪਾਲ ਹੋਣੀ ਗੱਲ ਕਹੀ ਆ, ਉਹਨਾਂ ਦੀ ਤੁਸੀਂ ਸੁਣਿਆ ਹੋਊਗਾ ਵੀਡੀਓ ਕਲਿੱਪ, ਉਹ ਕਹਿੰਦੇ ਵੀ ਇਹ ਸਰਦਾਰ ਇਹ ਪਿੱਛੇ ਹਟਣ ਵਾਲੀ ਕੌਮ ਨਹੀਂ ਗੀ, ਵੀ ਇਹਨਾਂ ਦੇ ਤਾਂ ਗੁਰੂ ਦੇ ਵੀ 4 ਪੁੱਤਰ, ਚਲੋ ਉਹਨਾਂ ਨੇ ਮਰ ਕੇ ਕਹਿਤਾ, ਚਾਹੇ ਆਪਾਂ ਸ਼ਹੀਦ ਕਹਿ ਲਈਏ ਨਾ, ਉਹ ਕਹਿੰਦਾ ਫੇਰ ਵੀ ਲੜਦੇ ਰਹੇ ਸੀ। ਆ ਜਿਹੜੇ ਆਪਣੇ ਵੀਰ ਕਹਿ ਕੇ ਜਾਂਦੇ ਨਾ ਵੀ ਭਿੰਡਰਾਂ ਵਾਲੇ ਨੇ ਏਦਾਂ ਕਰਤੀ, ਜਾਂ ਜਿਹੜੇ ਬੰਦੇ ਅੱਜ ਖੜਦੇ ਆ ਕਹਿ ਲਓ ਵੀ ਸ਼ਹਾਦਤਾਂ ਪਾਉਂਦੇ ਆ, ਇਹ ਸਿਰਫ ਉਹਨਾਂ ਦੀਆਂ ਦੇਣਾ ਆ ਜਿਹੜੇ ਅੱਜ ਦੂਜੇ ਕਮਿਊਨਿਟੀ ਵਾਲੇ ਬੰਦੇ ਵੀ ਇਹ ਗੱਲ ਕਹਿੰਦੇ ਕਿ ਸਰਦਾਰ ਪਿੱਛੇ ਹਟਣ ਵਾਲੀ ਕੌਮ ਨਹੀਂ, ਚਾਹੇ ਇਹਨਾਂ ਦੇ ਨਾਲ ਦੇ ਚਾਹੇ ਪਰਿਵਾਰ ਦੇ ਮੈਂਬਰ ਵੀ ਸ਼ਹੀਦ ਹੋ ਜਾਂਦੇ, ਇਹ ਆਪਣੇ ਜਿਹੜਾ ਇਹਨਾਂ ਦਾ ਸੰਕਲਪ ਹੁੰਦਾ, ਮਿਸ਼ਨ ਹੁੰਦਾ, ਉਹਦੇ ਲਈ ਲੜਦੇ ਰਹਿੰਦੇ ਆ। ਨਾ ਕਰੀ ਕਿਸੇ ਨੇ ਅੱਜ ਤੱਕ ਸੁਣਿਆ ਵੀ ਕਿਸੇ ਨੇ ਕਿਹਾ ਹੋਵੇ ਵੀ ਜੀ ਜਿਹੜਾ ਗਾਂਧੀ ਆ ਉਹ ਪਿੱਛੇ ਨਹੀਂ ਮੁੜਨ ਵਾਲਾ, ਹਨਾ ਜੀ, ਜਾਂ ਕੋਈ ਹੋਰ ਬੰਦੇ ਆ ਜਿਹੜੇ ਅੱਜ ਆਪਾਂ ਸੰਘਰਸ਼ਾਂ ਦੀ ਵੀ ਆਪਾਂ ਹੋਰਾਂ ਦੀ ਵੀ ਗੱਲ ਕਰ ਲਈਏ, ਕਿਸੇ ਨੇ ਕਿਹਾ ਅੱਜ ਤੱਕ ਇਹ ਮੈਂਸ਼ਨ ਕੀਤਾ ਸਰਦਾਰਾਂ ਨੂੰ ਕਿਉਂ ਕਰਦੇ ਆ? ਸਿਰਫ ਇਸੇ ਕਰਕੇ ਕਰਦੇ ਆ ਨਾ ਕਿ ਇਹਨਾਂ ਦਾ ਜਿਹੜਾ ਇੱਕ ਜਜ਼ਬਾ ਆ, ਜਿਹੜਾ ਇਹਨਾਂ ਦਾ ਇੱਕ ਮਿਸ਼ਨ ਹੁੰਦਾ, ਉਹਦੀ ਪ੍ਰਾਪਤੀ ਲਈ ਚਾਹੇ ਇਹਨਾਂ ਨੂੰ ਜੋ ਮਰਜ਼ੀ ਕੁਰਬਾਨੀ ਕਰਨੀ ਪਵੇ ਉਹ ਕਰਦੇ ਤੇ ਇਹਨਾਂ ਨੇ ਕਰਦੇ ਰਹਿਣਾ ਆ। ਪਰ ਇਹੋ ਜਿਹੇ ਬੰਦੇ ਆ ਕੇ ਮੈਂ ਤੇ ਹੈਰਾਨ ਆ ਕਿ ਉਹ ਕਿਤੇ ਨਾ ਕਿਤੇ ਆ ਕੇ ਉਹਨੇ ਕਹਿਣਾ ਹੀ ਹੁੰਦਾ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਕਿਆ ਵੀਰ ਉਹਨੇ ਖੁਦ ਕਿਹਾ ਜੀ, ਰਾਜਪਾਲ ਨੇ ਵੀ ਜਦੋਂ ਇੰਦਰਾ ਗਾਂਧੀ ਨੇ ਗਲਤੀ ਕੀਤੀ ਆ ਤੇ ਉਹਨੂੰ ਸਰਦਾਰਾਂ ਨੇ ਸੋਧਿਆ, ਜੇ ਜਨਰਲ ਵੈਦਿਆ ਨੇ ਕੀਤੀ ਉਹਨੂੰ ਸੋਧਿਆ, ਜਿਹੜੇ ਜਨਰਲ ਬਰਾੜ ਨੇ ਕੀਤੀ ਉਹਨੂੰ ਸੋਧਿਆ। ਇਹ ਗੱਲ ਆ ਵੀ ਜਿਹੜੀਆਂ ਗੱਲਾਂ ਆ ਵੀ ਜੇ ਜਲਿਆਂਵਾਲੇ ਬਾਗ ਦੇ ਵਿੱਚ ਹੋਇਆ ਤਾਂ ਉਹਨੂੰ ਵੀ ਜਾ ਕੇ ਉੱਥੇ ਸੋਧਿਆ ਉਦਮ ਸਿੰਘ ਉਹਨਾਂ ਨੇ, ਤੇ ਸਰਦਾਰ ਖੇੜਾ ਨਹੀਂ ਛੱਡਦੇ। ਇਹ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਿਹਾ ਜੀ ਸਾਡਾ ਹਰਪਾਲ ਭੱਲਾ ਹੁਣੀ ਰਾਇਲ ਲੀਪੇਜ ਤੇ। ਜੇ ਤੁਸੀਂ ਬ੍ਰੋਕਰੇਜ ਵੀ ਜਾਨੀ ਕਿ ਜੁਆਇਨ ਕਰਨੀ ਚਾਹੁੰਦੇ ਹੋ, ਘਰ ਖਰੀਦਣਾ ਵੇਚਣਾ, ਕੋਈ ਪ੍ਰਾਪਰਟੀ ਖਰੀਦਣੀ ਹੈ, ਗੈਸ ਸਟੇਸ਼ਨ, ਕੋਈ ਪਾਰਕਿੰਗ ਲਾਟ, ਤੇ 416 560 2400 ਤੇ ਕਾਲ ਕਰ ਸਕਦੇ ਹੋ। ਬੜਾ ਵੱਡਾ ਐਕਸਪੀਰੀਅੰਸ ਹੈ ਜੀ ਉਹਨਾਂ ਦਾ। IPTV ਬਾਕਸ ਲੈਣਾ ਮੌਂਟਰੀਅਲ ਦੇ ਵਿੱਚ 514 566 0055 ਤੇ ਪੈਸੇ ਇੰਡੀਆ ਭੇਜਣੇ ਅਪਰਾ ਟ੍ਰੇਡਿੰਗ ਕੰਪਨੀ ਜਗਤਾਰ ਢਾਹੁਣੀ 905 794 3233 ਤੇ ਚੱਲਦੇ ਜੀ ਆਪਾਂ WhatsApp ਕਾਲ ਤੇ। ਹਾਂਜੀ 8955 ਸਵਾਗਤ ਹੈ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵੀਰ ਜੀ ਕਿੱਥੋਂ ਬੋਲ ਰਹੇ ਹੋ? ਅਸੀਂ ਭਾਜੀ ਬੈਲਜੀਅਮ ਤੋਂ ਬੋਲਦੇ ਤੇ ਸਰਸਾ ਸਾਹਿਬ ਦਾ ਥੈਂਕ ਯੂ ਕਰਨਾ ਸੀ, ਬਹੁਤ ਵਧੀਆ ਕੰਮ ਕਰ ਰਹੇ ਆ ਜੀ। ਤੇ ਲੱਖੇ ਸਧਾਰਨ ਤੇ ਆਪਣੇ ਦੀਪ ਸਿੱਧੂ ਦਾ ਵੀ ਡਟ ਕੇ ਸਾਥ ਦੇਣ ਤੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਜੀ। ਜੀ ਧੰਨਵਾਦ ਵੀਰ ਜੀ, ਧੰਨਵਾਦ ਧੰਨਵਾਦ ਜੀ, ਤੁਸੀਂ ਇਹਨਾਂ ਤੋਂ ਕਾਲ ਕੀਤੀ, ਧੰਨਵਾਦ ਜੀ। ਬਿਲਕੁਲ ਜੀ ਵੀਰ ਹੁਣੀ ਆਪਾਂ ਨੂੰ ਬੈਲਜੀਅਮ ਤੋਂ ਸੁਣ ਰਹੇ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 5292 ਸਵਾਗਤ ਹੈ ਜੀ। ਹੈਲੋ ਹਾਂਜੀ 5292 ਤੁਸੀਂ ਆਉਂਦੇ ਰਹੋ ਜੀ 5292। ਸ਼ਾਇਦ ਵੀਰ ਨੂੰ ਸੁਣ ਲੱਗ ਪਏ ਸੀ ਜੀ। 2956 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਵੀਰ ਜੀ। ਪ੍ਰੋਗਰਾਮ ਬਹੁਤ ਵਧੀਆ ਜੀ। ਸਿਰਸਾ ਸਾਹਿਬ ਨੇ ਜੋ ਵੀ ਗੱਲਾਂ ਕੀਤੀਆਂ ਬਹੁਤ ਵਧੀਆ ਸੀਗੀਆਂ। ਚੰਦੀ ਸਾਹਿਬ ਜੀ ਇੱਕ ਭਾਜੀ ਆਏ ਸੀਗੇ, ਕਹਿੰਦੇ ਜੀ ਦਿੱਲੀ ਦੇ ਵਿੱਚ ਨਾ ਏਦਾਂ ਹੋਈ ਤੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਏਦਾਂ ਕੀਤੀ ਹੈ ਨਾ। ਉਹਨਾਂ ਦਾ ਵਿਚਾਰ ਕੀ ਸੀਗਾ? ਭਿੰਡਰਾਂ ਵਾਲੇ ਸੰਤਾਂ ਨੇ ਕੀ ਮਾੜਾ ਕੀਤਾ ਜੀ? ਉਹਨਾਂ ਨੂੰ ਜਰਾ ਕਹਿਣਾ ਹੀ ਖੁੱਲ ਕੇ ਦੱਸੋ ਨਾ। ਆਪਣੀ ਇੰਨੀ ਉਹਨਾਂ ਦੀ ਚੰਗੀ ਸੋਚ ਆ। ਜਦੋਂ ਉਹ ਉਸ ਵੇਲੇ ਆਪ ਸੀਗੇ ਸੱਥਾ ਦੇ ਵਿੱਚ ਆਪਣੀ ਸੀਗੇ ਜੀਂਦੇ, ਤੇ ਉਸ ਵੇਲੇ ਕੋਈ ਵੀ ਪੰਜਾਬ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਦੇ ਰਿਹਾ। ਜੇ ਕੋਈ ਗੱਲ ਹੁੰਦੀ ਸੀ ਬਿਜਲੀ ਪਾਣੀ ਸਾਰਾ ਕੁਛ ਜਾਣੀ 24 ਘੰਟੇ ਜੇ ਉਹਨਾਂ ਦਾ ਨਾਂ ਲੈ ਦੇਣਾ ਤੇ ਜਾਣੀ ਉਦਾਂ ਹੀ ਹਰ ਲੋਕੀ ਕੰਮਦੇ ਹੁੰਦੇ ਸੀਗੇ। ਜਾਣੀ ਜਿਹੜੇ ਡਿਪਾਰਟਮੈਂਟਾਂ ਵਾਲੇ ਸਰਕਾਰੀ ਆ ਜਾਂ ਹੋ ਰਿਹਾ ਇਹ ਕਹਿ ਕੇ ਨਾ ਗਏ ਆ ਕਿ ਲੋਕ ਮਨਾਤੇ ਏਦਾਂ, ਉਦੋਂ ਤਾਂ ਜੀ ਏਦਾਂ ਕਰਾਤੀ ਸੀਗੀ ਭਿੰਡਰਾਂ ਵਾਲੇ। ਇਹ ਤੁਸੀਂ ਉਹ ਬੰਦੇ ਦੀ ਥੋੜੀ ਜਾਂ ਤੁਹਾਡਾ ਧਿਆਨ ਹੋਰ ਪਾਸੇ? ਨਹੀਂ ਮੇਰਾ ਧਿਆਨ ਇੱਥੇ ਸੀਗਾ। ਮੈਂ ਗੱਲ ਘੁਮਾਉਣੀ ਨਹੀਂ ਸੀ ਚਾਹੁੰਦਾ ਕਿਉਂਕਿ ਸਿਰਸਾ ਸਾਹਿਬ ਸੀਗੇ ਤਾਂ ਗੱਲ ਸਾਰੀ ਦੂਜੇ ਬੰਦੇ ਨੂੰ ਚੱਲ ਜਾਣੀ ਸੀ। ਮੈਨੂੰ ਪਤਾ ਸੀ ਤੁਸੀਂ ਜਵਾਬ ਦੇ ਦੇਣੇ ਆ, ਕਿਉਂਕਿ ਜੇ ਮੈਂ ਗੱਲ ਤੋੜ ਦੇਣਾ ਤੇ ਉਹ ਸਾਰਾ ਕੰਮ ਭਟਕ ਜਾਣਾ ਸੀ ਉੱਥੋਂ ਹੀ, ਉਸ ਬੰਦੇ ਨੂੰ ਚੱਲ ਜਾਣਾ ਸੀ। ਤੁਹਾਡੀ ਗੱਲ ਪਰ ਉਹਨੂੰ ਨਾ ਪੁੱਛਣਾ, ਚਲੋ ਕੋਈ ਨਹੀਂ, ਉਹਨੂੰ ਕਹੋ ਹੁਣ ਇਹ ਤੇ ਆ ਕੇ ਨਕਸੇ ਨਾਲੇ ਚਲੋ ਹੁਣ ਆਪਣੇ ਕੋਲ ਟਾਈਮ ਹੈ ਨਹੀਂ ਬਾਕੀਆਂ ਦੇ ਲੋਕਾਂ ਦੇ ਜਵਾਬ ਦੇਵੇ ਕਿ ਜਦੋਂ ਸੰਤ ਭਿੰਡਰਾਂ ਵਾਲੇ ਜੀਂਦੇ ਸੀ ਉਦਾਂ ਦੀ ਕੁਰਬਾਨੀ ਕੀ। ਤੂੰ ਤਾਂ ਹੁਣ ਮੈਂ ਕੀ ਕਹਾਂ ਵੀ ਉਹਦੇ ਵਰਗਾ ਵੀ ਨਹੀਂਗਾ। ਤੇ ਜਿੱਦਾਂ ਤੂੰ ਆ ਕੇ ਬੋਲ ਜਾਂਦਾ ਨਾ, ਜਿਹੜਾ ਚੱਜਰਾ ਇਹਨੂੰ ਕਹੋ ਬੋਲੇ, ਉਹਨਾਂ ਵਰਗੇ ਤਾਂ ਅੱਜ ਤੱਕ ਕੋਈ ਵੀ ਨਹੀਂ ਹੋਏ ਉਹਨਾਂ ਜਿੰਨੇ ਮਹਾਨ ਸੰਤ ਭਿੰਡਰਾਂ ਵਾਲੇ ਆ ਯੋਧੇ ਹੋਏ ਆ। ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 2498 ਸਵਾਗਤ ਹੈ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ।
ਉਹ ਮੈਂ ਵੀ ਅੱਗੇ ਮੈਨੂੰ ਗੱਲ ਵਿੱਚ ਰਹਿ ਗਈ, ਉਹ ਕਿਸੇ ਨੇ ਕਹਿ ਕੇ ਆਇਆ ਮੈਨੂੰ ਸੁਣਿਆ ਸੀ, ਉਹ ਕਹਿੰਦੇ ਵਕੀਲ ਵਗੈਰਾ ਆਪਣੇ ਬੰਦੇ ਹੋਣੇ ਚਾਹੀਦੇ ਆ, ਉਹ ਤੁਸੀਂ ਉਹਨਾਂ ਨੂੰ ਮੈਸੇਜ ਦੇ ਦਿੱਤਾ ਸੱਤਾ ਸਾਹਿਬ ਉਹਨਾਂ ਨੂੰ? ਹਾਂਜੀ ਦੇਤਾ ਜੀ, ਜ਼ਰੂਰ ਹੋਣਾ ਚਾਹੀਦਾ, ਸਹੀ ਗੱਲ ਆ ਉਹ ਬਾਈ। ਹਾਂ ਨਹੀਂ ਉਹ ਦੇਤਾ ਜੀ, ਉਹ ਕਹਿੰਦੇ ਯੂਨੀਵਰਸਿਟੀ ਵੀ ਬਣਾਉਣੀ ਹੈ, ਕਹਿੰਦੇ ਜਿਹੜੇ ਹਸਪੀਟਲ ਵੀ ਅਸੀਂ ਕਾਲਜ ਵੀ ਖੋਲਣੇ ਜਿਹਦੇ ਵਿੱਚ ਜਿੱਦਾਂ ਆਪਣੇ ਡਾਕਟਰ ਬਣਨਾ। ਅੱਛਾ ਦੂਸਰੀ ਗੱਲ ਇਹ ਆ ਰਹੀ ਹੈ ਬਾਕੀ ਜੇ ਹੁਣ ਜੇ ਤੁਸੀਂ ਨਾ ਪਾਰਟੀ ਦੀ ਇਹ ਲੋਕ ਲਈ ਜਾਂਦੇ ਮਸਲਾ ਜੋ ਫਲਾਨੀ ਪਾਰਟੀ ਨਾਲ ਰਿਹਾ, ਬਾਦਲਾਂ ਨਾਲ ਰਿਹਾ ਜਾਂ ਉਹਨਾਂ ਨਾਲ ਰਿਹਾ, ਉਹ ਚਾਹੇ ਕਿਸੇ ਨਾਲ ਵੀ ਰਿਹਾ, ਪਰ ਅੱਜ ਤਾਂ ਆਪਣੀ ਉਹਨੇ ਬਾਹ ਫੜੀ ਨਹੀਂ ਉਸ ਬੰਦੇ ਨੇ। ਬਿਲਕੁਲ ਜੀ। ਅੱਜ ਬਾਦਲ ਨੇ ਫੋਨ ਕੀਤਾ ਤੇ ਅੱਜ ਬਾਦਲ ਹੁਣ ਅੱਜ ਫੋਨ ਕਰਦੇ ਤੇ ਉਹਨਾਂ ਨੇ ਆਪਣੇ ਨੰਬਰ ਬਣਾਉਣੇ ਸੀ, ਅੱਜ ਕਰਦਾ ਦਿੱਲੀ ਅੰਦਰ ਫੋਨ, ਉਹਦੇ ਮੁੰਡੇ ਨੂੰ ਕਰੋਨਾ ਹੋ ਗਿਆ ਜਾਂ ਉਹ ਬਹਾਨਾ ਬਣਾ ਕੇ ਚਲੇ ਗਿਆ? ਨਹੀਂ ਹੋ ਗਿਆ ਜੀ, ਹੋ ਗਿਆ ਪੱਕਾ ਹੀ ਹੋ ਗਿਆ। ਚਲੋ ਕੰਮ ਚੰਗਾ ਹੋਇਆ ਜੀ। ਚਲੋ ਇਦਾਂ ਨਹੀਂ ਆਪਾਂ ਕਹਿ ਸਕਦੇ। ਧੰਨਵਾਦ ਵੀਰ ਜੀ। ਕਹਿਣਾ ਕਿਉਂ ਨਹੀਂ, ਉਹਨਾਂ ਨੇ ਲਹੂ ਪੀਤਾ ਤੇ ਪਤਾ ਲੱਗ ਮੈਂ ਕਿਹਾ ਬਾਦਲ ਹੁੰਦੇ ਸਾਰਾ ਕੁਝ ਉਹ ਜਿੱਦਾਂ ਉਹਨੇ ਬਣਾਇਆ ਲੋਕਾਂ ਦਾ ਲਹੂ ਪੀਤਾ, ਸਾਹਮਣੇ ਲਹੂ ਮੈਂ ਵੀਰ ਆਪਾਂ ਤਾਂ ਕਹਿੰਦਾ ਅਰਦਾਸ ਕਰਿਆ ਕਰੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੜ੍ਹਦੀ ਕਲਾ ਦੇ ਵਿੱਚ ਦੇਖ ਕੇ। ਹਾਂ ਬਿਲਕੁਲ ਜੀ, ਉਹਨਾਂ ਨੂੰ ਪਤਾ ਲੱਗਿਆ ਆਪਣੀ ਸਵਾਲ ਆਇਆ। ਹਾਂ ਦੇਖ ਕੇ ਮਰੇ ਮੈਂ ਕਿੱਦਾਂ ਸਿੱਖ ਕੌਮ ਦਾ ਲਹੂ ਪੀ ਕੇ ਤਾਂ ਮੈਂ ਇਹਨਾਂ ਕੋ ਬਣਾ ਕੇ ਚੱਲੇ ਆਪਣੇ ਪੋਤਿਆਂ। ਬਿਲਕੁਲ ਜੀ, ਸਲਤਨਤ ਡੁੱਬਦੀ ਦੇਖਣ ਕਿੱਦਾਂ ਆ। ਹਾਂਜੀ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਉਹਦਾ ਵਿਚਾਰਾ ਜਿੱਦਾਂ ਉਹਦਾ ਤਾਂ ਰਾਜ ਚੋਰਾਂ ਨੇ ਕਰਤਾ ਸੀ, ਰਲ ਗਏ ਸੀ ਨਾਲ ਜੀ। ਇਹਦੇ ਵਿੱਚ ਤਾਂ ਚੋਰ ਹੈ ਨਹੀਂ ਹੈਗਾ ਨਾ, ਇਹ ਇਕੱਲਾ ਹੀ ਚੋਰ ਹੈ ਜਿਹਨੇ ਇੰਨਾ ਮਾਲ ਇਕੱਠਾ ਕਰ ਲਿਆ। ਸਿੱਖ ਕੌਮ ਨੂੰ ਕੱਖ ਨਹੀਂ ਦਿੱਤਾ ਸਵਾਏ ਇਹਨੇ ਛਿੱਤਰਾਂ ਤੋਂ, ਛਿੱਤਰ ਹੀ ਪਵਾਏ ਨੇ ਹੁਣ ਤੱਕ ਸਿੱਖ ਕੌਮ ਦੇ। ਹਾਲੇ ਵੀ ਪਤਾ ਨਹੀਂ ਲੋਕ ਝੁੱਡੂ ਕਿਉਂ ਇਹਨੂੰ ਚੰਗਾ ਕਹੀ ਜਾਂਦੇ। ਮੈਂ ਤਾਂ ਆਪ ਹੈਰਾਨ ਹਾਂ, ਪਤਾ ਨਹੀਂ ਕਿਹਦਾ ਸਿਰ ਭੁੱਕਿਆ ਆ ਜੀ। ਧੰਨਵਾਦ ਵੀਰ ਜੀ, ਧੰਨਵਾਦ। ਆਪਾਂ 2 ਕਾਲਾਂ ਲੈ ਕੇ ਤਾਂ ਆਪਣੇ ਨਾਲ ਆਪਣੇ ਸਪਾਂਸਰ ਜੁੜੇ ਆ ਜੀ, ਤੇ ਉਸ ਤੋਂ ਬਾਅਦ ਹੋਰ ਕਾਲਾਂ ਨਹੀਂ ਲੈ ਸਕਦੇ, ਸਮਾਂ ਥੋੜਾ। ਹਾਂਜੀ ਵੀਰ ਜੀ, ਨੰਬਰ ਨਹੀਂ ਆਇਆ ਤੁਹਾਡਾ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਨੰਬਰ ਪਤਾ ਨਹੀਂ ਗਾ, ਮੈਂ ਆ ਰਹਾ ਹਾਂ। ਕੋਈ ਗੱਲ ਨਹੀਂ, ਸ਼ਾਇਦ ਤੁਸੀਂ ਵੈਸੇ ਨੰਬਰ ਚਾਹੀਦਾ ਤਾਂ ਦੱਸ ਦੇਣਾ। ਨਾ ਕੋਈ ਨਹੀਂ ਵੀਰ, ਕੋਈ ਗੱਲ ਨਹੀਂ। ਕਈ ਵਾਰੀ ਇਦਾਂ ਹੁੰਦਾ ਨਾ, ਮੈਂ ਸਾਨੂੰ ਦੱਸਣਾ ਪੈਂਦਾ ਨਾ, ਕਈ ਵਾਰੀ ਤੁਸੀਂ USA ਚ ਹੁੰਦੇ ਹੋ ਤਾਂ ਉੱਥੋਂ ਨਹੀਂ ਆਉਂਦਾ ਜੀ। ਉਹ ਚੱਕਰ ਇਹ ਹੈ ਜੀ, ਦੇਖੋ ਮੈਂ ਤਾਂ ਅੱਗੇ ਵੀ ਕਿਹਾ ਸੀਗਾ, ਹਰ ਕਾਲਰ ਦੀ ਆਪਣੀ ਇੰਡੀਵਿਜੂਅਲ ਸੋਚ ਆ ਜੀ। ਦੂਜੇ ਕਾਲਰ ਨੂੰ ਰੋਕਿਆ ਕਰੋ ਜਦੋਂ ਉਹ ਕਿਸੇ ਦੇ ਉੱਤੇ ਟਿੱਪਣੀ ਕਰਦਾ ਹੈ। ਇਹ ਤੁਹਾਡਾ ਫਰਜ਼ ਬਣਦਾ ਆ, ਨਹੀਂ ਤਾਂ ਤੁਸੀਂ ਫਿਰ ਇੱਕ ਪਾਸੇ। ਨਹੀਂ ਵੀਰ, ਮੈਂ ਤਾਂ ਰੋਕਦਾ ਕਿਉਂਕਿ ਮੈਂ ਤਾਂ ਉਹਨੂੰ ਵੀ ਨਹੀਂ ਕਿਹਾ। ਮੈਂ ਕਿਹਾ ਕਿਉਂਕਿ ਜਿਹੜਾ ਪ੍ਰੋਗਰਾਮ ਦੇਖੋ ਇਦਾਂ ਨਾ ਕਹੋ ਮੈਂ ਰੋਕਦਾ ਹੈ, ਕਿੱਥੇ ਰੋਕਿਆ ਤੁਸੀਂ ਜੀ। 2 ਕਾਲਰ ਇੱਕ ਪਹਿਲੇ ਕਾਲਰ ਦੇ ਉੱਤੇ ਟਿੱਪਣੀ ਕਰਦਾ, ਪਰ ਉਹ ਬਾਜੀ ਗਲਤ ਕਹਿ ਕੇ ਗਿਆ ਨਾ। ਹੁਣ ਜੇ ਕਿਸੇ ਲੋਕਾਂ ਨੇ ਤੁਹਾਨੂੰ ਤੁਹਾਡੇ ਵਿਚਾਰ ਆ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਬਾਜੀ। ਬਸ ਅਗਲਿਆਂ ਨੇ ਆਪਣੇ ਵਿਚਾਰ ਰੱਖ ਦਿੱਤੇ, ਉਹ ਗਲਤ ਹੈ ਚਾਹੇ ਠੀਕ ਹੈ, ਉਹਨਾਂ ਦੇ ਆ। ਦੂਜੇ ਕਾਲਰ ਨੂੰ ਕੋਈ ਵੀ ਦੂਜਾ ਨਹੀਂ ਬਣਦਾ ਉਹਦੇ ਤੇ ਟਿੱਪਣੀ ਕਰਨਾ ਜੀ। ਉਹ ਆਪਣੇ ਵਿਚਾਰ ਦੇ ਸਕਦੇ ਆ। ਇਹ ਥੋੜੋ ਗੱਲ ਪਹਿਲਾਂ ਕੋਈ ਕਾਲਰ ਭਾਜੀ ਕਰਦੇ ਆ, ਕਾਲਰ ਕਹਿੰਦੇ ਆ ਜੀ ਜੇ ਇੱਕ ਬੰਦਾ ਫਿਰ ਤਾਂ ਆਪਾਂ ਡਿਕਟੇਟਰਸ਼ਿਪ ਹੋ ਜੂਗੀ ਨਾ। ਜੇ ਮੈਂ ਗੱਲ ਵੀ ਨਾ ਕਰਨ ਦਿਆਂ ਕਿਸੇ ਨੂੰ, ਹੁਣ ਤੁਸੀਂ ਗੱਲ ਕਰ ਰਹੇ ਮੈਂ ਤੁਹਾਨੂੰ ਰੋਕਾਂ ਤੇ ਇਹਦਾ ਮਤਲਬ ਇਹ ਤਾਂ ਡਿਕਟੇਟਰਸ਼ਿਪ ਆ। ਤੁਹਾਡੇ ਵਿਚਾਰ ਤੁਹਾਡੇ ਆ, ਤੁਸੀਂ ਵਿਚਾਰ ਦੇ ਸਕਦੇ ਆ, ਸਹਿਮਤ ਹੋਣਾ ਨਾ ਹੋਣਾ ਜ਼ਰੂਰੀ ਨਹੀਂ। ਤੇ ਉਹੀ ਆ, ਉਹ ਤੁਹਾਡਾ ਫਰਜ਼ ਬਣਦਾ। ਜੇ ਵੀਰ ਜੇ ਬੰਦਾ ਸ਼ਬਦਾਵਲੀ ਗਲਤ ਵਰਤੇ ਨਾ, ਆਪਾਂ ਫੇਰ ਉਹਨੂੰ ਰੋਕ ਸਕਦੇ। ਕੋਈ ਗਾਲ ਕੱਢਦਾ, ਕੋਈ ਸ਼ਬਦਾਵਲੀ ਗਲਤ ਵਰਤਦਾ, ਜੇ ਬੰਦਾ ਨਾਰਮਲ ਗੱਲ ਕਰ ਰਿਹਾ ਆਪਾਂ ਉਹਨੂੰ ਨਹੀਂ ਰੋਕ ਸਕਦੇ। ਅੱਛਾ ਕਾਲਰ ਤੇ ਆਪਾਂ ਗੱਲ ਕਰ ਸਕਦੇ ਹਾਂ। ਹਾਂਜੀ ਬਿਲਕੁਲ ਕਰ ਸਕਦੇ। ਹਾਂਜੀ ਬਿਲਕੁਲ, ਸ਼ਬਦਾਵਲੀ ਸਹੀ ਹੋਣੀ ਚਾਹੀਦੀ। ਸ਼ਬਦਾਵਲੀ ਤਾਂ ਦੇਖੋ, ਉਹ ਹੁਣ ਇੱਥੇ ਤੁਹਾਡੇ ਪ੍ਰੋਗਰਾਮ ਦੇ ਉੱਤੇ ਮੁੰਡਾ ਅਮਨਦੀਪ ਆ, ਉਹ ਇੱਕ ਦਿਨ ਗਾਲਾਂ ਕੱਢ ਗਿਆ ਯਾਰ, ਤੁਸੀਂ ਕਹਿੰਦੇ ਸ਼ਬਦਾਵਲੀ ਠੀਕ ਹੋਣੀ ਚਾਹੀਦੀ। ਨਹੀਂ ਵੀਰ, ਮੇਰੇ ਪ੍ਰੋਗਰਾਮ ਤੇ ਨਹੀਂ ਗਾਲ ਕੱਢੀ ਤੁਹਾਡੇ ਪ੍ਰੋਗਰਾਮ ਦੇ ਉੱਤੇ। ਤੇ ਮੈਂ ਉਹਨੂੰ ਕਿਹਾ ਭਾਜੀ, ਉਹਨੂੰ ਰੋਕਿਆ ਨਹੀਂ ਆਪਾਂ, ਉਸੇ ਵੇਲੇ ਰੋਕੀਦਾ ਭਾਜੀ। ਤੁਸੀਂ ਗਲਤ ਨਹੀਂ ਬੋਲਣਾ। ਉਹਦੀ ਕਾਲ ਵੀ ਕੱਢਦੀ, ਜਿਹੜਾ ਬੰਦਾ ਗਲਤ ਬੋਲਦਾ ਉਹਦੀ ਕਾਲ ਕੱਢ ਦਿੱਤੀ ਹੈ। ਦੇਖੋ ਉਸ ਵੇਲੇ ਰੋਕਣਾ ਨਹੀਂ ਹੁੰਦਾ, ਉਸ ਜਦੋਂ ਸ਼ਬਦਾਵਲੀ ਗਲਤ ਉਸ ਵੇਲੇ ਕੱਟਣਾ ਹੁੰਦਾ ਜੀ। ਉਸ ਵੇਲੇ ਕਾਲ ਨੂੰ ਇਦਾਂ ਨਹੀਂ ਮੈਂ ਓਕੇ ਵੀਰ ਜੀ, ਆਪਣਾ ਟਾਈਮ ਥੋੜਾ ਕਿਉਂਕਿ ਮਿੰਟ 2 ਰਹਿ ਗਏ ਜੀ। ਉਹਦੀਆਂ ਗਾਲਾਂ ਔਨ 에ਅਰ ਚੱਲ ਗਈਆਂ, ਤੁਸੀਂ ਕਹਿੰਦੇ ਮਰਿਆਦਾ ਹੱਦ ਹੋ ਗਈ। ਕੋਈ ਥੈਂਕ ਯੂ ਵੀਰ, ਧਿਆਨ ਰੱਖਾਂਗੇ ਅੱਗੇ ਤੋਂ। ਹਾਂਜੀ ਸਰੂਜਾ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ SBM ਰਜੋਨਾ ਤੋਂ ਸਰੂਜਾ ਜੀ ਹੁਣੇ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜਿਹੜਾ ਰਜੋਨਾ ਆ ਕੀ ਕਰਦਾ ਆ, ਤੇ ਉਸ ਤੋਂ ਬਾਅਦ ਇੱਕ ਕਾਲ ਆਓ ਆਪਾਂ ਬਾਅਦ ਦੇ ਵਿੱਚ ਔਨ 에ਅਰ ਕਰਾਂਗੇ। ਜੀ ਸਰੂਜਾ ਜੀ, ਸਵਾਗਤ ਹੈ ਤੁਹਾਡਾ जी। गुड मॉर्निंग, सत श्री अकाल, कैसे हो? बस बहुत बढ़िया जी, बहुत गर्मा गर्म टॉपिक चल रहा है, सब लोग स्ट्रेस में आ गए। हाँ जी बिल्कुल जी बिल्कुल। क्या करे, लाइक यू नो सुखविंदर जी, ये दुनिया भी है ना, पता नहीं कौन सी तरफ जा रही है। स्ट्रेस 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 जी। लोगों को कुछ नहीं होते हुए भी दूसरों का स्ट्रेस ले लेते हैं बिना वजह जी। समझते नहीं है कि अभी आजकल का जो माहौल है वो अपने इम्यूनिटी को बचाओ, अपने हेल्थ को स्ट्रांग करो, अपने ब्रेन को स्ट्रांग करो। आपकी हेल्थ और आपका ब्रेन स्ट्रांग होगा तो आपका परिवार भी स्ट्रांग रहेगा, और जब आप स्ट्रांग होगे तो आप बात भी हेल्थी करोगे। जब इंसान लाइक नकारात्मक सोचता है ना, तो वो बातें भी नकारात्मक जैसी करता है।
जी। तो मैं हमेशा यही लोगों को कहना चाहती हूँ, मैं आपके शो पे ये दवाई बेचने नहीं आती हूँ, मैं जस्ट एक नो डाउट मैं आप लोगों से बहुत छोटी हूँ, बट फिर भी एक मेडिकल का एक्सपीरियंस इतने सालों का, इसके मैं यही कहना चाहती हूँ कि जो सेहत है, हेल्थ है तो वेल्थ है, अगर हेल्थ ही नहीं है तो कुछ भी नहीं है। ਅੱਜ ਸਰੂਜਾ ਜੀ ਮਾਫ ਕਰਨਾ, ਅੱਜ 1508 ਕੇਸ ਆ ਗਏ ਆ ਤੇ ਫਿਰ ਦੁਬਾਰਾ ਅੰਟਾਰੀਓ ਨੇ ਕਹਿ ਦਿੱਤਾ ਵੀ ਇੱਥੇ ਦੁਬਾਰਾ ਲੋਕਡਾਊਨ ਲਾਇਆ ਜਾਵੇ 3 ਵੀਕ थर्ड और मार्क माई वर्ड सुखविंदर जी, ये थर्ड लॉकडाउन और फोर्थ भी आने वाला है। बिल्कुल सॉरी टू से, मैं क्योंकि देखो जो बंदा मेडिकल में होता है उसको पता चलता है, राइट। मैं लोगों को घबराना नहीं चाहती हूँ, मैं लोगों को अलर्ट करना चाहती हूँ। दिस इज द वेकअप कॉल। अभी तो समर आई भी नहीं है सुखविंदर जी, अभी तो समर स्टार्ट भी नहीं हुआ है। मुझे तो ये लग रहा है कि जब 60 और 70 में हम चले जाएंगे तो लोग तो घर में रहेंगे ही नहीं, बिल्कुल क्या करेंगे, बाहर ही जाएंगे। तो बाहर जाएंगे तो ये तो प्रॉब्लम आनी है, कुछ खा लिया, पी लिया, मिल लिया, कुछ शॉपिंग कर लिया, क्योंकि हम अपने आप को कंट्रोल नहीं कर सकते। पर हाँ, एक बात है कि आप कंट्रोल कर सकते हो जब आप रिजुना का कवच लेकर जाते हो बाहर, राइट। जैसे हम युद्ध में जाते हैं तो कवच पहनकर जाते हैं ना, कोई बिना कवच तो जाता ही नहीं है। तो रिजुना जो है वो आपका एक कवच है, वो आपकी एक ढाल है जो आपको एटलीस्ट, मैं तो बोलती हूँ, बीमारी से प्रोटेक्ट तो करेगा, आपको बीमारी तक पहुंचने तो नहीं देगा। तो बस मेरा यही कहना है कि रिजुना जो है वो 150 जड़ी बूटी से बनाओ। मैं हर बार आती हूँ शो में एक ही बात करती हूँ, रिजुना रिजुना रिजुना। मैं लोगों को वेकअप करना चाहती हूँ कि प्लीज अगर आपने नहीं लिया है, $2 पर डे पड़ता है, लेस देन कप ऑफ कॉफी होता है सुखविंदर जी, राइट। $70 का बॉटल 1 महीना चलता है, कि 1 महीने का $70। आज आप जाओ तो ग्रोसरी करने सुखविंदर जी, आप 40 से ग्रोसरी करने जाओगे ना तो सिर्फ ब्रेड, अंडा और मिल्क में $70 डाल के आ जाओगे। इतनी महंगाई हो गई है, राइट। और उसमें भी हम क्या डाल रहे हैं अपनी बॉडी में? केमिकल्स, पेस्टिसाइड, प्रोसेस फूड, वो कुछ शुद्ध तो हम डालते नहीं है। और दूसरी बात यही है कि लाइक यू नो, सेहत और शोहरत एक बार चली जाती है ना सुखविंदर जी, वो दोबारा नहीं आती है। मैं सही कह रही हूँ। जिंदगी में, और जिंदगी में लोग हैं ना, 2 चीज से बहुत घबराते हैं, एक जो है वो बीमारी और दूसरा है बुढ़ापा। ये 2 चीज किसी को पसंद नहीं है। तो ये सारी चीजों से आप परे रह सकते हो। आप अपने आप को जब तक जियो तब तक शांत से हेल्दी जियो, अपने बलबूते पे जियो और किसी भी बीमारी का शिकार ना हो। मैं तो बस यही रब से प्रार्थना करती हूँ सबके लिए। तो प्लीज आप हमारे SBM पे आइए। हमारे पास 1 नहीं 2 नहीं, डायबिटीज, कोलेस्ट्रॉल, आपका वेट लॉस करना है, किसी को हेमरोइड, बाबाशीर है, किसी को एक्जिमा है, किसी का हेयर लॉस हो रहा है, पिगमेंटेशन है, किसी को जॉइंट पेन पे, मसल्स पेन है, किसी भी किस्म की बीमारी है, आप हमारे SBM के स्टोर पे आइए। आप हमें 90 दिन दीजिए। और सुखविंदर जी, ये चीज ऐसी है, एक बार आपने 90 डेज का कोर्स कर दिया ना, आपकी बॉडी में से सारा कचरा, सारी बीमारी, सारा इन्फ्लेमेशन, सारा टॉक्सिन साफ हो जाता है। आपको और कुछ करने की जरूरत नहीं है। तो प्लीज आप मुझे कांटेक्ट कीजिए 6472812274। और जाने से पहले मैं एक ही बात कहूंगी, मर्दाना कमजोरी, मर्दाना कमजोरी। मैं हमेशा यही कहती हूँ, मर्दाना कमजोरी का मतलब ये नहीं कि आपको कमजोरी है, बट जिस हिसाब से हम लोग जा रहे हैं स्ट्रेस लेवल में, राइट, नींद पूरी नहीं होती है, स्ट्रेस लेवल में रहते हैं, किसी के पास काम नहीं है, किसी को रेंट का प्रॉब्लम है, तो हर स्ट्रेस जो है वो इफेक्ट करता है आपके पर्सनल लाइफ पे। एम आई राइट सुखविंदर जी? बिल्कुल जी। तो उससे घबराना नहीं चाहिए। तो उसका एक ही इलाज है, नेचुरल है। आप चाहे वायग्रा लो या सियासल लो, कोई भी हो, पर उसके साइड इफेक्ट बहुत है। हमारी दवा के साइड इफेक्ट नहीं है। और ये जो चीज है वो मर्द और औरत दोनों सेफली ले सकते हैं। और इससे ओवरऑल मेंटेनेंस भी है। जैसे आप घर की मेंटेनेंस करते हो, गाड़ी की मेंटेनेंस करते हो, वैसे एनर्जेक्स जो है आपकी बॉडी की मेंटेनेंस करता है, आपको एनर्जी देता है, आपका ब्लड सर्कुलेशन बढ़ाता है। तो सॉरी, अभी ज्यादा टाइम नहीं है इसलिए मैं बात नहीं करूंगी सुखविंदर जी। आई विल लेट यू गो, बट थैंक यू वेरी मच, यू गिव मी द अपॉर्चुनिटी टू टॉक एंड हैव अ नाइस डे एंड कीप स्माइलिंग। थैंक यू वेरी मच। थैंक यू बाय जी। थैंक यू जी। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਤੁਸੀਂ ਪਹੁੰਚਣਾ ਜੀ 1133 ਡੈਰੀ ਰੋਡ 6472812274। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ। ਬਿਲਕੁਲ ਇਹ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਜੀ ਪੰਕਜ ਸਪਰਾ ਹੋਣਾ ਨੇ। ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ ਆ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਖਰੀਦਣੀ ਹੈ, ਵੇਚਣੀ ਆ, ਕੋਈ ਗੈਸ ਸਟੇਸ਼ਨ ਲੈਣਾ, ਕੋਈ ਵੀ ਪ੍ਰਾਪਰਟੀ ਦੇਖਣ ਤੋਂ ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰੋ। ਇਹਨਾਂ ਦੇ ਕੋਲ 4 ਬੈਡਰੂਮ ਦਾ ਘਰ ਜਿਹੜਾ ਕੈਲੇਡਨ ਦੇ ਵਿੱਚ ਵੈਰੀ ਸੂਨ ਜਿਹੜਾ ਲਿਸਟ ਹੋਣ ਜਾ ਰਿਹਾ ਜੀ। ਤੇ ਕਾਲ ਕਰ ਸਕਦੇ ਹੋ 416 722 2385 ਤੇ। ਮੌਂਟਰੀਅਲ IPTV ਬਾਕਸ ਲੈਣਾ ਜੀ 514 566 0055 ਤੇ ਤਾਜ਼ਾ ਸਵਾਦਲਾ ਖਾਣਾ ਖਾਣਾ ਜੀ ਮਹਾਵੀਰ ਬਾਠ ਉਹਨਾਂ ਨੂੰ ਕਾਲ ਕਰ ਲਓ 905 499 4314। ਜੌਬ ਦੀ ਭਾਲ ਵਿੱਚੋਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਜੌਬਾਂ ਜੀ ਜੌਬ ਇਨ GTA 416 213 0092 905 614 0300
ਤੇ ਪੀਲਾ ਟੋਕਲੀ ਚੰਦ ਅਗਰ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ, ਕੋਈ ਵੀ ਗੱਲਬਾਤ ਆ ਤੇ ਤੁਸੀਂ ਪਹੁੰਚ ਸਕਦੇ 14 ਹਿਲ ਰੋਡ ਬਰੈਂਪਟਨ ਦੇ ਵਿੱਚ 905 459 1300 ਤੇ ਦਲਬਾਰਾ ਸਿੰਘ ਉਹਨਾਂ ਦੇ ਕੋਲ। ਸੰਦੀਪ ਸਿੰਘ ਭੱਟੀ ਹੋਣੀ ਜਿਹੜੇ ਸਟੂਡੀਓ 'ਚ ਪਹੁੰਚ ਚੁੱਕੇ ਆ ਜੀ ਪ੍ਰੋਗਰਾਮ ਲੈ ਕੇ ਹਲਚਲ। ਤੇ ਉਸ ਤੋਂ ਬਾਅਦ 11 ਤੋਂ 12 ਸੰਦੀਪ ਭੱਟੀ ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ। ਮੈਨੂੰ ਦਿਓ ਇੱਥੇ ਹੀ ਇਜਾਜ਼ਤ, ਕੱਲ ਨੂੰ ਫੇਰ ਮਿਲਾਂਗੇ ਜੀ ਤੁਹਾਡੇ ਨਾਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ ਓਏ ਹੋਏ।